ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਿੰਦਰ ਸਿੰਘ ਥਿੰਦ ਤੇ ਤੁਹਾਡਾ ਸਾਰਿਆਂ ਦਾ ਸਫਰ ਟੀਵੀ ਤੇ ਇੱਕ ਵਾਰੀ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਤੇ ਤੁਹਾਡੇ ਸਾਹਮਣੇ ਅੱਜ ਲੈ ਕੇ ਪੇਸ਼ ਹਾਂ ਰੰਗ ਬਰੈਂਟਨ। ਜਿੱਦਾਂ ਕਿ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਹਰ ਵਾਰ ਇੱਕ ਵੱਖਰਾ ਰੰਗ ਹੋਊਗਾ, ਤਾਂ ਇਸ ਵਾਰ ਜੋ ਸਾਡਾ ਸਾਰਿਆਂ ਦੇ ਇਸ ਵੇਲੇ ਦਿਮਾਗ 'ਚ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਕਿ ਜੋ 75 ਪੁਆਇੰਟ ਦਾ ਡਰਾਅ ਆਇਆ। ਕਈ ਵਾਰੀ ਇੱਕ ਹੁੰਦਾ ਨਾ ਕਿ ਕਈ ਵਾਰੀ ਸੁਪਨਾ ਦੇਖ ਲੈਂਦੇ, ਕਹਿੰਦੇ ਜੀ ਸੁਪਨੇ ਸੱਚ ਨਹੀਂ ਹੁੰਦੇ। ਇਹ ਤਾਂ ਮੈਨੂੰ ਲੱਗਦਾ 75 ਪੁਆਇੰਟ ਵਾਲਾ ਡਰਾਅ ਕਿਸੇ ਨੇ ਸੁਪਨਾ ਨਹੀਂ ਦੇਖਿਆ ਹੋਣਾ। ਤਾਂ ਇਮੀਗ੍ਰੇਸ਼ਨ ਦੇ ਮੁੱਦੇ ਤੇ ਸਾਡੇ ਨਾਲ ਅੱਜ ਗੱਲਬਾਤ ਕਰਨ ਨੂੰ ਜੋਬਨ ਗਿੱਲ ਜੀ ਆਏ ਨੇ, ਜੋ ਕਿ ਇੱਕ ICCRC ਮੈਂਬਰ ਨੇ ਤੇ ਇੱਥੇ ਕੈਨੇਡਾ 'ਚ ਇਹਨਾਂ ਦੀ ਇਮੀਗ੍ਰੇਸ਼ਨ ਫਰਮ ਹੈ, ਤੇ ਉਹਨਾਂ ਨਾਲ ਆਪਾਂ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਜੋਬਨ ਗਿੱਲ ਜੀ। ਤੁਹਾਡਾ ਸਤਿ ਸ਼੍ਰੀ ਅਕਾਲ ਜੀ। ਸਾਰੇ ਰੰਗ ਬਰੈਂਪਟਨ ਦੇ ਦੇਖਣ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਰਿੰਦਰ ਜੀ। ਬਾਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੰਨੇ ਸ਼ੋਰਟ ਨੋਟਿਸ ਤੇ ਆਏ ਨੇ। ਤੇ ਮੇਨ ਬਾਈ ਜੀ ਮਕਸਦ ਅੱਜ ਦਾ ਪ੍ਰੋਗਰਾਮ ਸਾਡਾ ਜਿਹੜਾ ਕਰਨ ਦਾ ਇਹੀ ਸੀ ਕਿ ਪਤਾ ਲੱਗ ਸਕੇ ਜੋ ਨਵਾਂ ਡਰਾਅ ਆਇਆ। ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ, ਹਾਂਜੀ ਹਾਂਜੀ, ਸਪੈਸ਼ਲੀ ਸਟੂਡੈਂਟਸ ਦੇ ਦਿਮਾਗ 'ਚ ਜਾਂ ਕੁਝ ਹੋਰ ਕੰਟਰੀਜ਼ 'ਚ ਸਟੂਡੈਂਟ ਬੈਠੇ ਨੇ, ਉਹ ਵੀ ਅਪਲਾਈ ਕਰਨਾ ਚਾਹੁੰਦੇ ਆ। ਹਾਂਜੀ, ਤਾਂ ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਪਰਿਵਾਰਕ ਪਿਛੋਕੜ ਬਾਰੇ ਤੇ ਤੁਹਾਡੇ ਬਾਰੇ ਥੋੜ੍ਹਾ ਜਿਹਾ ਪੁੱਛਣਾ ਚਾਹਾਂਗਾ ਕਿ ਪੰਜਾਬ 'ਚੋਂ ਕਿੱਥੋਂ ਬਿਲੋਂਗ ਕਰਦੇ ਹੋ ਤੇ ਕੈਨੇਡਾ 'ਚ ਕਦੋਂ? ਹਾਂਜੀ। ਸੋ ਮੈਂ ਜੀ ਅੰਮ੍ਰਿਤਸਰ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਐਂਡ ਉੱਥੋਂ ਹੀ ਅਸੀਂ ਮੈਂ ਤਕਰੀਬਨ 10 ਕੁ ਸਾਲ ਪਹਿਲਾਂ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਇਆ ਐਂਡ ਮੈਂ ਨੇਟ ਕਾਲਜ ਤੋਂ ਗ੍ਰੈਜੂਏਟ ਕੀਤਾ ਜੀ, ਐਡਮਿੰਟਨ ਤੋਂ। ਐਂਡ ਉਸ ਤੋਂ ਬਾਅਦ ਇਮੀਗ੍ਰੇਸ਼ਨ ਦੇ ਵਿੱਚ ਅਸੀਂ ਕਈ ਬੱਚਿਆਂ ਦੀ ਮੈਂ ਉਸ ਤਰ੍ਹਾਂ ਹੀ ਹੈਲਪ ਕਰਦਾ ਰਿਹਾ। ਸੋ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਉਹਨੂੰ ਪ੍ਰੋਫੈਸ਼ਨ ਨੂੰ ਜਿਹੜਾ ਅਡਾਪਟ ਕੀਤਾ, ਦੈਨ ਪੈਸ਼ਨ ਬਣ ਗਿਆ ਇਮੀਗ੍ਰੇਸ਼ਨ ਦਾ। ਬਹੁਤ ਜ਼ਿਆਦਾ ਇਨ ਡੀਪ ਗਏ ਤਾਂ ਇਹਦੇ ਵਿੱਚ ਬਹੁਤ ਜਿਹੜੀਆਂ ਚੀਜ਼ਾਂ ਸੀਗੀਆਂ ਜਿਨ੍ਹਾਂ ਨੂੰ ਇਹ ਵਾਲੀ ਇੰਡਸਟਰੀ ਚੰਗੀ ਵੀ ਬੜੀ ਆ ਤੇ ਮਾੜੀ ਵੀ ਬੜੀ ਆ, ਰਾਈਟ। ਸੋ ਇਹਦੇ ਵਿੱਚ ਬਹੁਤ ਜ਼ਿਆਦਾ ਲੂਪ ਹੋਲਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਹੀ ਕਰੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਐਂਡ ਹਮੇਸ਼ਾ ਕੋਸ਼ਿਸ਼ ਕਰੀਦੀ ਆ ਕਿ ਬਹੁਤ ਅਫੋਰਡੇਬਲ ਰੇਟ ਦੇ ਉੱਤੇ ਸਰਵਿਸ ਦਿੱਤੀ ਜਾਵੇ, ਤਾਂ ਕਿ ਕਿਸੇ ਨੂੰ ਇਹ ਵੀ ਨਾ ਲੱਗੇ ਕਿ ਇਮੀਗ੍ਰੇਸ਼ਨ ਹੈ ਜਿਹੜੀ ਇਹ ਲੈਣੀ ਬਹੁਤ ਜ਼ਿਆਦਾ ਹੀ ਔਖੀ ਆ, ਠੀਕ ਹੈ। ਸੋ ਉਸ ਤੋਂ ਬਾਅਦ 2015 ਤੋਂ ਲੈ ਕੇ ਹੁਣ ਤੱਕ ਅਸੀਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਸੇਵਾਵਾਂ ਜਿਹੜੀਆਂ ਦੇ ਰਹੇ ਹਾਂ। ਪਹਿਲੋਂ ਅਸੀਂ ਕਿਸੇ ਦੇ ਨਾਲ ਅਸਿਸਟ ਕਰਦੇ ਸੀਗੇ, ਉਸ ਤੋਂ ਬਾਅਦ ਮੈਂ ਖੁਦ ਦੀ ਕੰਪਨੀ ਖੋਲ੍ਹੀ, ਉਸ ਨੂੰ ਗਰਾਊਂਡ ਲੈਵਲ ਤੋਂ ਉੱਤੇ ਤੱਕ ਲੈ ਕੇ ਆਂਦਾ ਐਂਡ ਹੁਣ ਵਿਦ ਗੋਡਸ ਗ੍ਰੇਸ ਬਹੁਤ ਜ਼ਿਆਦਾ ਅੱਛਾ ਰਿਸਪੌਂਸ ਸਾਰਿਆਂ ਵੱਲੋਂ ਦਿੱਤਾ ਗਿਆ, ਸਾਡੇ ਕਲਾਇੰਟਸ ਵੱਲੋਂ, ਸਾਡੇ ਐਪਲੀਕੈਂਟਸ ਵੱਲੋਂ। ਇੰਟਰਨੈਸ਼ਨਲ ਸਟੂਡੈਂਟ ਸਾਡੇ ਮੋਸਟ ਆਫ ਦਾ ਕਲਾਇੰਟਲ ਸਾਡਾ ਇੰਟਰਨੈਸ਼ਨਲ ਸਟੂਡੈਂਟਸ ਦਾ ਆ। ਸੋ ਮੈਂ ਹਮੇਸ਼ਾ ਹੀ ਗੱਲ ਕਰਦਾ ਕਿ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਜਿਹੜਾ ਹੈਗਾ ਜੀ ਸਾਨੂੰ ਇੰਨਾ ਜ਼ਿਆਦਾ ਮਾਣ ਦਿੱਤਾ। ਐਂਡ ਇੱਕ ਗੱਲ ਹੋਰ, 2021 ਦੇ ਵਿੱਚ ਅਸੀਂ ਜਿਹੜਾ ਹੈ ਜੀ ਟੌਪ ਚੋਇਸ ਅਵਾਰਡ ਵੀ ਮਿਸੀਸਾਗਾ ਦੇ ਵਿੱਚ ਜਿੱਤਿਆ ਹੈ। ਸੋ ਮੈਨੂੰ ਲੱਗਦਾ ਕਿ ਹਾਲੇ ਤੱਕ ਸਿਰਫ 1-2 ਫਾਰਮਸ ਵੱਡੀਆਂ ਨੂੰ ਛੱਡ ਕੇ ਕਿਸੇ ਨੇ ਵੀ ਇਸ ਤਰ੍ਹਾਂ ਦਾ ਜਿਹੜਾ ਅਵਾਰਡ ਆ ਹਜੇ ਤੱਕ ਨਹੀਂ ਲਿਆ ਹੈਗਾ, ਕਿਉਂਕਿ ਇਹ ਨਾਰਥ ਅਮਰੀਕਾ ਦਾ ਬਹੁਤ ਵੱਡਾ ਅਵਾਰਡ ਹੈ। ਮੈਂ ਟੋਕਣਾ ਚਾਹਾਂਗਾ ਕਿ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋਗੇ ਕਿ ਇਹ ਇਮੀਗ੍ਰੇਸ਼ਨ ਰਿਲੇਟਡ ਅਵਾਰਡ ਹੈ ਜਾਂ ਵੈਸੇ ਬਿਜ਼ਨਸ ਰਿਲੇਟਡ? ਹਾਂਜੀ, ਨਹੀਂ, ਇਹ ਜਿਹੜਾ ਅਵਾਰਡ ਹੁੰਦਾ ਇਹ ਹਰ ਇੱਕ ਇੰਡਸਟਰੀ ਦੇ ਵਿੱਚ ਜਿਹੜੇ ਮਾਸਟਰਸ ਹੁੰਦੇ ਆ ਜਾਂ ਜਿਨ੍ਹਾਂ ਦੇ ਸਾਰੇ ਓਵਰਆਲ ਕ੍ਰੈਡੀਬਿਲਿਟੀ ਦੇਖਦੇ ਆ ਕਿ ਇਹਨਾਂ ਦੀ ਕ੍ਰੈਡੀਬਿਲਿਟੀ ਕੀ ਆ, ਰਾਈਟ। ਫਿਰ ਉਹ ਰਿਸਪੌਂਸ ਦੇਖਦੇ, ਵੋਟਿੰਗ ਹੁੰਦੀ ਆ ਬਹੁਤ ਵੱਡੇ ਲੈਵਲ ਦੇ ਉੱਤੇ। ਸੋ ਉਸ ਦੇ ਵਿੱਚ ਜਿਹੜੇ ਕੰਪੈਟੀਟਰਸ ਹੁੰਦੇ ਆ ਉਹਨਾਂ ਨੂੰ ਚੁਣਿਆ ਜਾਂਦਾ ਹੈ ਜਿਹੜੇ ਵਧੀਆ ਪਰਫਾਰਮ ਕਰਦੇ ਆ। ਸੋ 2021 ਦੇ ਵਿੱਚ ਵੈਸੇ ਸਾਨੂੰ ਆਸ ਨਹੀਂ ਸੀਗੀ, ਟੂ ਬੀ ਓਨੈਸਟ, ਕਿਉਂਕਿ ਅਸੀਂ ਸੋਚਿਆ ਸੀਗਾ ਕਿ ਇਹ ਬਹੁਤ ਵੱਡਾ ਅਵਾਰਡ ਹੈ, ਸਾਨੂੰ ਕਿੱਥੇ ਮਿਲਣਾ। ਪਰ ਵਿਦ ਗੋਡਸ ਗ੍ਰੇਸ ਸਾਡੇ ਕਲਾਇੰਟਸ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਸਾਨੂੰ ਐਂਡ ਅਸੀਂ 2021 ਦੇ ਵਿੱਚ ਅਵਾਰਡ ਜਿੱਤਿਆ। ਸੋ ਅੱਗੇ ਗੱਲ ਕਰੀਏ ਤਾਂ ਇਨ ਫਿਊਚਰ ਵੀ ਅਸੀਂ ਇਹੋ ਜਿਹੀਆਂ ਸੇਵਾਵਾਂ ਦੇਵਾਂਗੇ ਕਿ ਤਾਂ ਕਿ ਅਫੋਰਡੇਬਲ ਰੇਟਸ ਦੇ ਉੱਤੇ ਜਿਹੜੀ ਇਮੀਗ੍ਰੇਸ਼ਨ ਸਾਰਿਆਂ ਨੂੰ ਮਿਲ ਸਕੇ ਐਂਡ ਕਰੈਕਟ ਇਨਫੋਰਮੇਸ਼ਨ ਸਾਰਿਆਂ ਤੱਕ ਪਹੁੰਚ ਸਕੇ। ਤੇ ਬਾਈ ਜੀ ਜਦੋਂ ਤੁਸੀਂ ਆਏ ਸੀ ਤੁਸੀਂ ਮਤਲਬ ਕਿ 12 ਗ੍ਰੇਡ ਕਰਕੇ ਆ ਗਏ ਸੀ ਜਾਂ ਗ੍ਰੈਜੂਏਸ਼ਨ ਕਰਕੇ ਆਏ ਇੰਡੀਆ? ਹਾਂਜੀ, ਮੈਂ ਇਹ ਦੱਸਣਾ ਚਾਹੁੰਦਾ ਜੀ, ਮੈਂ ਜਸਟ 17 ਇਅਰਸ ਦਾ ਸੀਗਾ ਜਦੋਂ ਮੈਂ ਕੈਨੇਡਾ ਦੇ ਵਿੱਚ ਆ ਗਿਆ ਐਂਡ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਮੈਂ ਬਿਜ਼ਨਸ ਅਕਾਊਂਟਿੰਗ ਕੀਤੀ ਹੈ। ਬਿਜ਼ਨਸ ਅਕਾਊਂਟਿੰਗ ਕਰਨ ਦੇ ਨਾਲ ਕੀ ਸੀਗਾ ਕਿ ਮੈਨੂੰ ਬਿਜ਼ਨਸ ਦੇ ਵਿੱਚ ਜਿਹੜਾ ਇੱਕ ਸ਼ੌਂਕ ਜਿਹਾ ਪੈ ਗਿਆ, ਕਿਉਂਕਿ ਇੰਡੀਆ ਦੇ ਵਿੱਚ ਜਦੋਂ ਹੁੰਦੇ ਆ ਤੁਸੀਂ ਤਾਂ ਉਦੋਂ ਤੁਹਾਡਾ ਦਿਮਾਗ ਇੰਨਾ ਖੁੱਲ੍ਹਦਾ ਨਹੀਂ ਆ, ਓਪਰਚੁਨਿਟੀਜ਼ ਨੂੰ ਨਹੀਂ ਖੁੱਲ੍ਹਦਾ, ਕਿਉਂਕਿ ਉੱਥੇ ਬਹੁਤ ਇੱਕ ਲਾਈ ਲੱਗ ਤੇ ਇੱਕ ਦੁਨੀਆ ਨੂੰ ਵੇਖ ਕੇ ਜੀਣ ਵਾਲੀ ਸਟ੍ਰੈਟਜੀ ਹੈਗੀ ਆ ਕਿ ਇਹਨੇ ਜੇ +2 ਕੀਤੀ, ਇਹਨੇ ਨਾਨ ਮੈਡੀਕਲ ਕੀਤੀ ਹੈ, ਮੈਂ ਵੀ ਨਾਨ ਮੈਡੀਕਲ ਕਰੂੰਗਾ। ਜੇ ਅੱਗੇ ਮੇਰੇ ਭਰਾ ਨੇ ਇੰਜੀਨੀਅਰਿੰਗ ਕੀਤੀ ਹੈ ਤਾਂ ਮੈਂ ਵੀ ਇੰਜੀਨੀਅਰਿੰਗ ਕਰੂੰਗਾ। ਜੇ ਅੱਗੇ ਉਹ ਪੰਜਾਬ ਛੱਡ ਕੇ ਕਿਸੇ ਹੋਰ ਸੂਬੇ 'ਚ ਚਲ ਗਿਆ ਜਾਂ ਸਟੇਟ ਚਲ ਗਿਆ ਕੰਮ ਕਰਨ, ਮੈਂ ਵੀ ਇੱਦਾਂ ਹੀ ਕਰੂੰਗਾ। ਸੋ ਇਹ ਚੀਜ਼ ਮੈਂ ਇੱਥੇ ਆਣ ਕੇ ਡਿਫਰੈਂਸ ਮਹਿਸੂਸ ਕੀਤਾ। ਪਹਿਲਾਂ ਮੈਂ ਵੀ ਕਿਸੇ ਹੋਰ ਕੋਰਸ ਦੇ ਵਿੱਚ ਆਇਆ ਸੀਗਾ ਬਟ ਮੈਨੂੰ ਉਸ ਦੇ ਵਿੱਚ ਸ਼ੌਂਕ ਨਹੀਂ ਸੀਗਾ, ਤਾਂ ਮੈਂ ਉਦੋਂ ਹੀ ਆਪਣਾ ਡਿਸੀਜਨ ਮੇਕ ਕਰਕੇ ਦੂਸਰੇ ਕੋਰਸ ਦੇ ਵਿੱਚ ਸ਼ਿਫਟ ਕੀਤਾ ਐਂਡ ਮੈਨੂੰ ਬਹੁਤ ਵਧੀਆ ਲੱਗਾ।
ਉਹ ਸਾਰੀ ਚੀਜ਼ ਕੰਪਲੀਟ ਕਰਕੇ ਹਾਂਜੀ ਫਿਰ ਯੂ نو ਲਾਈਕ ਪਰਮਨੈਂਟ ਰੈਜ਼ੀਡੈਂਸੀ ਵੀ ਸਾਰਾ ਕੁਝ ਸਿਟੀਜ਼ਨ ਤੱਕ ਅਸੀਂ ਜਿਹੜਾ ਹੈਗਾ ਪਹੁੰਚੇ। ਸੋ ਮੈਨੂੰ ਲੱਗਦਾ ਹਰ ਇੱਕ ਇਮੀਗ੍ਰੈਂਟ ਕਹਿ ਲਈਏ ਕਿ ਜਿਹੜਾ ਵੀ ਬੰਦਾ ਇੱਥੇ ਚਾਹੇ ਇੰਟਰਨੈਸ਼ਨਲ ਸਟੂਡੈਂਟ ਆਉਂਦਾ, ਚਾਹੇ ਉਹ ਯੂ نو ਲਾਈਕ ਫੋਰਨ ਵਰਕਰ ਦੇ ਬੇਸ 'ਤੇ ਆਉਂਦਾ, ਜਾਂ ਸਿੱਧਾ ਹੀ ਉੱਥੋਂ PR ਵੀ ਆਉਂਦਾ, ਪਰ ਫਿਰ ਵੀ ਜਿਹੜੇ ਪਹਿਲੇ 5 ਸਾਲ ਆ ਇਹ ਸਟਰਗਲਿੰਗ ਪੀਰੀਅਡ ਹੁੰਦਾ। ਕਿਸੇ ਤਰ੍ਹਾਂ ਦੀ ਸਟਰਗਲ ਆ, ਕਿਸੇ ਦੀ ਫੈਮਿਲੀ ਨੂੰ ਲੈ ਕੇ ਸਟਰਗਲ ਆ, ਤੋ ਸਾਰੀ ਸਟਰਗਲ ਜ਼ਰੂਰ ਦੇਖਦੇ ਆ, ਪਰ ਉਹ ਸਟਰਗਲ ਦਾ ਜਿਹੜਾ ਫਰੂਟ ਆ ਉਹ 5 ਸਾਲ ਬਾਅਦ ਮੋਸਟ ਆਫ 90% ਬੰਦਿਆਂ ਨੂੰ ਮਿਲਦਾ ਹੀ ਮਿਲਦਾ। ਤੇ ਬਾਈ ਜੀ ਆਪਾਂ ਅੱਗੇ ਇੱਥੇ ਵੀ ਆਵਾਂਗੇ ਨਾ, ਤੇ ਮਾੜਾ ਜਿਹਾ ਇਹ ਦੱਸੋ ਕਿ ਪਰਿਵਾਰਕ ਪਿਛੋਕੜ ਘਰ 'ਚ ਪਿੰਡ ਕੌਣ ਆ, ਤੇ ਹਾਂਜੀ ਦਾ ਪਰਿਵਾਰਕ ਪਿਛੋਕੜ ਖੇਤੀਬਾੜੀ ਨਾਲ ਰਿਲੇਟਡ ਹੋ ਜਾਂ ਬਿਜ਼ਨਸ ਸੀ ਉੱਥੇ ਹਾਂਜੀ। ਵੀ ਜਾਂ? ਸੋ ਮੇਰੇ ਫਾਦਰ ਸਾਹਿਬ ਹੁਣੀ ਜੀ ਯੂ نو 5 ਭਰਾ ਆ, ਤੇ ਮੈਂ ਬਟ ਆਮ ਦਾ ਓਨਲੀ ਸਨ ਆਫ ਮਾਈ ਪੇਰੈਂਟਸ। ਸੋ ਜਿਹੜਾ ਹੈਗਾ ਸਾਡਾ ਪਿੰਡ ਦੇ ਵਿੱਚ ਵੀ ਘਰ ਹੈਗਾ, ਕਾਫੀ ਸਾਡੀ ਜ਼ਮੀਨ ਹੈ ਜਿਹੜੀ ਉਹ ਵੀ ਯੂ نو ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ ਆ। ਖਾਸ ਯੂ نو ਉੱਥੋਂ 6-7 ਕਿਲੋਮੀਟਰ ਦੀ ਦੂਰੀ ਤੇ ਅੰਮ੍ਰਿਤਸਰ ਤੋਂ ਹੀ ਸਾਡਾ ਜਿਹੜਾ ਹੈਗਾ ਸਾਰੀ ਜ਼ਮੀਨ ਜਾਇਦਾਦ ਹੈ, ਤੇ ਅਸੀਂ ਵੀ ਫਾਰਮਿੰਗ ਪਿਛੋਕੜ ਵਾਲੇ ਹੀ ਹਾਂ। ਐਂਡ ਮੇਰੇ ਦਾਦਾ ਜੀ ਹੁਣੀ ਜਿਹੜੇ ਆ ਜੀ ਉਹ ਕਾਫੀ ਮੰਨੇ ਪ੍ਰਮੰਨੇ ਆਪਣੇ ਇਲਾਕੇ ਦੇ ਵਿੱਚ ਬੰਦੇ ਸੀਗੇ, ਤਾਂ ਫਾਰਮਿੰਗ ਦਾ ਪਿਛੋਕੜ ਆ। ਤਾਂ ਹੁਣ ਵੀ ਜਿਹੜਾ ਸਾਰਾ ਹੀ ਸਿਨੈਰੀਓ ਚੱਲ ਰਿਹਾ, ਬੜਾ ਜੀ ਕਰਦਾ ਕਿ ਉੱਥੇ ਜਾ ਕੇ ਸਪੋਰਟ ਕਰੀਏ, ਸਾਰਾ ਕੁਝ ਕਰੀਏ, ਬਟ ਹਾਲਾਤਾਂ ਦਾ ਥੋੜਾ ਜਿਹਾ ਹੇਰ ਫੇਰ ਹੋ ਜਾਂਦਾ। ਬਟ ਯੈਸ, ਉੱਥੇ ਸਾਡਾ ਹੁਣ ਵੀ ਜਿਹੜਾ ਹੈਗਾ ਜੀ ਸਾਰੇ ਉੱਥੇ ਰਿਲੇਟਿਵਸ ਐਂਡ ਮੇਰੇ ਫਰੈਂਡਸ ਵੀ ਸਾਰੇ ਇੰਡੀਆ ਵੀ ਹੈਗੇ ਆ ਤੇ ਇੱਥੇ ਵੀ ਹੈਗੇ ਆ। ਸੋ ਫਾਰਮਿੰਗ ਬੈਕਗ੍ਰਾਉਂਡ ਤੋਂ ਅਸੀਂ ਬਿਲੋਂਗ ਕਰਦੇ ਨੇ। ਮੇਰੇ ਫਾਦਰ ਸਾਹਿਬ ਫਾਰਮਿੰਗ ਦੇ ਨਾਲ ਵੈਟਰਨਰੀ ਡਾਕਟਰ ਵੀ ਨੇ, ਐਂਡ ਜਿਹੜੇ ਮੇਰੇ ਵਾਈਫ ਨੇ ਉਹ ਵੀ ਇਸੇ ਬਿਜ਼ਨਸ ਦੇ ਵਿੱਚ ਐਜ਼ ਅ ਪੈਰਾਲੀਗਲ ਕੰਮ ਕਰਦੇ ਨੇ। ਐਂਡ ਮੈਂ ਖੁਦ ਜਿਹੜਾ ਹੈਗਾ ਜੀ RCIC ਹੈਗਾ, ICCRC ਤੋਂ ਐਕ੍ਰੈਡਿਟਡ, ਐਂਡ ਪਿਛਲੇ 4 ਸਾਲ ਤੋਂ ਜਿਹੜਾ ਹੈਗਾ ਜੀ ਇਸ ਪ੍ਰੋਫੈਸ਼ਨ ਦੇ ਵਿੱਚ ਲੀਗਲੀ ਆਇਆ। ਉਸ ਤਰ੍ਹਾਂ ਆਪਾਂ ਰਫਲੀ 6 ਸਾਲ ਤੋਂ ਸਾਰਿਆਂ ਦੀ ਹੈਲਪ ਕਰ ਰਹੇ ਹਾਂ। ਮਤਲਬ ਕਿ ਲਾਇਸੈਂਸ ਲੈਣ ਨੂੰ ਤੁਹਾਨੂੰ 4 ਸਾਲ ਹੋ ਗਿਆ ਜੀ। ਠੀਕ ਹੈ। ਤੇ ਬਾਈ ਜੀ ਜਦੋਂ ਤੁਸੀਂ ਦੱਸਿਆ ਕਿ ਤੁਸੀਂ ਜਿਹੜੀ ਸਟੱਡੀ ਹੈ ਐਡਮਿੰਟਨ ਤੋਂ ਕੀਤੀ, ਹਾਂਜੀ ਐਡਮਿੰਟਨ ਆਈ ਥਿੰਕ ਉਹ ਤੁਸੀਂ ਆਏ ਹੋਵੋਗੇ 2010 ਚ। ਹਾਂਜੀ। ਤੇ ਬਾਈ ਜੀ ਹੁਣ ਵੀ ਮਤਲਬ ਕਿ ਜੇ ਕਿਸੇ ਨਾਲ ਆਪਾਂ ਗੱਲ ਕਰੀਏ ਨਾ ਕਿ ਸਪੈਸ਼ਲੀ ਮੇਨ ਜਿਹੜਾ ਟਾਰਗੇਟ ਹੁੰਦਾ, ਸਾਰੇ ਬੱਚੇ ਆਉਂਦੇ ਆ ਜਾਂ BC ਆਉਂਦੇ ਆ ਜਾਂ ਟੋਰਾਂਟੋ ਆਉਂਦੇ ਹਾਂਜੀ ਆ, ਹਾਂਜੀ। ਤੇ ਉਦੋਂ ਤੁਹਾਡੇ ਟਾਈਮ ਤੇ ਕਿੱਦਾਂ ਦਾ ਮਾਹੌਲ ਸੀ? ਸਟੂਡੈਂਟ ਲਾਈਫ ਕਿੱਦਾਂ ਦੀ ਰਹੀ? ਕਿੰਨੇ ਕੁ ਕਾਲਜ ਸੀ ਉਦੋਂ ਐਡਮਿੰਟਨ, ਕਿੰਨੀ ਕੁ ਆਪਣੀ ਕਮਿਊਨਿਟੀ ਸੀ? ਹਾਂਜੀ। ਸੋ ਐਡਮਿੰਟਨ ਦੇ ਵਿੱਚ ਖਾਸ ਕਰਕੇ ਗੱਲ ਕਰੀਏ ਨੇਟ ਕਾਲਜ ਦੀ, ਤਾਂ ਉੱਥੇ ਅੱਜ ਵੀ ਜੇ ਤੁਸੀਂ ਅੱਜ ਵੀ ਐਡਮਿਸ਼ਨ ਲੈਣੀ ਉੱਥੇ ਬਹੁਤ ਹਾਰਡ ਆ। ਸੈਕਿੰਡ ਚੀਜ਼, ਉਦੋਂ ਇਹ ਚੀਜ਼ ਹੁੰਦੀ ਆ ਕਿ ਤੁਸੀਂ ਪਹਿਲੋਂ 6 ਮਹੀਨੇ ਆਣ ਕੇ ਫੁੱਲ ਟਾਈਮ ਸਟੂਡੈਂਟ ਸਟੇਟਸ ਸ਼ੋਅ ਕਰਨਾ ਸੀਗਾ, ਫਿਰ ਤੁਹਾਨੂੰ ਸਿਰ ਨੰਬਰ ਮਿਲਦਾ ਸੀਗਾ, ਤੇ ਕੰਮ ਦੀਆਂ ਓਪਰਚੁਨਿਟੀਜ਼ ਇੰਨੀਆਂ ਨਹੀਂ ਸੀਗੀਆਂ ਜਿੰਨੀਆਂ ਅੱਜ ਆ। ਉਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਊਬਰ ਹੈਗੀ ਆ, ਸਕਿਪ ਦਾ ਡਿਸ਼ਿਸ ਚਲਾਉਂਦੇ ਆ ਬੱਚੇ, ਟਰੱਕਿੰਗ ਦਾ ਇੰਨੀ ਅਵੇਅਰਨੈਸ ਆ, ਕਿਉਂਕਿ ਬੱਚਿਆਂ ਦੇ ਫਰੈਂਡਸ ਆਲਰੇਡੀ ਇੱਥੇ ਆਏ ਹੁੰਦੇ ਆ, ਉਹ ਉਹਨਾਂ ਨੂੰ ਬਹੁਤ ਜ਼ਿਆਦਾ ਗਾਈਡ ਕਰਦੇ। ਸਾਡੇ ਟਾਈਮ ਤੇ ਇਸ ਤਰ੍ਹਾਂ ਦਾ ਨਹੀਂ ਸੀਗਾ ਕੁਝ। ਤੁਸੀਂ ਤੁਹਾਡਾ ਵੀ ਫਰੈਂਡ ਸਰਕਲ ਸਾਰਾ ਜਿਹੜਾ ਹੋਏਗਾ, ਜੇ ਇਸ ਲੈਵਲ 'ਚ ਆਇਆ ਹੋਏਗਾ 2010 ਦੇ ਲੈਵਲ 2010 ਦੇ ਈਅਰ ਦੇ ਵਿੱਚ, ਤਾਂ ਉਹ ਸਾਰਿਆਂ ਨੇ ਉਹੀ ਸਟਰਗਲ ਬੇਸਿਕਲੀ ਦੇਖੀ ਹੁੰਦੀ ਆ ਕਿ ਕੰਮ ਨਾ ਮਿਲਣਾ ਜਾਂ ਘੱਟ ਪੈਸਿਆਂ 'ਤੇ ਕੰਮ ਮਿਲਣਾ। ਉਸ ਤੋਂ ਬਾਅਦ ਜਿਹੜਾ ਹੈਗਾ ਜੀ, ਜੇ ਕੰਮ ਮਿਲ ਜਾਣਾ ਤਾਂ ਅਸੀਂ ਤਾਂ ਕੰਮ ਨੂੰ ਇਸ ਤਰ੍ਹਾਂ ਲੈਂਦੇ ਸੀਗੇ ਕਿ ਛੱਡਣਾ ਨਹੀਂ ਹੈ ਕੰਮ, ਕਿਉਂਕਿ ਅੱਗੇ ਪਤਾ ਹੀ ਨਹੀਂ ਹੈ ਕਿ ਮਿਲਣਾ ਵੀ ਹੈ ਕਿ ਨਹੀਂ। ਠੀਕ ਹੈ। ਪੜ੍ਹਾਈ ਦੇ ਨਾਲ ਜਿਹੜਾ ਕੰਮ ਹੈ ਉਹ ਵੀ ਜ਼ਰੂਰੀ ਸੀਗਾ। ਪੜ੍ਹਾਈ ਵੀ ਕੰਪਲੀਟ ਕੀਤੀ, ਜਿਹੜਾ ਜੌਬ ਵੀ ਉਹ ਵੀ ਪ੍ਰੋਪਰ ਕੀਤੀ। ਪਰ ਉਦੋਂ ਐਡਮਿੰਟਨ ਦੀ ਗੱਲ ਕਰਦਾ ਜੇ ਮੈਂ, ਤਾਂ ਉੱਥੇ ਟੋਰਾਂਟੋ ਉਦੋਂ ਪ੍ਰਫੁੱਲਿਤ ਸੀਗਾ, ਕਾਫੀ ਯੂ نو ਲਾਈਕ ਲਾਈਮਲਾਈਟ ਦੇ ਵਿੱਚ ਸੀਗਾ, ਬਟ ਜਿਹੜਾ ਐਡਮਿੰਟਨ ਨੂੰ ਬਹੁਤ ਘੱਟ ਜਾਣਿਆਂ ਨੂੰ ਪਤਾ ਹੁੰਦਾ। 2013 ਦੇ ਵਿੱਚ ਉੱਥੇ AINP ਆਇਆ ਸੀਗਾ, ਅਲਬਰਟਾ ਇਮੀਗ੍ਰੈਂਟ ਨੋਮਨੀ ਪ੍ਰੋਗਰਾਮ, ਜਿਹੜਾ ਬਹੁਤ ਜ਼ਿਆਦਾ ਫੇਮਸ ਹੋਇਆ ਗਿਆ। ਉਹ 2013 ਤੋਂ ਬਾਅਦ ਜਿਹੜਾ ਜੀ ਅਲਬਰਟਾ ਦਾ ਪਤਾ ਲੱਗਣ ਲੱਗਾ ਸੀਗਾ, ਕੈਲਗਰੀ ਦਾ, ਐਡਮਿੰਟਨ ਦਾ, ਯੂ نو ਲਾਈਕ ਹੋਰ ਗ੍ਰੈਂਡ ਪ੍ਰੇਰੀ, ਬੜੇ ਛੋਟੇ ਸ਼ਹਿਰ ਆ ਉੱਥੇ। ਤਾਂ ਉੱਥੇ ਸਿਰਫ ਟੋਰਾਂਟੋ ਤੋਂ ਉਧਰ ਮੂਵ ਹੋਏ ਸੀਗੇ ਲੋਕੀ ਪਰਮਨੈਂਟ ਰੈਜ਼ੀਡੈਂਸੀ ਵਾਸਤੇ। ਬਟ ਹੁਣ ਡਿਊ ਟੂ ਆਇਲ ਸਲੰਪ 2013 ਤੋਂ ਬਾਅਦ ਜਿਹੜਾ ਉੱਥੇ ਗਿਰਾਵਟ ਆਈ ਆ ਆਇਲ ਦੀ, ਤਾਂ ਉਸ ਤੋਂ ਬਾਅਦ ਫੇਰ ਲੋਕੀ ਮੂਵ ਹੋਣਾ ਸ਼ੁਰੂ ਹੋ ਗਏ ਉੱਥੋਂ, ਕਿਉਂਕਿ ਆਇਲ ਦੇ ਕਰਕੇ ਹੀ ਅਲਬਰਟਾ ਦੀ ਇਕਨੋਮੀ ਬਹੁਤ ਸਟਰੋਂਗ ਸੀਗਾ। ਫਿਰ ਜਿਹੜਾ ਹੈਗਾ ਜੀ ਮੈਂ ਪੜ੍ਹ ਕੇ ਵਾਪਸ ਇੱਥੇ ਆ ਗਿਆ ਡਿਊ ਟੂ ਫੈਮਿਲੀ, ਯੂ نو ਮੇਰੇ ਫੈਮਿਲੀ ਜਿਹੜੀ ਸੀਗੀ ਸਾਰੀ ਇੱਥੇ ਸੀਗੀ। ਤਾਂ ਉੱਥੇ ਸਿਰਫ ਇੱਕ ਚੀਜ਼ ਦੇਖਣ ਨੂੰ ਮਿਲੀ ਕਿ ਉਹ ਡਿਸਿਪਲਿਨਡ ਜਿਹੜਾ ਹੈਗਾ ਆ, ਜਿਹੜੇ ਵਧੀਆ ਕਾਲਜਸ ਐਂਡ ਵਧੀਆ ਯੂਨੀਵਰਸਿਟੀਜ਼ ਆ, ਉੱਥੇ ਜਾ ਕੇ ਸਿਰਫ ਇਹ ਹੈ ਕਿ ਤੁਹਾਨੂੰ ਇੱਕ ਡਿਸਿਪਲਿਨ ਲਾਈਫ ਰਹਿਣ ਨੂੰ ਜਿਹੜੀ ਆਪਣਾ ਸਿੱਖਣ ਨੂੰ ਮਿਲਦੀ ਹੈ, ਕਿਉਂਕਿ ਉੱਥੇ ਜਿਹੜਾ ਮਲਟੀਕਲਚਰਿਜ਼ਮ ਆ ਉੱਥੇ ਉਹ ਬਹੁਤ ਜ਼ਿਆਦਾ ਹੁੰਦਾ ਹੈ, ਕਿਉਂਕਿ ਡਿਫਰੈਂਟ ਤਬਕੇ ਦੇ ਲੋਕ ਤੁਹਾਡੇ ਨਾਲ ਜਦੋਂ ਵਿਚਰਦੇ ਤਾਂ ਤੁਸੀਂ ਇਹ ਮਹਿਸੂਸ ਕਰਦੇ ਜੇ ਕਿ ਉਹਨਾਂ ਦੇ ਕਲਚਰ 'ਚ ਕੀ ਆ, ਤੁਹਾਡੇ ਕਲਚਰ 'ਚ ਕੀ ਆ, ਸੋ ਸਿਮਿਲੈਰਿਟੀਜ਼ ਕੀ ਆ, ਡਿਫਰੈਂਸਿਸ ਕੀ ਆ, ਤਾਂ ਉਹ ਚੀਜ਼ ਬਹੁਤ ਜ਼ਿਆਦਾ ਜਿਹੜੀ ਮਾਇਨੇ ਰੱਖਦੀ ਆ। ਐਂਡ ਲਾਈਫ ਉਦੋਂ ਠੀਕ ਸੀਗੀ, ਬਟ
ਅੱਜ ਨਾਲੋਂ ਥੋੜੀ ਜਿਹੀ ਔਖੀ ਸੀਗੀ, ਬਟ ਉਸ ਤਰ੍ਹਾਂ ਓਵਰਆਲ ਗੱਲ ਕਰੀਏ ਤਾਂ ਇਟ ਵਾਜ਼ ਓਕੇ। ਹਾਂਜੀ, ਸਨੋ ਦੀ ਜਦੋਂ ਮੈਨੂੰ ਅਜੇ ਵੀ ਯਾਦ, ਜਦੋਂ ਮੈਂ ਪਹਿਲੀ ਵਾਰ ਜਿਹੜਾ ਹੈਗਾ ਜੀ ਅਲਬਰਟਾ ਦੇ ਵਿੱਚ ਗਿਆ ਤਾਂ ਉੱਥੇ ਸਨੋ ਬਹੁਤ ਜ਼ਿਆਦਾ ਵੱਡੇ ਵੱਡੇ ਸਨੋ ਦੇ ਜਿੱਦਾਂ ਜਦੋਂ ਇਕੱਠੀ ਕੱਠ ਦੇ ਪਹਾੜ ਹੀ ਲੱਗੇ ਹੁੰਦੇ ਸੀਗੇ। ਸੋ ਹੁਣ ਤੇ ਬਹੁਤ ਵੈਸੇ ਚੇਂਜ ਹੋ ਗਿਆ ਵੈਦਰ ਵੀ, ਆਈ ਥਿੰਕ ਡਿਊ ਟੂ ਗਲੋਬਲ ਵਾਰਮਿੰਗ ਸ਼ਾਇਦ, ਤਾਂ ਉਹਦੇ ਕਰਕੇ ਫਰਕ ਪੈ ਗਿਆ। ਬਟ ਪਹਿਲਾਂ ਸਨੋ ਵੀ ਥੋੜੀ ਜਿਹੀ ਜ਼ਿਆਦਾ ਪੈਂਦੀ ਸੀਗੀ, ਬਾਕੀ ਆਉਣ ਵਾਲੇ ਟਾਈਮ ਦਾ ਤੇ ਪਤਾ ਨਹੀਂ। ਬਾਈ ਜੀ ਤੁਸੀਂ ਦੱਸਿਆ ਕਿ ਜਦੋਂ ਤੁਸੀਂ ਆਏ ਇੱਥੇ ਨਾ, ਹਾਂਜੀ 17 ਸਾਲ ਏਜ ਸੀ, ਹਾਂਜੀ, ਤੇ ਉਦੋਂ ਫਿਰ ਦਿਮਾਗ 'ਚ ਪਹਿਲੇ ਹੀ ਇਹ ਸੀ ਕਿ ਐਡਮਿੰਟਨ ਜਾਣਾ, ਜਾਂ ਵੈਸੇ ਹੀ ਸਬੱਬ ਬਣ ਗਿਆ ਨਹੀਂ, ਕੋਈ ਨਹੀਂ ਕੰਸਲਟੈਂਟ ਨੇ ਦਵਾਤਾ ਸੀ? ਨਹੀਂ ਕੰਸਲਟੈਂਟ ਤੇ ਜਿਹੜੇ ਹੈਗੇ ਸੀਗੇ ਉਹ ਤਾਂ ਬਹੁਤ ਵਧੀਆ ਸੀਗੇ, ਟੂ ਬੀ ਆਨੈਸਟ ਮੈਂ ਨਾਂ ਤੇ ਨਹੀਂ ਲੈਣਾ ਚਾਹੂੰਗਾ, ਬਟ ਸਟਿਲ ਬਹੁਤ ਵਧੀਆ ਸੀਗੇ ਕੰਸਲਟੈਂਟ ਵੱਲੋਂ। ਤੇ ਕਿਉਂਕਿ ਉਹਦਾ ਰੀਜ਼ਨ ਇੱਕ ਹੋ ਰਿਹਾ, ਕਿਉਂਕਿ ਅਸੀਂ ਇੰਡੀਆ ਵੀ ਜਿਹੜਾ ਹੈਗਾ ਜੀ ਪੜ੍ਹਦੇ ਸੀਗੇ ਖੁਦ, ਤਾਂ ਉਸ ਦਾ ਇਹ ਫਾਇਦਾ ਹੋ ਜਾਂਦਾ ਹੈ ਕਿ ਤੁਸੀਂ ਆਪ ਰਿਸਰਚ ਬਹੁਤ ਕਰਦੇ ਜੀ ਕਿ ਕਿਹੜਾ ਕਾਲਜ, ਕਿਹੜਾ ਕੋਰਸ, ਕਿੱਥੇ ਜਾਣਾ ਆ, ਉਹਦਾ ਬੈਕਗਰਾਊਂਡ ਕੀ ਆ ਸਿਟੀ ਦਾ, ਉਹ ਸਾਰਾ ਕੁਝ ਤੁਸੀਂ ਜਿਹੜਾ ਹੈਗਾ ਪਹਿਲਾਂ ਹੀ ਰਿਸਰਚ ਕਰਕੇ ਰੱਖਦੇ ਹੋ। ਸੋ ਉਸ ਚੀਜ਼ ਕਰਕੇ ਜਿਹੜਾ ਹੈਗਾ ਜੀ ਐਡਮਿੰਟਨ ਆ, ਉਹ ਉਸ ਵੇਲੇ ਪਤਾ ਨਹੀਂ ਸੀਗਾ, ਉਸ ਵੇਲੇ ਪ੍ਰੋਗਰਾਮ ਵੀ ਕੋਈ ਨਹੀਂ ਸੀਗਾ, ਪਰ ਉੱਥੇ ਇੰਜੀਨੀਅਰਿੰਗ ਦੇ ਰਿਲੇਟਡ ਬਹੁਤ ਵਧੀਆ ਪ੍ਰੋਗਰਾਮ ਹੈ। ਉਸ ਕਾਲਜ ਦੀ ਜਿਹੜੀ ਪਲੇਸਮੈਂਟ ਲੈਵਲ ਹੈ ਉਹ ਯੂਨੀਵਰਸਿਟੀ ਆਫ ਅਲਬਰਟਾ ਜਿਹੜੀ ਉੱਥੇ ਬਹੁਤ ਵਧੀਆ ਯੂਨੀਵਰਸਿਟੀ ਐਡਮਿੰਟਨ ਦੇ ਵਿੱਚ, ਉਹਦੇ ਨਾਲੋਂ ਵੀ ਜ਼ਿਆਦਾ, ਕਿਉਂਕਿ ਉੱਥੇ ਪ੍ਰੋਗਰਾਮ ਪੋਲੀਟੈਕਨਿਕ ਕਾਲਜ ਹੈ, ਤਾਂ ਉੱਥੇ ਜਿਹੜਾ ਪਲੇਸਮੈਂਟ ਰੇਟ ਬਹੁਤ ਅੱਛਾ ਸੀਗਾ। ਇਸ ਕਰਕੇ ਉੱਧਰ ਜਿਹੜਾ ਹੈਗਾ ਜੀ ਗਏ ਸੀ, ਕਿਉਂਕਿ ਆਪ ਰਿਸਰਚ ਕੀਤੀ ਸੀਗੀ। ਬਟ ਜਿਹੜਾ ਹੈਗਾ ਹੈ ਕਿ ਹੋਰ ਕੋਈ ਖਾਸ ਵਜ੍ਹਾ ਕਰਕੇ ਜਾਂ ਖਾਸ ਰੀਜ਼ਨ ਕਰਕੇ ਉਹ ਤੇ ਲਾਈਕ ਨਹੀਂ ਗਏ, ਬਟ ਇਸ ਤਰ੍ਹਾਂ ਹੀ ਉੱਥੇ ਬਸ ਪ੍ਰੋਗਰਾਮਸ ਅੱਛੇ ਲੱਗੇ ਤਾਂ ਉੱਥੇ ਚਲੇ ਗਏ। ਤੇ ਇੱਕ ਬਾਈ ਜੀ ਹੁਣ ਤੁਸੀਂ ਨਾ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਹੋ, ਠੀਕ ਹੈ ਜੀ, ਕਹਿੰਦੇ ਇਮੀਗ੍ਰੇਸ਼ਨ 'ਚ ਇੱਕ ਗੱਲ ਬੜੀ ਮਸ਼ਹੂਰ ਹੈ ਨਾ ਕਿ ਉਹਦਾ ਜਿਹੜਾ ਉਹ ਪ੍ਰੋਬਲਮ ਕਹਿ ਲਈਏ ਜਾਂ ਗੱਲ ਕਹਿ ਲਈਏ ਕਿ ਉਹਦਾ ਸਾਰਿਆਂ ਨੂੰ ਸਾਹਮਣਾ ਕਰਨਾ ਪੈਂਦਾ ਕਿ ਕਈ ਵਾਰੀ ਜਦੋਂ ਕਿਸੇ ਦਾ ਵੀਜ਼ਾ ਅਪਲਾਈ ਕਰਦੇ ਸਪੈਸ਼ਲੀ ਇੰਡੀਆ ਤੋਂ ਨਾ ਕੋਈ ਸਟੂਡੈਂਟ ਆਣਾ, ਕਹਿੰਦੇ ਜੇ ਤਾਂ ਵੀਜ਼ਾ ਲੱਗ ਜੇ ਫਿਰ ਤਾਂ ਕੰਸਲਟੈਂਟ ਰੱਬ ਬਣ ਜਾਂਦਾ ਹਨਾ। ਤੇ ਜੇ ਕਿਤੇ ਬਾਈ ਚਾਂਸ ਕਿਤੇ, ਕਿਉਂਕਿ ਦੇਖੋ ਤੁਸੀਂ ਇਹ ਕਹਿ ਸਕਦੇ ਹੋ ਕਿ ਤੁਹਾਡੀ ਸਕਸੈਸ ਰੇਟ ਬਹੁਤ ਜ਼ਿਆਦਾ, ਬਟ ਕਿਸੇ ਨੂੰ ਤੁਸੀਂ 100% ਗਰੰਟੀ ਨਹੀਂ ਦੇ ਸਕਦੇ, ਚਾਹੇ ਤੁਸੀਂ ਸਾਰੇ ਡਾਕੂਮੈਂਟ ਵੀ ਕੰਪਲੀਟ ਕਰਤੇ, ਸਾਰਾ ਕੁਝ ਸਹੀ ਕੀਤਾ, ਬਟ ਐਟ ਦੀ ਐਂਡ ਆਫ ਦੀ ਡੇ ਇਮੀਗ੍ਰੇਸ਼ਨ ਆਫੀਸਰ ਤੇ ਡਿਪੈਂਡ ਕਰਦਾ। ਤੇ ਉਦਾਂ ਤੁਹਾਡੇ ਨਾਲ ਵੀ ਹੁੰਦਾ ਕਈ ਵਾਰੀ ਕਿ ਹਾਂ ਵੀ ਵੀਜ਼ਾ ਨਾ ਲੱਗੇ ਕਿਸੇ ਬੰਦੇ ਦਾ ਤੇ ਉਹ ਤੁਹਾਨੂੰ ਅਪਰੋਚ ਕਰਦੇ ਆ ਕਿ ਤੁਸੀਂ ਮੇਰਾ ਨੁਕਸਾਨ ਕਰਾਤਾ ਜਾਂ ਕੁਝ ਹੋਰ, ਕਿਉਂਕਿ ਇਹ ਤਾਂ ਹੁੰਦਾ ਨਹੀਂ ਜੇ 100 ਬੰਦੇ ਨੇ ਅਪਲਾਈ ਕੀਤਾ 100 ਦਾ ਹੀ ਲੱਗੂਗਾ, ਵਿੱਚੋਂ 2-4% ਕਿਤੇ ਹੋ ਜਾਂਦਾ। ਹਾਂਜੀ, ਸੋ ਇਹਦਾ ਬੜਾ ਵਧੀਆ ਕੁਐਸਚਨ ਤੁਸੀਂ ਪੁੱਛਿਆ, ਤਾਂ ਇਹਦਾ ਮੈਂ ਆਨਸਰ ਇੱਕ ਬੜੇ ਵਧੀਆ ਵੇ ਨਾਲ ਕਰਨਾ ਚਾਹੁੰਦਾ। ਡਿਫਰੈਂਸ ਦੱਸਦਾ ਤੁਹਾਨੂੰ। ਇੱਕ ਇੰਡੀਆ ਦੇ ਵਿੱਚ ਜਿਹੜੇ ਕੰਸਲਟੈਂਟਸ ਜਾਂ ਏਜੰਟਸ ਬੈਠੇ ਆ, ਤੇ ਇੱਕ ਕੈਨੇਡਾ ਦੇ ਵਿੱਚ ਜਿਹੜਾ ਇੱਕ ਬੰਦਾ ਬੈਠਾ, ਕਿਉਂਕਿ ਕੈਨੇਡਾ ਦੇ ਵਿੱਚ ਇਟਸ ਅ ਰੈਗੂਲੇਟਡ ਪ੍ਰੋਫੈਸ਼ਨ, ਰਾਈਟ, ਤੁਸੀਂ ਵਿਦਆਊਟ ਲਾਇਸੈਂਸ ਪ੍ਰੈਕਟਿਸ ਨਹੀਂ ਕਰ ਸਕਦੇ। ਹੁਣ ਅਗਲੇ ਆਉਣ ਵਾਲੇ ਦਿਨਾਂ 'ਚ ਇੱਕ ਹੋਰ ਅਪਡੇਟ ਦਿੰਦਾ, ਜਿਹੜੇ ਲਾਇਸੈਂਸ ਲੈਣਾ ਵੀ ਚਾਹੁੰਦੇ ਆ, ਜੇ ਸ਼ਾਇਦ ਨਹੀਂ ਪਤਾ ਹੋਏ ਅਪਡੇਟ ਲੋਕਾਂ ਨੂੰ, ਉਹ ਮੈਂ ਤੁਹਾਡੇ ਚੈਨਲ ਦੇ ਥਰੂ ਦੇਣਾ ਚਾਹੁੰਦਾ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਰਫ ਕੈਨੇਡਾ ਦੇ ਵਿੱਚ ਇੱਕੋ ਕਾਲਜ ਯੂਨੀਵਰਸਿਟੀ ਹੋਏਗੀ ਜਿਹੜਾ ਇਹ ਪ੍ਰੋਗਰਾਮ ਦੇਗੀ 16 ਮੰਥ ਦਾ। ਯੈਸ, ਸੋ ਉਸ ਦੇ ਵਿੱਚ ਜਿਹੜਾ ਹੈਗਾ ਜੀ ਰਸ਼ ਬਹੁਤ ਹੈ। ਪਹਿਲਾਂ ਹੀ ਆਈ ਥਿੰਕ 2023 ਤੱਕ ਤਾਂ ਐਡਮਿਸ਼ਨਸ ਹੈ ਹੀ ਨਹੀਂ ਆ। ਨੈਕਸਟ ਥਿੰਗ 777 ਬੈਂਡਸ ਆਇਲਸ ਦੇ ਵਿੱਚ ਲੈਣੇ ਪੈਣਗੇ, ਠੀਕ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਬੈਚਲਰ ਡਿਗਰੀ ਚਾਹੀਦੀ ਆ। ਬੈਚਲਰ ਡਿਗਰੀ ਤੋਂ ਪਹਿਲਾਂ ਤੁਸੀਂ ਕੁਝ ਨਹੀਂ ਕਰ ਸਕਦੇ, ਠੀਕ ਹੈ ਜੀ। ਸੋ ਕੰਪੀਟੈਂਟ ਹੁੰਦਾ ਜਾ ਰਿਹਾ ਹੋਰ ਕਿ ਜਿਹੜਾ ਬੰਦਾ ਡਿਜ਼ਰਵ ਕਰਦਾ ਆ, ਜਿਹੜਾ ਬੰਦੇ ਨੂੰ ਪਤਾ ਆ ਨੌਲੇਜ ਦਾ, ਤੇ ਜਿਹਦੇ ਬੰਦੇ ਕੋਲ ਐਜੂਕੇਸ਼ਨਲ ਕੁਆਲੀਫਿਕੇਸ਼ਨ ਹੈਗੀ, ਉਹੀ ਇਸ ਬੰਨੇ ਜਾ ਸਕਦਾ ਹੈ। ਐਂਡ ਇੱਥੇ ਜਦੋਂ ਕੈਨੇਡਾ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਤੁਸੀਂ ਵੀ ਕੋਈ ਵੀ ਕਲਾਇੰਟ ਆਊਗਾ ਤਾਂ ਉਹਨੂੰ ਜਦੋਂ ਕੰਸਲਟੇਸ਼ਨ, ਇਨੀਸ਼ੀਅਲ ਕੰਸਲਟੇਸ਼ਨ ਜਿਹਨੂੰ ਕਹਿੰਦੇ ਆ, ਰਾਈਟ, ਇੰਡੀਆ ਦੇ ਵਿੱਚ ਇਹ ਟਰਮਸ ਦਾ ਨਹੀਂ ਯੂਜ਼ ਕਰਦੇ ਕਿਉਂਕਿ ਪਤਾ ਹੀ ਨਹੀਂ ਹੁੰਦਾ, ਉੱਥੇ ਸਿਰਫ ਹੁੰਦਾ ਵੀਜ਼ਾ ਆਏਗਾ ਕਿ ਨਹੀਂ ਆਏਗਾ, ਦੋ ਹੀ ਚੀਜ਼ਾਂ, ਠੀਕ ਹੈ। ਤਾਂ ਇੱਥੇ ਇਨੀਸ਼ੀਅਲ ਕੰਸਲਟੇਸ਼ਨ ਦੇ ਵਿੱਚ ਹੀ ਅਸੀਂ ਜੇ ਕਿਸੇ ਦਾ ਪ੍ਰੋਫਾਈਲ ਪਹਿਲਾਂ ਅਸੈਸ ਕਰੀਦੀ ਆ, ਉਹਦੇ ਵਿੱਚ ਹੀ ਉਹਨੂੰ ਚਾਂਸ ਦੱਸ ਦਿੱਤੇ ਤੁਹਾਡੀ ਪ੍ਰੋਫਾਈਲ ਦੇ ਕਿੰਨੇ ਚਾਂਸ ਆ। ਮੈਕਸਿਮਮ ਚਾਂਸ ਜਿਹੜੇ ਜਾਂਦੇ 99% ਤੱਕ ਜਾਂਦੇ ਆ, 100% ਨਹੀਂ ਜਾਂਦੇ। ਤਾਂ ਉੱਥੇ ਉਹਨੂੰ ਪਹਿਲਾਂ ਹੀ ਹਾਈ ਹੋਪਸ ਨਾ ਦਿਓ ਉਸ ਚੀਜ਼ ਤੇ। ਉਹ ਜਿਹੜੀ ਹਾਈ ਹੋਪਸ ਜਿਹੜਾ ਬੰਦਾ ਦਿੰਦਾ, ਚਾਹੇ 99% ਵੀ ਕਹਿ ਰਹੇ ਹੋ, ਪਰ ਜੇ ਉੱਥੇ ਤੁਸੀਂ ਹਾਈ ਹੋਪਸ ਦਿੰਦੇ ਹੋ ਕਲਾਇੰਟ ਨੂੰ, ਜੇ ਉਹਦਾ ਰਿਫਿਊਜ਼ ਹੋ ਜਾਂਦਾ ਤਾਂ ਉਹਨੂੰ ਬਹੁਤ ਉਹ ਚੀਜ਼ ਹਰਟ ਕਰਦੀ ਹੈ। ਸੋ ਉਹਨੂੰ ਪਹਿਲਾਂ ਹੀ ਪ੍ਰਪੇਅਰ ਕਰਕੇ ਰੱਖੋ ਕਿ ਤੁਹਾਡਾ ਰਿਫਿਊਜ਼ ਵੀ ਹੋ ਸਕਦਾ, ਕਿਉਂਕਿ ਕੁਛ ਵੀ ਨਾ ਰੀਜ਼ਨ ਹੋਵੇ ਤਾਂ ਉਹਨਾਂ ਨੇ ਇੱਕ ਸਿੰਪਲ ਜਿਹਾ ਰੀਜ਼ਨ ਦੇਣਾ ਹੁੰਦਾ ਦੈਟ ਵੀ ਆਰ ਨਾਟ ਸੈਟਿਸਫਾਈਡ ਦੈਟ ਯੂ ਵਿਲ ਗੋ ਬੈਕ ਹੋਮ। ਤੁਸੀਂ ਵਾਪਸ ਆਪਣੀ ਕੰਟਰੀ ਜਾਓਗੇ, ਕੈਨੇਡਾ ਛੱਡ ਕੇ। ਟੈਂਪਰੇਰੀ ਵੀਜ਼ੇ ਦੀ ਗੱਲ ਕਰਦਾ, PR ਦੇ ਵਿੱਚ ਬਹੁਤ ਜ਼ਿਆਦਾ ਸਕਸੈਸ ਰੇਟ ਹੁੰਦਾ ਜੇ ਐਲੀਜੀਬਿਲਿਟੀ ਬਣ ਜਾਂਦੀ ਆ। ਰਹੀ ਗੱਲ ਇੰਡੀਆ ਦੀ, ਇੰਡੀਆ ਹੁਣ ਜਿਹੜਾ ਤੁਹਾਡੇ ਚੈਨਲ ਦੇ ਥਰੂ ਮੈਂ ਗੱਲ ਦੱਸਣੀ ਚਾਹੁੰਦਾ ਕਿ ਪੈਕੇਜ ਸਿਸਟਮ ਬੜਾ ਉੱਥੇ ਅੱਜ ਕੱਲ੍ਹ ਦੀ ਡੇਟ 'ਚ ਪ੍ਰਫੁੱਲਤ ਹੈ ਨਾ। ਤਾਂ ਉਸ ਦੀ ਜਿਹੜੀ ਇਨਵੈਂਸ਼ਨ ਆ, ਉਹ ਤੁਹਾਨੂੰ ਪਤਾ ਜਿਹੜੇ ਬੰਦਿਆਂ ਨੇ ਕੀਤੀ ਆ, ਉਹ ਕਿਉਂ ਕੀਤੀ ਗਈ? ਉਹ ਇਸੇ ਲਈ ਕੀਤੀ ਗਈ ਆ ਕਿਉਂਕਿ ਜਦੋਂ ਇੰਡੀਆ ਦੇ ਵਿੱਚ ਕੋਈ ਬੰਦਾ ਕਿਸੇ ਕੋਲ ਜਾਂਦਾ ਹੈ ਨਾ, ਉਹ ਕਹਿੰਦਾ ਯਾਰ ਤੂੰ ਮੇਰੇ ਕੋਲ ਭਾਵੇਂ ਵੀਜ਼ੇ ਤੋਂ ਬਾਅਦ ਮੇਰੇ ਕੋਲ 15-20 ਲੱਖ ਰੁਪਇਆ ਲੈ ਲਾ, ਪਰ ਮੈਂ ਪਹਿਲੋਂ ਕੋਈ ਪੈਸਾ ਨਹੀਂ ਦੇਣਾ।
ਉਹਨਾਂ ਨੇ ਬੰਦਿਆਂ ਨੇ ਇਸੇ ਚੀਜ਼ ਦਾ ਫਾਇਦਾ ਉਠਾਇਆ। ਫਾਇਦਾ ਉਠਾ ਕੇ ਉਹਨਾਂ ਨੇ ਜਿਹੜਾ ਹੈਗਾ ਜੀ, ਜਦੋਂ ਵੀਜ਼ਾ ਲਗਾਉਂਦੇ ਆ ਉਹਦੇ ਵਿੱਚ ਫੇਕ ਡਾਕੂਮੈਂਟੇਸ਼ਨ, ਉਹਦੇ ਵਿੱਚ ਮਾੜਾ ਕਾਲਜ, ਉਹਦੇ ਵਿੱਚ ਮਾੜਾ ਕੋਰਸ, ਉਹਦੇ ਵਿੱਚ ਐਲੀਜੀਬਲ ਬੱਚਾ ਜਿਹੜਾ ਉਹਨੂੰ ਜਿੱਥੇ ਉਹਨੂੰ ਐਡਮਿਸ਼ਨ ਇੱਕ ਵਧੀਆ ਚੰਗੇ ਕਾਲਜ ਦੇ ਵਿੱਚ ਮਿਲ ਸਕਦੀ, ਉਹੀ ਉਹਨੂੰ ਪ੍ਰਾਈਵੇਟ ਕਾਲਜ ਦੇ ਵਿੱਚ ਵੜ ਕੇ ਜਸਟ ਕਿਉਂ ਇਹ ਕੰਸਲਟੈਂਟ ਦੀ ਜ਼ਿਆਦਾ ਗਲਤੀ ਨਹੀਂ ਆ, ਇਹ ਗਲਤੀ ਹੈਗੀ ਜਿਹੜੇ ਬੰਦੇ ਉੱਥੇ ਜਾਂਦੇ ਉਹਨਾਂ ਕੋਲ। ਕਿਉਂਕਿ ਉਹ ਪਹਿਲਾਂ ਹੀ ਉਹਨਾਂ ਨੂੰ ਜਾ ਕੇ ਕਹਿੰਦੇ ਅਸੀਂ ਪੈਸੇ ਦੇਣੇ ਵੀਜ਼ੇ ਤੋਂ ਬਾਅਦ। ਪਰ ਤੁਹਾਨੂੰ ਵੀ ਪਤਾ ਹੈ ਜੇ ਕੈਨੇਡਾ ਦੇ ਵਿੱਚ ਕਰੀਏ ਇਨੀਸ਼ੀਅਲ ਕੰਸਲਟੇਸ਼ਨ ਦੀ ਵੀ ਫੀ ਹੁੰਦੀ ਆ, ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਕਾਲਜ ਦੀ ਫੀਸ ਵੀ ਭਰਨੀ ਹੁੰਦੀ ਹੈ, ਕਾਲਜ ਤੋਂ ਬਾਅਦ GIC ਵੀ ਭਰਨੀ ਹੁੰਦੀ ਹੈ, ਇੱਕ ਪ੍ਰੋਸੀਜਰ ਹੁੰਦਾ, ਸਟੈਪ ਬਾਏ ਸਟੈਪ ਪੈਸੇ ਹੁੰਦੇ ਆ। ਜੇ ਨਹੀਂ ਵੀਜ਼ਾ ਲੱਗਾ ਇਟਸ ਫਾਈਨ, ਬਟ ਇੱਕ ਜਿਹੜਾ ਬੰਦਾ ਤੁਹਾਡੇ ਫਾਈਲ ਤੇ ਮਿਹਨਤ ਕਰ ਰਿਹਾ ਉਹ ਡਿਜ਼ਰਵ ਕਰਦਾ ਕੁਛ ਨਾ ਕੁਛ। ਪਰ ਇੰਡੀਆ ਇਸ ਤੋਂ ਉਲਟ ਆ ਸਰ। ਤਾਂ ਉਸੇ ਚੀਜ਼ ਕਰਕੇ ਮੇਰੇ ਕੋਲ ਹੁਣ ਮੈਂ ਤੁਹਾਨੂੰ ਇੱਥੇ ਜੇ ਮੈਂ ਸਿਨੈਰੀਓ ਸੁਣਾਉਣ ਡਿਆ ਪਾਂ ਤਾਂ ਮੈਨੂੰ ਲੱਗਦਾ ਰਾਤ ਹੋ ਜੂਗੀ। ਠੀਕ ਹੈ, ਬੜੇ ਬੱਚੇ ਇੱਦਾਂ ਦੇ ਵੀ ਆਏ ਕਹਿੰਦੇ ਕਿ ਸਾਨੂੰ ਉੱਥੋਂ ਕਿਹਾ ਗਿਆ ਕਿ ਆ ਜਿਹੜੇ ਕਾਲਜ ਤੁਹਾਨੂੰ ਮੈਂ ਭੇਜ ਰਿਹਾ ਇੱਥੇ ਵਰਕ ਪਰਮਿਟ ਹੈਗਾ, ਉਹ ਤਾਂ ਸਾਨੂੰ ਕਹਿੰਦੇ ਇੱਥੇ ਆਣ ਕੇ ਪਤਾ ਲੱਗਾ ਕਿ ਇੱਕ ਵਰਕ ਪਰਮਿਟ ਦਾ ਚਲੋ ਹੈਗਾ ਹੀ ਨਹੀਂ ਆ। ਬਾਕੀ ਸਾਡੀ ਫੀਸ ਵੀ ਪੂਰੀ ਜਿੰਨੀ ਕਹੀ ਗਈ ਸੀ ਉਹ ਨਹੀਂ ਇੱਥੇ ਹੈਗੀ। ਜਿਹੜੇ ਕਾਲਜ 'ਚ ਹੁਣ ਪ੍ਰੋਮਿਸ ਕਰ ਰਹੇ ਸਾਡਾ ਏਜੰਟ ਫੋਨ ਨਹੀਂ ਚੱਕਦਾ। ਠੀਕ ਹੈ, ਉਹਨਾਂ ਸਾਰੇ ਬੱਚਿਆਂ ਦਾ ਚਲੋ ਅੱਜ ਤੋਂ 2019 ਦੀ ਗੱਲ ਕਰਦਾ, ਸਾਰਿਆਂ ਨੂੰ ਵਧੀਆ ਕਾਲਜ ਦੇ ਵਿੱਚ ਕਰਵਾ ਕੇ ਹੁਣ ਤੱਕ ਵਰਕ ਪਰਮਿਟ ਵੀ ਸਾਰੇ ਅਸੀਂ ਉਹਨਾਂ ਦੇ ਅਪਲਾਈ ਕੀਤੇ ਆ। ਸੋ ਉਹਨਾਂ ਨੂੰ ਕਾਲਜਾਂ ਦੇ ਵਿੱਚ ਐਡਮਿਸ਼ਨ ਦਵਾ ਕੇ ਵਧੀਆ ਗਾਈਡੈਂਸ ਦੇ ਕੇ ਉੱਥੇ ਭੇਜਤਾ, ਵਧੀਆ ਕਾਲਜਸ ਦੇ ਵਿੱਚ ਵਰਕ ਪਰਮਿਟ ਵੀ ਆ ਗਿਆ, PR ਵੀ ਕਰ ਰਹੇ ਲੋਕੀ। ਪਰ ਇੰਡੀਆ ਦੇ ਵਿੱਚੋਂ ਗਾਈਡੈਂਸ ਦੀ ਬਹੁਤ ਪ੍ਰੋਬਲਮ ਹੈ। ਹੁਣ ਜਦੋਂ ਉਹਨਾਂ ਨਾਲ ਗੱਲ ਕਰੀਦੇ ਆ, ਕਈ ਵਾਰੀ ਮਜ਼ਾਕ ਵੀ ਚੱਲਦਾ ਹੁੰਦਾ ਕਿ ਹੁਣ ਦੱਸੋ, ਹੁਣ ਅੱਗੇ ਪਿੱਛੇ ਕਿਸੇ ਨੂੰ ਦੱਸੋਗੇ ਕਿ ਆਓ ਪੈਕੇਜ ਸਿਸਟਮ ਦੇ ਵਿੱਚ। ਸੋ ਜੇ ਤੁਹਾਡੀ ਪ੍ਰੋਫਾਈਲ ਦੀ ਐਲੀਜੀਬਿਲਟੀ ਬਣਦੀ ਵਧੀਆ, ਪੜ੍ਹਿਓ, ਇਹ ਵਾਲਾ ਸਿਸਟਮ ਨਾ ਕਰੋ, ਕਿਉਂਕਿ ਕਾਲਜ ਵਧੀਆ ਨਹੀਂ ਮਿਲਦਾ। ਤੁਹਾਡਾ ਫਿਊਚਰ ਠੀਕ ਆ, ਇੱਥੋਂ ਗਾਈਡੈਂਸ ਵੀ ਜਾਂਦੀ ਹੋਏਗੀ ਫਰੈਂਡ ਦੀ ਕਿ ਹਾਂ ਯਾਰ ਤੂੰ ਆਣ ਕੇ ਟਰੱਕ ਚਲਾਣੀ, ਹਾਂ ਯਾਰ ਤੂੰ ਉਬਰ ਕਰ ਲਈ, ਬਟ ਇਹੀ ਚੀਜ਼ਾਂ ਨਹੀਂ ਹੁੰਦੀਆਂ। ਹੋਰ ਵੀ ਪ੍ਰੋਫੈਸ਼ਨ ਬੜੇ ਆ। ਜੇ ਕਿਸੇ ਹੋਰ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਜਾਣਾ ਆ, ਤੁਹਾਨੂੰ ਨੌਲੇਜ ਹੋਣੀ ਉਸ ਚੀਜ਼ ਦੀ ਬਹੁਤ ਜ਼ਰੂਰੀ ਆ। ਇਹ ਜ਼ਰੂਰ ਹੈ ਕਿ ਜਿਹੜੀ ਟਰੱਕਿੰਗ ਹੈ ਜਾਂ ਜਿਹੜੀ ਆਪਣਾ ਉਬਰ ਵਗੈਰਾ ਬਹੁਤ ਵਧੀਆ ਪ੍ਰੋਫੈਸ਼ਨ ਹੈ, ਇਹਨਾਂ ਦੇ ਵਿੱਚ ਜਾਣਾ, ਇਹਨਾਂ ਦੇ ਵਿੱਚ ਵੀ ਪ੍ਰੋਗਰਾਮਸ ਹੈਗੇ, ਮਾਸਟਰੀ ਕਰਨੀ ਹੈ ਜੇ ਤੁਸੀਂ ਇਹਨਾਂ ਦੀ। ਪਰ ਜੇ ਤੁਸੀਂ ਹੋਰ ਕਿਸੇ ਪ੍ਰੋਫੈਸ਼ਨ ਜਾਣਾ, ਉਹਨੂੰ 4-5 ਸਾਲ ਲੱਗਦੇ ਆ। ਦੈਟ ਇਨਕਲੂਡਸ ਯੂਰ ਸਟੱਡੀ ਐਜ਼ ਵੈਲ, ਦੈਟ ਇਨਕਲੂਡਸ ਯੂਰ ਵਰਕ ਐਕਸਪੀਰੀਅੰਸ ਐਜ਼ ਵੈਲ, ਐਂਡ ਉਹ ਚੀਜ਼ ਕਰਕੇ ਫਿਰ ਹੀ ਤੁਸੀਂ ਆਪਣਾ ਜਿਹੜਾ ਕਰੀਅਰ ਸਕਸੈਸਫੁਲੀ ਲਾਂਚ ਕਰ ਸਕਦੇ ਹੋ। ਠੀਕ ਹੈ ਜੀ। ਤੇ ਬਾਈ ਜੀ ਹੁਣ ਇੱਕ ਸਮਾਂ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਜਿਹੜੇ ਸਾਡੇ ਭਖਦੇ ਹੋਏ ਮੁੱਦੇ ਇਸ ਵੇਲੇ ਚੱਲ ਰਹੇ ਆ, ਬਹੁਤ ਸਾਰੇ ਬਾਈ ਜੀ ਉਹਨਾਂ ਨਾਲ ਵੀ ਮੇਰੀ ਡਿਸਕਸ਼ਨ ਹੋਈ ਹੈ ਪਹਿਲਾਂ। ਉਹ ਕਹਿੰਦੇ ਸਾਨੂੰ ਵੀ ਬਹੁਤ ਫੋਨ ਆ ਰਹੇ ਹੋਰ ਕੰਟਰੀਜ਼ ਤੋਂ ਵੀ, ਇੰਡੀਆ ਤੋਂ ਵੀ, ਹੈ ਨਾ, ਕਿ ਡਰੋ ਥੱਲੇ ਆ ਗਿਆ ਜਾਂ ਕੀ ਬਣ ਰਿਹਾ। ਕਿਉਂਕਿ ਹਜੇ ਵੀ ਉਹ ਐਗਜ਼ੈਕਟਲੀ ਕੁਝ ਜਿਹੜੇ ਰਿਸਰਚ ਕਰਦੇ ਆ ਜਾਂ ਜਿਹੜੇ ਚੰਗੀ ਤਰ੍ਹਾਂ ਖਬਰ ਸੁਣਦੇ, ਉਹਨਾਂ ਨੂੰ ਪਤਾ ਹੈ ਕਿ ਐਗਜ਼ੈਕਟਲੀ ਉਹ ਡਰੋ ਕਿੱਦਾਂ ਆਇਆ ਥੱਲੇ ਤੇ ਕੀ ਉਹਦੀਆਂ ਰਿਕੁਆਇਰਮੈਂਟ ਆ ਫਾਈਲ ਲਾਉਣ ਲਈ। ਬਟ ਕੁਝ ਲੋਕਾਂ ਨੂੰ ਹਜੇ ਵੀ ਕਨਫਿਊਜ਼ਨ ਆ, ਕੁਝ ਸਟੂਡੈਂਟਸ ਨੂੰ ਹਜੇ ਵੀ ਕਨਫਿਊਜ਼ਨ ਆ। ਸਪੈਸ਼ਲੀ ਉਹ ਕਨਫਿਊਜ਼ਨ ਦੂਰ ਕਰਨ ਵਾਸਤੇ, ਚਾਹੇ ਉਹ ਇੰਡੀਆ ਬੈਠਾ ਸਟੂਡੈਂਟ ਆਣਾ ਉਹਨਾਂ ਨੇ ਹਜੇ, ਚਾਹੇ ਉਹ ਇੱਥੇ ਪਹਿਲਾਂ ਬੈਠੇ ਹੋਏ ਆ, ਤੇ ਉਹਦੇ ਵਾਸਤੇ ਬਾਈ ਜੀ ਉਹਨਾਂ ਦਾ ਸਪੈਸ਼ਲੀ ਅੱਜ ਦਾ ਆਪਾਂ ਪ੍ਰੋਗਰਾਮ ਰੱਖਿਆ। ਤੇ ਨੈਕਸਟ ਸੈਗਮੈਂਟ ਤੇ ਆਪਾਂ ਇੱਥੇ ਹੀ ਗੱਲ ਕਰਾਂਗੇ, ਇਸ ਤੋਂ ਬਾਅਦ ਸ਼ੁਰੂ ਕਰਾਂਗੇ ਕਿ ਹਾਂ ਵੀ ਕਿਹੜੀਆਂ ਚੀਜ਼ਾਂ ਉਹਦੇ ਵਿੱਚ ਹੈਗੀਆਂ। ਤੇ ਹੁਣ ਸਮਾਂ ਹੋ ਗਿਆ ਜੀ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਜੀ ਹਾਂ ਦੋਸਤੋ, ਜੇ ਤੁਸੀਂ ਆਪਣੇ ਟਰੱਕ ਜਾਂ ਟ੍ਰੇਲਰ ਦੀ ਮੁਰੰਮਤ ਦਾ ਕੰਮ ਤਸੱਲੀ ਬਖਸ਼ ਅਤੇ ਬਿਨਾਂ ਸਮਾਂ ਖਰਾਬ ਕੀਤਿਆਂ ਕਰਾਉਣਾ ਚਾਹੁੰਦੇ ਹੋ ਤਾਂ ਭਰੋਸੇਯੋਗ ਇੱਕੋ ਇੱਕ ਨਾਂ BTS ਟਰੱਕ ਰਿਪੇਅਰ। ਇੱਥੋਂ ਤੁਸੀਂ ਟਰੈਕਟਰ, ਟ੍ਰੇਲਰ, ਰੀਫਰ, ਇੰਜਨ, ਟਰਾਂਸਮਿਸ਼ਨ ਅਤੇ ਸਸਪੈਂਸ਼ਨ ਦਾ ਰਿਪੇਅਰ ਦਾ ਕੰਮ ਸਰਟੀਫਾਈਡ ਟੈਕਨੀਸ਼ੀਅਨਸ ਵੱਲੋਂ ਕਰਵਾ ਸਕਦੇ ਹੋ। ਜੀ ਹਾਂ, BTS ਟਰੱਕ ਰਿਪੇਅਰ 39115 ਮੇਪਲ ਐਵਨਿਊ, ਵੇਨ, ਮਿਸ਼ੀਗਨ ਵਿਖੇ ਵਾਕਿਆ ਹੈ। ਫੋਨ ਨੰਬਰ 734 419 1408 734 419 1408 BTS ਟਰੱਕ ਰਿਪੇਅਰ। ਡਰਾਈਵਰ ਵੀਰਾਂ ਤੇ ਓਨਰ ਆਪਰੇਟਰਸ ਲਈ ਖਾਸ ਦੋਸਤੋ, ਤੁਸੀਂ ਲੋਡ ਬੁਕਿੰਗ ਦੀ ਚਿੰਤਾ ਛੱਡ ਆਪਣਾ ਪੂਰਾ ਧਿਆਨ ਡਰਾਈਵਿੰਗ ਉੱਤੇ ਲਗਾਓ। ਰੋਡੈਕਸ ਪ੍ਰੋਫੈਸ਼ਨਲ ਡਿਸਪੈਚ ਲੋਡ ਬੁਕਿੰਗ, ਕਰੀਅਰ ਪੈਕਟ ਭੇਜਣ, ਟ੍ਰੇਸਿੰਗ, ਟਰੈਕਿੰਗ ਦੀਆਂ ਸੇਵਾਵਾਂ ਮੁਹੱਈਆ ਕਰਾਉਂਦਾ। ਟਰੱਕਿੰਗ ਇੰਡਸਟਰੀ ਵਿੱਚ ਸਾਡਾ ਡਿਸਪੈਚ ਦਾ ਲੰਬਾ ਤਜਰਬਾ ਹੈ। ਸ਼ਿਪਰਸ ਬ੍ਰੋਕਰਸ ਨਾਲ ਸਿੱਧਾ ਰਾਬਤਾ ਹੋਣ ਕਾਰਨ ਤੁਹਾਡੇ ਲਈ ਬਹੁਤ ਵਧੀਆ ਕੀਮਤਾਂ ਉੱਤੇ ਲੋਡ ਬੁੱਕ ਕਰ ਸਕਦੇ ਹਾਂ। ਤੁਸੀਂ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ, ਉਹ ਵੀ ਬਿਨਾਂ ਕਿਸੇ ਕੰਟਰੈਕਟ ਦੇ। ਜਾਣਕਾਰੀ ਲਈ ਨੰਬਰ 313 855 5623। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਬਹੁਤ ਸਵਾਗਤ ਹੈ। ਤੇ ਜੋਬਨ ਜੀ ਹੁਣ ਆਪਾਂ ਅੱਗੇ ਗੱਲ ਕਰਨਾ ਚਾਹਾਂਗੇ ਜੋ ਇਸ ਵੇਲੇ ਇੱਕ ਭਖਦਾ ਹੋਇਆ ਮੁੱਦਾ ਨਾ ਚੱਲ ਰਿਹਾ ਕਿ ਇਕੱਠੇ ਮਤਲਬ ਕਿ 27,000 ਕੁਛ ਬੱਚੇ ਨੂੰ ਇਨਵਾਈਟ ਆਇਆ। ਹਾਂਜੀ। ਤੇ ਜਿਹੜੇ ਪੁਆਇੰਟ ਆ ਜਿਹੜੇ ਹੁਣ ਕੁਝ ਡਰੋ ਪਹਿਲਾਂ ਵੀ CEC ਦੇ ਆਏ ਸੀ, ਆਈ ਥਿੰਕ 450, ਹਾਂਜੀ 454 ਇਦਾਂ ਦੇ ਡਰੋ ਆਏ ਸੀ। ਤੇ ਹੁਣ ਸਿੱਧਾ ਉਹਨਾਂ ਨੇ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰੋ ਆ ਜਿਹੜਾ ਉਹ 75 ਤੇ ਲੈ ਆਂਦਾ। ਹਾਂਜੀ।
ਤੇ ਉਹਦੀਆਂ ਥੋੜੇ ਜਿਹੇ ਸਾਡੇ ਦਰਸ਼ਕ ਇਹ ਪੁੱਛ ਰਹੇ ਸੀ ਕਿ ਉਹਦੀਆਂ ਰਿਕੁਆਇਰਮੈਂਟਸ ਕੀ ਹੈ, ਕਿ ਹਾਂ ਵੀ ਜਿਹੜਾ ਉਹਦੇ 'ਚ ਇੱਕ ਇਹ ਵੀ ਦੱਸ ਦਿਓ ਕਿ ਕਿਹੜੇ ਨੌਕ ਕੋਡ ਕਵਰ ਕਰਦੇ ਆ, ਤੇ ਉਹਦੇ ਤੋਂ ਬਾਅਦ ਇੱਕ ਚੀਜ਼ ਹੋਰ ਕਿ ਉਹਦੇ 'ਚ ਸਟੱਡੀ ਦੀ ਕੀ ਰਿਕੁਆਇਰਮੈਂਟ ਹੈ, ਕਿ ਕਿੰਨੀ ਤੁਹਾਡੀ ਐਜੂਕੇਸ਼ਨ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਸੋ ਕੁਐਸਚਨ ਇਹ ਥੋੜਾ ਡਿਟੇਲ 'ਚ ਜਾਵਾਂਗੇ, ਥੋੜਾ ਟਾਈਮ ਜ਼ਿਆਦਾ ਲੱਗ ਸਕਦਾ, ਪਰ ਮੈਂ ਸਾਰੀ ਚੀਜ਼ ਨੂੰ ਕਵਰ ਕਰਨਾ ਚਾਹੁੰਦਾ ਚੰਗੀ ਤਰ੍ਹਾਂ। ਹਾਂਜੀ। ਤਾਂ ਐਕਸਪ੍ਰੈਸ ਐਂਟਰੀ ਦੀ ਪਹਿਲਾਂ ਆਪਾਂ ਨੂੰ ਸਿਸਟਮ ਸਮਝਣ ਦੀ ਲੋੜ ਹੈ ਕਿ ਐਕਸਪ੍ਰੈਸ ਐਂਟਰੀ ਐਕਚੁਅਲ 'ਚ ਹੈ ਕੀ। ਸੋ ਐਕਸਪ੍ਰੈਸ ਐਂਟਰੀ ਬੇਸਿਕਲੀ ਜਿਹੜਾ ਹੈਗਾ 2015 'ਚ ਲਾਂਚ ਹੋਇਆ ਪ੍ਰੋਗਰਾਮ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ। ਪਹਿਲੋਂ ਜਿਹੜਾ ਸੀਗਾ ਕਿ ਸਿਰਫ 67 ਪੁਆਇੰਟਸ 100 ਚੋਂ ਬਣਾਉਣੇ ਹੁੰਦੇ ਸੀਗੇ FSW ਪ੍ਰੋਗਰਾਮ ਦੇ ਵਿੱਚ ਜਿਹੜੇ ਬੰਦੇ ਕੈਨੇਡਾ ਤੋਂ ਬਾਹਰ ਬੈਠੇ ਆ, ਤਾਂ ਉਹ ਜਿਹੜਾ ਇੰਨਾ ਜਿਹੜਾ ਹੈਗਾ ਜੀ ਪੁਆਇੰਟਸ ਬਣਾ ਕੇ ਜੇ ਐਲੀਜੀਬਲ ਬਣਦੇ ਕੁਝ ਆਕੂਪੇਸ਼ਨਸ ਹੁੰਦੀਆਂ ਸੀਗੀਆਂ, ਆਕੂਪੇਸ਼ਨ ਨੂੰ ਇਨਵਾਈਟ ਮਿਲ ਜਾਂਦਾ ਸੀਗਾ। ਉਸ ਤੋਂ ਬਾਅਦ ਕੀ ਆ, ਐਕਸਪ੍ਰੈਸ ਐਂਟਰੀ ਸਿਸਟਮ ਲਾਂਚ ਹੋਇਆ, 3 ਪ੍ਰੋਗਰਾਮ, ਫੈਡਰਲ ਸਕਿਲਡ ਵਰਕਰ, ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਫੈਡਰਲ ਸਕਿਲ ਟ੍ਰੇਡ ਦਾ ਪ੍ਰੋਗਰਾਮ 3। ਇਹਨਾਂ ਪ੍ਰੋਗਰਾਮਸ ਦੇ ਵਿੱਚੋਂ ਪਹਿਲੋਂ ਤੁਹਾਨੂੰ ਇੱਕ ਪ੍ਰੋਗਰਾਮ 'ਚ ਐਲੀਜੀਬਲ ਹੋਣਾ ਪੈਂਦਾ, ਚਾਹੇ ਤੁਸੀਂ FSW 'ਚ, ਚਾਹੇ CC 'ਚ, ਚਾਹੇ FST 'ਚ। ਨੈਕਸਟ ਥਿੰਗ, ਫਿਰ ਤੁਸੀਂ ਆਪਣੀ ਫਾਈਲ ਜਿਹੜੀ ਐਕਸਪ੍ਰੈਸ ਐਂਟਰੀ ਪੂਲ ਜਦੋਂ ਪਾਉਂਦੇ ਤੁਹਾਨੂੰ ਦੱਸਦਾ ਸਿਸਟਮ ਦੈਟ ਯੂ ਆਰ ਐਲੀਜੀਬਲ ਇਨ ਵਨ ਆਫ ਦੋਸ ਪ੍ਰੋਗਰਾਮਸ। ਉਸ ਤੋਂ ਬਾਅਦ ਤੁਹਾਡਾ CRS ਸਕੋਰ, ਕੰਪਰੀਹੈਂਸਿਵ ਰੈਂਕਿੰਗ ਸਕੋਰ ਆਉਂਦਾ ਹੈ, ਉਹਦੇ ਵਿੱਚ ਜਿੰਨਾ ਸਕੋਰ ਹੁੰਦਾ ਹੈ ਉਹਦੇ ਹਿਸਾਬ ਦੇ ਨਾਲ ਕੱਟ ਆਫ ਆਉਂਦੇ, ਡਰਾਜ਼ ਆਉਂਦੇ ਆ ਜਿਨ੍ਹਾਂ ਦੇ ਵਿੱਚ ITS ਲੋਕਾਂ ਨੂੰ ਆਉਂਦੇ ਆ। ਤਾਂ ਇਹ ਵਾਲਾ ਜਿਹੜਾ ਡਰਾ ਸੀਗਾ 75 ਦਾ, ਕਿਸੇ ਨੇ ਐਕਸਪੈਕਟ ਨਹੀਂ ਸੀਗਾ ਕੀਤਾ, ਨਾ ਹੀ ਅਸੀਂ ਕੀਤਾ ਸੀਗਾ, ਬਟ ਇਸ ਡਰਾ ਤੋਂ ਬਾਅਦ ਜਿਹੜੀਆਂ ਬਿਲਕੁਲ ਹੀ ਇਮੀਗ੍ਰੇਸ਼ਨ 2021 ਦੇ ਵਿੱਚ ਚੇਂਜ ਹੋਣ ਦੇ ਆਸਾਰ ਹੈਗੇ ਆ, ਤਾਂ ਉਹਦੇ ਬਾਰੇ ਵੀ ਮੈਂ ਜਾਣਕਾਰੀ ਦਊਂਗਾ ਥੋੜੀ ਜੀ। ਇਸ ਤੋਂ ਬਾਅਦ ਜਿਹੜੀ ਇਹ ਵਾਲਾ ਡਰਾ ਆਇਆ, ਇਹ ਡਰਾ ਆਇਆ CC ਕੈਨੇਡੀਅਨ ਐਕਸਪੀਰੀਅੰਸ ਕਲਾਸ। ਸੋ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੀ ਹੈਗੀ, ਜਿੰਨਾ ਵੀ ਇੰਡੀਵਿਜੂਅਲਸ ਕੋ 1 ਸਾਲ ਦਾ ਕੈਨੇਡਾ ਦਾ ਐਕਸਪੀਰੀਅੰਸ ਹੈਗਾ ਇਨ ਕੈਟੇਗਰੀ NOC ਕੈਟੇਗਰੀ OAB। ਠੀਕ ਹੈ ਜੀ। C ਤੇ D ਵਾਲੇ ਨਹੀਂ ਇਨਕਲੂਡ ਹੈਗੇ, ਜਿਹੜੇ ਸਕਿਲਡ ਵਰਕਰਸ ਜਿਨ੍ਹਾਂ ਨੂੰ ਕਹਿ ਲੈਂਦੇ ਆਪਾਂ, ਉਹ ਜੀ ਉਹਦੇ ਰਿਲੇਟਿਡ ਉਹਨਾਂ ਨੇ 1 ਸਾਲ ਦਾ ਉਹਨਾਂ ਕੋਲ ਕੈਨੇਡੀਅਨ ਐਕਸਪੀਰੀਅੰਸ ਯਾਨੀ ਕਿ ਕੈਨੇਡੀਅਨ ਤਜਰਬਾ ਹੈਗਾ, ਤਾਂ ਉਹ IELTS ਦੀ ਜਾਂ SELPIP ਦੀ ਯਾਨੀ ਕਿ ਇੰਗਲਿਸ਼ ਪ੍ਰੋਫੀਸ਼ੀਐਂਸੀ ਪੂਰੀ ਕਰਦੇ ਆ। ਰਿਕੁਆਇਰਮੈਂਟ ਕੀ ਉਹਦੇ ਵਿੱਚ, ਜੇ ਤੁਸੀਂ NOC ਲੈਵਲ B ਦੀ ਜੌਬ ਕਰ ਰਹੇ ਹੋ ਤਾਂ ਤੁਹਾਡੇ ਕੋਲ ਜਿਹੜਾ ਜੀ CLB 5, IELTS ਦੀ ਗੱਲ ਕਰੀਏ ਰੀਡਿੰਗ 'ਚੋਂ 4, ਬਾਕੀਆਂ 'ਚੋਂ 5, ਤੇ ਜੇ ਤੁਸੀਂ NOC OA 'ਚ ਕੰਮ ਕਰ ਰਹੇ ਹੋ CLB ਲੈਵਲ ਕੈਨੇਡੀਅਨ ਲੈਂਗੁਏਜ ਬੈਂਚਮਾਰਕ 7। ਇਹ ਤੁਸੀਂ ਗੂਗਲ ਤੇ ਜਾ ਕੇ ਚੈੱਕ ਕਰ ਸਕਦੇ, ਇੱਥੇ ਜ਼ਿਆਦਾ ਥੋੜਾ ਜਿਹਾ ਕਨਫਿਊਜ਼ ਕਰ ਦੇਗੀ ਟਰਮ। CLB ਲੈਵਲ 7 ਤੁਸੀਂ ਜੇ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਐਲੀਜੀਬਲ ਹੋ ਇਸ ਦੇ ਵਿੱਚ। ਐਂਡ ਐਜੂਕੇਸ਼ਨ ਦੀ ਕੀ ਰਿਕੁਆਇਰਮੈਂਟ ਹੈ, ਹਾਈ ਸਕੂਲ ਚਾਹੀਦਾ, ਬਟ ਮੋਸਟਲੀ ਇੰਟਰਨੈਸ਼ਨਲ ਸਟੂਡੈਂਟਸ ਇਹਦੇ ਵਿੱਚ ਇਨਵਾਈਟ ਕੀਤੇ ਗਏ, ਉਹਨਾਂ ਕੋਲ 2-2 ਸਾਲ ਦੇ ਡਿਪਲੋਮੇ ਜਾਂ ਇੰਡੀਆ ਤੋਂ ਬੈਚਲਰ, ਇੱਥੇ 1 ਤੋਂ 2 ਸਾਲ ਦੇ ਡਿਪਲੋਮੇ ਹੈਗੇ ਸੀਗੇ। ਤੇ IELTS ਦੀ ਰਿਕੁਆਇਰਮੈਂਟ ਜਿਨ੍ਹਾਂ ਨੇ ਮਿਨੀਮਮ ਵੀ ਜਿਨ੍ਹਾਂ ਕੋਲ ਹੈਗੀ ਸੀਗੀ ਉਹ ਵੀ ਏਜ ਦੇ ਵਿੱਚ ਇਨਵਾਈਟ ਹੋ ਗਏ। ਸੋ ਇਸ ਕਰਕੇ 27,000 ਪਲੱਸ ਬੰਦੇ ਉਹਨਾਂ ਨੇ ਪੱਕੇ ਕੀਤੇ ਆ। ਅਗਲੀ ਗੱਲ, 2021 ਦੇ ਵਿੱਚ ਕੀ ਪ੍ਰੈਡਿਕਸ਼ਨ ਕੀਤੀ ਜਾ ਸਕਦੀ ਇਹਦੇ ਲਈ, ਤਾਂ ਮੈਂ ਦੱਸਣਾ ਚਾਹੁੰਦਾ ਥੋੜ੍ਹੀਆਂ ਜਿਹੀਆਂ ਕੈਲਕੂਲੇਸ਼ਨਸ ਆ ਜਿਹੜੀਆਂ ਅਸੀਂ ਵੀ ਆਪਣੀ ਹਰ ਕੋਈ ਆਪਣੀ ਇੰਡਸਟਰੀ ਦਾ ਜਿਹੜਾ ਸਪੈਸ਼ਲਿਸਟ ਹੁੰਦਾ ਉਹ ਕਰਕੇ ਰੱਖਦਾ ਹੈ। ਸੋ ਇਹ ਪ੍ਰੈਡਿਕਸ਼ਨ ਕਰ ਲੈਂਦੇ ਆ। ਸੋ ਐਕਸਪ੍ਰੈਸ ਐਂਟਰੀ ਦਾ ਇੱਕ ਅਪਰੋਕਸੀਮੇਟ ਲੈਵਲ ਦੀ ਗੱਲ ਕੀਤੀ ਜਾਵੇ, ਜੇ 4,01,000 ਬੰਦੇ ਦੀ ਅਪਰੋਕਸੀਮੇਟਲੀ ਇਮੀਗ੍ਰੇਸ਼ਨ ਲੈਵਲ ਹੈਗੇ 2021 ਦੇ, ਤਾਂ ਉਹਦੇ ਚੋਂ 1,03,000 ਦੇ ਕਰੀਬ ਬੰਦੇ ਅਪਰੋਕਸੀਮੇਟਲੀ ਬੰਦੇ ਐਕਸਪ੍ਰੈਸ ਐਂਟਰੀ ਦੇ ਥਰੂ ਜਿਹੜੇ ਇਨਵਾਈਟ ਹੋਣੇ ਆ। ਉਸ ਦੇ ਵਿੱਚੋਂ 2 ਮਹੀਨੇ ਆਲਰੇਡੀ ਪਾਸ ਹੋ ਚੁੱਕੇ ਆ, 37,000 ਇਨਵੀਟੇਸ਼ਨ ਅਪਰੋਕਸੀਮੇਟਲੀ ਆ ਚੁੱਕਿਆ ਬੰਦਿਆਂ ਨੂੰ। ਅਗਲੇ 2 ਤੋਂ 3 ਮਹੀਨਿਆਂ ਦੇ ਵਿੱਚ ਜੇ 30,000 ਬੰਦਾ ਇਨਵਾਈਟ ਨਹੀਂ ਕਰਦੇ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਦੇ ਵਿੱਚ, ਐਕਸਪ੍ਰੈਸ ਐਂਟਰੀ ਦੇ ਵਿੱਚ 30,000 ਬੰਦਾ ਇਨਵਾਈਟ ਨਹੀਂ ਕਰਦੇ, ਤਾਂ ਉਹਨਾਂ ਦੇ ਜਿਹੜੇ ਇਮੀਗ੍ਰੇਸ਼ਨ ਲੈਵਲ ਜਿਹੜੇ ਕਿ ਆਲਰੇਡੀ 2020 ਚ ਪੂਰੇ ਨਹੀਂ ਹੋਏ, ਤਾਂ 2021 ਦੇ ਵਿੱਚ ਵੀ ਉਹ ਪੂਰੇ ਹੋਣ ਦੀ ਆਸ ਨਹੀਂ ਹੈਗੀ। ਅਗਲੀ ਗੱਲ, ਜੇ 2021 ਦੇ ਵਿੱਚ ਉਹਨਾਂ ਨੇ ਐਕਸਪ੍ਰੈਸ ਐਂਟਰੀ ਦੇ ਵਿੱਚ ਬੰਦੇ ਇਨਵਾਈਟ ਕਰਨੇ ਆ, ਤਾਂ ਉਹ ਜਿਹੜੇ ਬੰਦੇ ਆ ਉਹ ਕੈਨੇਡਾ ਦੇ ਵਿੱਚੋਂ ਇਨਵਾਈਟ ਕਰਨਗੇ ਜ਼ਿਆਦਾ। ਉਹਦਾ ਰੀਜ਼ਨ ਇਹ ਆ ਕਿਉਂਕਿ ਡਿਊ ਟੂ COVID-19 ਰਿਸਟ੍ਰਿਕਸ਼ਨਸ, ਡਿਊ ਟੂ COVID-19 ਪੈਂਡੇਮਿਕ, ਇਹ ਜਿਹੜੀ ਚੀਜ਼ ਹੈਗੀ ਆ ਇਹ ਬਹੁਤ ਇਫੈਕਟ ਕਰ ਰਹੀ ਆ। ਤਾਂ ਜਿਹੜੇ ਕੈਨੇਡਾ ਦੇ ਅੰਦਰ ਬੰਦੇ ਆ ਉਹ ਵੀ ਬਹੁਤ ਜ਼ਿਆਦਾ ਆ, ਲਾਈਕ ਲੈਕਸ ਆਫ ਸਟੂਡੈਂਟਸ ਆਰ ਹੇਅਰ, ਰਾਈਟ, ਐਂਡ ਆਲਸੋ ਫੋਰਨ ਵਰਕਰਸ ਵੀ ਇੱਥੇ ਹੈਗੇ ਆ, ਜਿਨ੍ਹਾਂ ਨੂੰ LMIS ਵਗੈਰਾ ਜਿਹੜੇ ਹੈਗੇ ਆ, ਸਪਾਊਸਲ ਓਪਨ ਵਰਕ ਪਰਮਿਟ ਵਾਲੇ ਵੀ ਹੈਗੇ ਆ, ਉਹ ਵੀ ਐਲੀਜੀਬਲ ਹੋ ਜਾਂਦੇ ਇਹਦੇ ਵਿੱਚ ਜੇ ਉਹਨਾਂ ਕੋਲ 1 ਸਾਲ ਦਾ ਐਕਸਪੀਰੀਅੰਸ ਹੈਗਾ। ਤਾਂ ਉਹ ਇਹਨਾਂ ਜਿਨ੍ਹਾਂ ਕੋਲ 1 ਸਾਲ ਦਾ ਐਕਸਪੀਰੀਅੰਸ, ਉਹਨਾਂ ਨੂੰ ਜ਼ਿਆਦਾ ਪ੍ਰਾਇਮਰੀਲੀ ਫੋਕਸ ਕਰਨਗੇ ਐਂਡ ਉਹਨਾਂ ਨੂੰ ਇਨਵੀਟੇਸ਼ਨਸ ਆਉਣ ਦੇ ਜ਼ਿਆਦਾ ਚਾਂਸਸ ਹੈਗੇ ਆ। ਤਾਂ ਜੇ ਤੁਸੀਂ ਇਹ ਵਾਲਾ ਚਾਂਸ ਮਿਸ ਕਰ ਦਿੱਤਾ ਤਾਂ ਡਰਨ ਦੀ ਜਾਂ ਘਬਰਾਉਣ ਦੀ ਜਾਂ ਬੈਡ ਫੀਲ ਕਰਨ ਦੀ ਕੋਈ ਜ਼ਰੂਰਤ ਨਹੀਂ ਆ, ਕਿਉਂਕਿ ਜਿਹੜਾ ਬੰਦਾ ਇੱਕ +2 ਵਾਲਾ, ਜੇ ਉਹਦੇ CLB ਲੈਵਲ ਫੋਰ ਐਗਜ਼ਾਮਪਲ ਤੁਹਾਡੇ ਕੋਲ 7 ਬੈਂਡ ਹੈਗੇ ਆ, 6.5-7 ਬੈਂਡ ਹੈਗੇ ਆ, ਜੇ ਤੁਸੀਂ +2 ਕੀਤੀ ਹੈ, ਜੇ ਬੈਚਲਰ ਕੀਤੀ ਆ ਤਾਂ 7 ਓਵਰਆਲ ਬੈਂਡ ਹੈਗੇ ਆ, ਤੇ ਤੁਹਾਡੇ ਉੱਦਾਂ ਵੀ ਸਕੋਰ ਆ ਜਿਹੜੇ ਵਧੀਆ ਪਹੁੰਚ ਜਾਂਦੇ ਆ। 400+ ਸਕੋਰਸ ਆ ਜਿਹੜੇ
ਉਹ ਹੋ ਜਾਂਦੇ ਆ। ਤਾਂ ਜੇ ਅਗਲਾ ਡਰਾ ਫੋਰ ਐਗਜ਼ਾਮਪਲ 350 ਤੋਂ 430 420 410 ਦੇ ਵਿੱਚ ਵੀ ਹੁੰਦਾ, ਫਿਰ ਵੀ ਤੁਹਾਡੇ ਬਹੁਤ ਬ੍ਰਾਈਟ ਚਾਂਸਿਸ ਹੈ। ਇਹ ਜਿਹੜਾ ਡਰਾ ਸੀਗਾ ਲਾਸਟ ਵਾਲਾ, ਇਹ ਤੇ ਬਹੁਤ ਲੱਕੀ ਬੰਦੇ ਇਹਦੇ ਵਿੱਚ ਇਨਵਾਈਟ ਹੋਏ ਆ ਕਿ ਜਿਨ੍ਹਾਂ ਨੇ ਉਦਾਂ ਹੀ ਫਾਈਲਾਂ ਪਾ ਕੇ ਰੱਖੀਆਂ, ਯਾਰ ਕੋਈ ਨਹੀਂ ਵੇਖੀ ਜਾਊਗੀ, ਚਲੋ ਪਾ ਦਿੰਦੇ ਆ ਫਾਈਲ। ਇੱਕ ਤਾਂ ਜੀ ਇਹਦੇ 'ਚ ਇਹ ਵੀ ਹੋਇਆ ਕਿ ਜਦੋਂ ਸਪੈਸ਼ਲੀ ਇੱਕ ਸਟੂਡੈਂਟ ਜੋ ਇੱਕ ਟ੍ਰੈਂਡ ਚੱਲਦਾ ਹੁੰਦਾ, ਹਾਂਜੀ ਉਹਦੇ ਹਿਸਾਬ ਨਾਲ ਉਹਨੂੰ ਫੋਲੋ ਕਰਦਾ ਨਾ, ਹਾਂਜੀ ਤੇ ਉਹ ਕੀ ਕਰਦਾ ਕਿ ਕਈ ਵਾਰੀ ਜਦੋਂ ਚਾਹੇ ਉਹਦੀ ਮਿਨੀਮਮ ਬੈਂਡ ਰਿਕੁਆਇਰਮੈਂਟ 5 ਹੀ ਆ, ਹਾਂਜੀ ਜਦੋਂ ਉਹਦੇ 5 5.5 ਬੈਂਡ ਆ ਜਾਂਦੇ ਆ, ਹਾਂਜੀ ਉਹ ਆਪਣੀ ਪ੍ਰੋਫਾਈਲ ਨਹੀਂ ਕ੍ਰੀਏਟ ਕਰਦਾ। ਹਾਂਜੀ ਉਹ ਸੋਚਦਾ ਕਿ ਹਾਂ ਵੀ ਮੈਂ ਬੈਂਡ ਪਹਿਲਾਂ ਵਧਾ ਲਵਾਂ, ਹਾਂਜੀ ਕਿ ਮਿੱਥ ਹੁੰਦੀ ਆ ਕਿ ਤੇਰੇ ਪੁਆਇੰਟ ਨਹੀਂ ਨਹੀਂ ਬਣਦੇ। ਬਟ ਜਿਨ੍ਹਾਂ ਨੇ ਕਿ ਹਾਂ ਵੀ ਥੋੜੀ ਜਿਹੀ ਸਮਝਦਾਰੀ ਵਰਤ ਕੇ ਹਾਂਜੀ ਕਿ ਆਪਾਂ ਅੱਜ ਦੀ ਡੇਟ 'ਚ ਪ੍ਰੋਫਾਈਲ ਬਣਾ ਦਿੰਨੇ ਆ, ਹਾਂਜੀ ਕੱਲ ਨੂੰ ਜਦੋਂ ਬੈਂਡ ਜ਼ਿਆਦਾ ਆ ਜਾਣਗੇ ਆਪਾਂ ਅਪਡੇਟ ਕਰ ਦਾਂਗੇ। ਤਾਂ ਕਹਿਣ ਦਾ ਮਤਲਬ ਕਿ ਜਿਨ੍ਹਾਂ ਨੇ ਉੱਥੇ ਐਲੀਜੀਬਿਲਟੀ ਦਾ, ਜਿਨ੍ਹਾਂ ਨੂੰ ਪਤਾ ਸੀ, ਥੋੜੀ ਨੌਲੇਜ ਸੀ, ਜਾਂ ਜਿਨ੍ਹਾਂ ਨੇ ਕਿਸੇ ਕੋਲ ਸਲਾਹ ਲਈ ਹੋ ਸੀ, ਉਹ ਬੰਦੇ ਵਧੀਆ ਰਹਿ ਗਏ। ਹਾਂਜੀ ਹਾਂਜੀ। ਤਾਂ ਇੱਥੇ ਮੈਂ ਇੱਕ ਗੱਲ ਐਡ ਕਰਨਾ ਚਾਹੁੰਦਾ ਗੁਰਿੰਦਰ ਜੀ, ਜਿਸ ਦਿਨ ਇਹ ਡਰਾ ਆਇਆ ਉਸ ਦਿਨ ਸਾਡੀਆਂ ਇਟ ਵਾਸ ਸੈਚਰਡੇ, ਲਾਸਟ ਜਿਹੜਾ ਵੀਕ ਸੈਚਰਡੇ ਸੀਗਾ ਉਸ ਦਿਨ। ਉਸ ਦਿਨ ਇੰਨੀਆਂ ਕੁ ਜ਼ਿਆਦੀਆਂ ਕਾਲ ਸੀਗੀਆਂ, ਅਸੀਂ ਮੈਨੂੰ ਲੱਗਦਾ ਰਾਤ ਦੇ 8-9 ਵਜੇ ਵਿਹਲੇ ਹੋ ਕੇ ਘਰ ਗਏ ਉਸ ਦਿਨ। ਅੱਛਾ। ਪਰ ਸਾਡਾ ਇਹ ਟਾਰਗੇਟ ਸੀਗਾ ਕਿ ਜਿੰਨੇ ਬੱਚਿਆਂ ਦੇ ਫੋਨ ਆ ਰਹੇ ਆ, ਇਹਨਾਂ ਨੂੰ ਇੱਕ ਪ੍ਰੋਪਰ ਗਾਈਡੈਂਸ ਦੇ ਦਿੱਤੀ ਜਾਵੇ ਤਾਂ ਕਿ ਇਹ ਫੇਰ ਗੁੰਮਰਾਹ ਨਾ ਹੋਣ। ਕਿਉਂਕਿ ਤੁਹਾਨੂੰ ਵੀ ਪਤਾ ਕਿ ਤੁਹਾਡੇ ਮਾਧਿਅਮ ਦੇ ਥਰੂ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਵਾਲੀ ਇਮੀਗ੍ਰੇਸ਼ਨ ਇੰਡਸਟਰੀ ਬਦਨਾਮ ਹੀ ਬੜੀ ਹੈ, ਜਿਹੜੀ ਮੈਂ ਪਹਿਲਾਂ ਗੱਲ ਕੀਤੀ। ਕਿਉਂ? ਕਿਉਂਕਿ ਕੁਝ ਕੁ ਬੰਦਿਆਂ ਕਰਕੇ LMI ਦੀ ਧਾਂਦਲੀ ਬਹੁਤ ਜ਼ਿਆਦਾ ਵੱਡੇ ਲੈਵਲ ਤੇ। ਇੱਕ ਸੌਰੀ ਮੈਂ ਤੁਹਾਨੂੰ ਇੱਥੇ ਰੋਕਣਾ ਚਾਹਾਂਗਾ ਕਿਉਂਕਿ ਬਾਅਦ ਵਿੱਚ ਫਿਰ ਉਹ ਗੱਲ ਕਈ ਵਾਰੀ ਬਣਦੀ ਨਹੀਂ। ਇੱਕ ਤਾਂ ਬਾਈ ਜੀ ਕਹਿ ਰਹੇ ਕਿ 8-9 ਵਜੇ ਤੱਕ ਇਹ ਫੋਨ ਹਨਾ ਹਾਂਜੀ ਅਟੈਂਡ ਕਰੀਏ। ਹਾਂਜੀ। ਇਹ ਕਹਿੰਦੇ ਕਿ ਬੰਦੇ ਦਾ ਕੰਮ ਬੋਲਦਾ ਹੁੰਦਾ। ਜਿਹੜੇ ਤਾਂ ਇਮੀਗ੍ਰੇਸ਼ਨ ਕੰਸਲਟੈਂਟਾਂ ਕੋਲ ਫਾਈਲਾਂ ਲੱਗੀਆਂ ਹੋਈਆਂ ਸੀਗੀਆਂ, ਉਹਨਾਂ ਨੂੰ ਵਿਚਾਰਿਆਂ ਨੂੰ ਸਾਰਿਆਂ ਨੂੰ ਇੰਨੇ ਵਜੇ ਵੱਜ ਗਏ। ਤੇ ਕਈ ਬਾਈ ਜੀ ਬੰਦੇ ਉਦਾਂ ਦੇ ਵੀ ਸੀ ਉਦੋਂ ਜਿਨ੍ਹਾਂ ਨੂੰ 2-3 ਵਜੇ ਤੱਕ ਨੀਂਦ ਨਹੀਂ ਆਈ, ਕਿਉਂਕਿ ਉਹਨਾਂ ਦੀ LMIਆਂ ਦੇ ਪੈਸੇ ਮਰ ਗਏ ਨਾ। ਯੈਸ। ਸੋ ਉਹਦੇ ਵਿੱਚ ਇਹ ਚੀਜ਼ ਹੈ ਕਿ ਜਿਹੜੇ ਦੇਖੋ ਇੱਕ ਗਵਰਨਮੈਂਟ ਨੇ ਪ੍ਰੋਸੈਸ ਬਣਾਇਆ, ਠੀਕ ਹੈ, ਉਹ ਤਾਂ ਬਣਾਇਆ ਵਾ ਕਿ ਸਾਡੀ ਜ਼ਰੂਰਤ ਦੇ ਮੁਤਾਬਿਕ ਤੇ ਸਾਡੇ ਬੈਨੀਫਿਟ ਦੇ ਲਈ, ਠੀਕ ਹੈ। ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ LMI ਬਹੁਤ ਵਧੀਆ ਪ੍ਰੋਸੈਸ ਹੈ। ਐਂਡ ਇੱਕ ਗੱਲ ਹੋਰ ਮੈਂ ਤੁਹਾਡੇ ਮਾਧਿਅਮ ਦੇ ਥਰੂ ਇਹ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਆਪਾਂ LMI ਨੂੰ ਹਮੇਸ਼ਾ ਜੇ ਇਹ ਦੇਖੀਏ ਕਿ ਇਹਦੀ ਫੀਸ ਹੈ ਹੀ ਨਹੀਂ ਹੈ ਜਾਂ ਕੋਈ ਚਾਰਜ ਹੀ ਨਹੀਂ ਕਰੇਗਾ, ਨੋ, ਦੈਟਸ ਨਾਟ ਦਾ ਕੇਸ। ਅਕੋਰਡਿੰਗ ਟੂ ਦਾ ਐਕਸਪੀਰੀਅੰਸ ਆਫ ਐਨ ਇੰਡੀਵਿਜੂਅਲ ਜਾਂ ਰਿਪਰੈਜ਼ੈਂਟੇਟਿਵ ਜਿਹੜਾ ਤੁਹਾਡਾ ਲਾਇਰ ਹੈ, ਪੈਰਾਲੀਗਲ ਹੈ ਜਾਂ ICCRC ਮੈਂਬਰ, ਜੇ ਕੋ ਸਾਲਾਂ ਦਾ ਐਕਸਪੀਰੀਅੰਸ ਹੈ, ਯੈਸ ਉਹ ਫੀਸ ਚਾਰਜ ਕਰੇਗਾ। 5000 ਵੀ ਕਰਦੇ ਆ, 10000 ਵੀ ਕਰਦੇ, 15000 ਵੀ ਕਰਦੇ ਆ ਫੀਸ ਜਿਹੜੀ ਆ ਪ੍ਰੋਪਰ ਵੀ, ਹਾਂ ਜਿੰਨਾ ਜਿਸ ਨੂੰ ਐਕਸਪੀਰੀਅੰਸ ਹੈਗਾ। ਪਰ ਇੱਕ ਜਿਹੜੀ ਪ੍ਰੋਫਾਈਲ ਐਲੀਜੀਬਲ ਵੀ ਆ, ਉਹਨੂੰ ਵੀ ਘੁਮਾ ਕੇ LMI ਦੇ ਥਰੂ ਹੀ ਜਿਹੜਾ ਸਾਰਾ ਕੁਝ ਕਰਵਾਉਣਾ, ਉਹ ਗਲਤ ਚੀਜ਼ ਆ। ਸੋ ਉਸ ਦੇ ਵਿੱਚ ਕੀ ਹੋਇਆ ਕਿ LMI ਇਹਦੀ ਲੀਗਲ ਫੀਸ ਚਾਰਜ ਕਰ ਸਕਦੇ ਹੋ ਲੀਗਲੀ? ਹਾਂਜੀ, ਲੀਗਲੀ ਫੀਸ ਚਾਰਜ ਜੇ ਇੰਪਲੋਇਰ ਕੋ ਕਿਸੇ ਕੋ ਕੋਈ ਬੰਦਾ ਜੌਬ ਕਰਦਾ, ਹਾਂਜੀ, ਮੈਂ ਮੰਨ ਗਿਆ ਤੁਹਾਡੀ ਗੱਲ ਕਿ ਉਹਦਾ ਇੰਪਲੋਇਰ ਉਹਨਾਂ ਰਾਜਾਮੰਦ ਹੋ ਗਿਆ ਕਿ ਮੈਂ ਤੈਨੂੰ LMI ਦੇ ਦਾਂਗਾ। ਹਾਂਜੀ ਹਾਂਜੀ। ਜੇ ਉਹ ਕਿਸੇ ਵਕੀਲ ਕੋ ਜਾਂਦਾ, ਹਾਂਜੀ, ਉਹ ਸਟੂਡੈਂਟ, ਹਾਂਜੀ, ਤੇ ਉਹਦੇ ਕੋ ਵਕੀਲ ਫੀਸ ਚਾਰਜ ਕਰ ਸਕਦਾ ਜਾਂ ਇੰਪਲੋਇਰ ਕਰ ਸਕਦਾ? ਸਟੂਡੈਂਟ ਕੋ ਨਹੀਂ ਐਕਚੁਅਲੀ ਜਿਹੜਾ ਇੰਪਲੋਇਰ ਹੁੰਦਾ, ਜਿੱਦਾਂ ਮੈਂ ਇੰਪਲੋਇਰ ਹਾਂ, ਰਾਈਟ, ਮੈਂ ਇੱਕ ਵਰਕਰ ਹਾਇਰ ਕਰਨਾ, ਮੈਨੂੰ ਉਹਦਾ ਕੰਮ ਸਾਲ 2 ਸਾਲ ਵਧੀਆ ਲੱਗਾ, ਤੇ ਮੈਂ ਕਹਿੰਦਾ ਕਿ ਯਾਰ ਇਹਨੂੰ ਜੇ ਪਰਮਨੈਂਟ ਰੈਜ਼ੀਡੈਂਸੀ ਵਾਸਤੇ PR ਸਪੋਰਟਡ LMI ਚਾਹੀਦੀ, ਮੈਂ ਤੈਨੂੰ ਦਊਂਗਾ, ਤੂੰ ਮੇਰੇ ਕੋਲ ਕੰਮ ਕਰ। ਹੋਰ ਮੈਂ ਜੇ ਫੀਸ ਦੇਣੀ ਹੈ, ਜੇ ਮੈਂ ਵਰਕ ਪਰਮਿਟ ਵੀ ਨਾਲ ਅਪਲਾਈ ਕਰਨਾ, $1000 ਮੈਂ ਆਪਣੀ ਪੋਕਟ 'ਚੋਂ ਦੇਣਾ, ਠੀਕ ਹੈ। ਬਾਕੀ ਵੀ ਜਿਹੜੀ ਫੀਸ ਆ ਉਹ ਜਿਹੜੀ LMI ਉਹ ਇੰਪਲੋਇਰ ਦਾ ਪਾਰਟ ਹੁੰਦਾ ਹੈ, ਤੇ ਇੰਪਲੋਇਰ ਨਹੀਂ ਪੇ ਕਰਨਾ ਹੁੰਦਾ ਸਾਨੂੰ, ਬਟ ਉਹ ਠੀਕ ਹੈ, ਉਹ ਇਟਸ ਅਦਰ ਵੇ ਅਰਾਊਂਡ ਹੋ ਜਾਂਦਾ ਜੋ ਵੀ ਹੈ, ਬਟ ਲੀਗਲੀ ਨਹੀਂ। ਇੰਪਲੋਇਰ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਇੰਪਲੋਇਰ ਦਿੰਦੇ ਆ ਵੀ ਹਾਂ ਯਾਰ ਤੁਸੀਂ ਸਾਡੀ ਅਪਲਾਈ ਕਰ ਦਿਓ, ਕਿਉਂਕਿ ਵੀ ਆਰ ਨਾਟ ਸਪੈਸ਼ਲਾਈਜ਼ਡ ਇਨ ਦਿਸ ਕੈਟੇਗਰੀ, ਔਰ ਸਾਨੂੰ ਪਤਾ ਨਹੀਂ ਹੈ ਕਿਸ ਤਰ੍ਹਾਂ ਕਰਨੀ ਹੈ। ਅਗਲੀ ਗੱਲ, ਕਈ ਵਾਰੀ ਕੀ ਹੁੰਦਾ ਹੈ ਕਿ ਜੇ ਤੁਸੀਂ ਐਲੀਜੀਬਲ ਵੀ ਹੈਗੇ ਹੋ, ਤੁਸੀਂ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਕ੍ਰੀਏਟ ਵੀ ਕਰ ਦਿੰਦੇ ਹੋ। ਇਹ ਜ਼ਿਆਦਾ ਇੰਡੀਆ 'ਚ ਹੁੰਦਾ, ਇੱਥੇ ਘੱਟ ਹੁੰਦਾ, ਕਿਉਂਕਿ ਇੱਥੇ ਆਲਰੇਡੀ ਬੰਦਾ ਜਿਹੜਾ ਇੱਕ ਪ੍ਰੋਵਿੰਸ ਦੇ ਵਿੱਚ ਕੰਮ ਕਰ ਰਿਹਾ ਹੁੰਦਾ। ontario ਨੂੰ ਛੱਡ ਕੇ ਜੇ ਤੁਸੀਂ ਦੂਸਰੇ ਪ੍ਰੋਵਿੰਸਿਸ ਦੇ ਵਿੱਚ ਬੜੇ ਹਾਈ ਚਾਂਸਿਸ ਆ ਤੁਹਾਨੂੰ ਉੱਧਰ ਦੀ PNP ਇਨਵਾਈਟ ਕਰ ਲੈਂਦੀ ਹੈ, ਜੇ ਤੁਸੀਂ ਪੂਰੀਆਂ ਐਲੀਜੀਬਿਲਿਟੀ ਕ੍ਰਾਈਟੇਰੀਆ ਮੀਟ ਕਰਦੇ ਹੋ। ਇੰਡੀਆ ਦੇ ਵਿੱਚ ਵੀ ਜੇ ਤੁਸੀਂ ਪ੍ਰੋਫਾਈਲ ਕ੍ਰੀਏਟ ਕਰਕੇ ਰੱਖਦੀ, ਯੂ ਨੈਵਰ ਨੋ, ਜਿੱਦਾਂ ਅਲਬਰਟਾ ਦੇ ਡਰਾ ਪਿਛਲੇ ਵਾਰੀ PNP ਦੇ 350 ਤੱਕ ਗਏ ਆ। ਇੰਡੀਆ ਬੜੀਆਂ ਪ੍ਰੋਫਾਈਲਾਂ ਐਸੀਆਂ ਵਾ ਜਿਨ੍ਹਾਂ ਨੂੰ ਜਿਹੜੀਆਂ ਇਨ ਡਿਮਾਂਡ ਆਕੂਪੇਸ਼ਨਸ ਦੇ ਵਿੱਚ ਉਹਨਾਂ ਦੀਆਂ ਰਿਕੁਆਇਰਮੈਂਟਸ ਫੁੱਲਫਿਲ ਹੁੰਦੀਆਂ, ਤੇ ਉਹਨਾਂ ਨੂੰ ਡਰਾਜ਼ ਆ ਜਾਂਦੇ ਆ PNP ਵੱਲੋਂ। ਫਿਰ PNP ਅਪਲਾਈ ਕਰਦਾ ਬੰਦਾ ਤਾਂ 600 ਪੁਆਇੰਟ ਮਿਲ ਜਾਂਦੇ, ਨੈਕਸਟ ਡਰਾ ਦੇ ਵਿੱਚ IT ਆ ਜਾਂਦਾ, ਠੀਕ ਹੈ ਜੀ। ਸੋ ਇਹ ਸਾਰੀ ਉਸ ਦਿਨ ਜਦੋਂ ਸਾਰੇ ਜਾਣੇ 8-9 ਵਜੇ ਤੱਕ ਅਸੀਂ ਸਾਡਾ ਇਹੋ ਹੀ ਟਾਰਗੇਟ ਸਾਰਿਆਂ ਨੂੰ ਦੱਸਿਆ ਜਾਵੇ, ਤਾਂ ਉਸ ਦਿਨ ਤੋਂ ਬਾਅਦ ਬਹੁਤ ਜ਼ਿਆਦਾ ਨੰਬਰ ਆਫ ਫਾਈਲਸ ਅਸੀਂ ਜਿਹੜੀਆਂ ਡਨ ਕੀਤੀਆਂ। ਐਂਡ ਮੋਸਟਲੀ ਬੱਚੇ ਉਹੀ ਆ ਜਿਨ੍ਹਾਂ ਦੇ ਪੁਆਇੰਟਸ 7-8 ਨਹੀਂ ਹੈਗੇ, ਮਿਨੀਮਮ ਹੀ ਆ,
ਪਰ ਫਿਰ ਵੀ ਹੁਣ ਉਹ ਇਹ ਹੈ ਕਿ ਸਾਰਿਆਂ ਨੇ ਫਾਈਲਾਂ ਜਿਹੜੀਆਂ ਇਨਪੁੱਟ ਕਰ ਦਿੱਤੀਆਂ ਕਿ ਯਾਰ ਸਾਡਾ ਜਿਹੜਾ ਵਾ ਇਨ ਕੇਸ ਅਗਲਾ ਚਾਂਸ ਹੁੰਦਾ। ਕਈ ਵਿਚਾਰੇ 350 400 ਵਾਲੇ ਬੱਚੇ ਵੀ ਰਹਿ ਗਏ, ਸਿਰਫ ਉਹਨਾਂ ਨੇ ਪ੍ਰੋਫਾਈਲਸ ਨਹੀਂ ਕ੍ਰੀਏਟ ਕੀਤੀਆਂ ਐਲੀਜੀਬਲ ਹੈਗੇ ਤਾਂ ਉਹਨਾਂ ਵਾਸਤੇ ਟੂ ਬੀ ਓਨੈਸਟ ਮੈਨੂੰ ਵੀ ਬੜਾ ਬੈਡ ਫੀਲ ਹੁੰਦਾ ਹੈ, ਕਿਉਂਕਿ ਮੈਨੂੰ ਇਦਾਂ ਹੁੰਦਾ ਹੈ ਕਿ ਯਾਰ ਅਗਲੇ ਦਾ ਸਾਰਾ ਕੁਝ ਹੋਇਆ ਸੀ, ਅਗਲਾ ਮਸੀਂ ਕੰਮ ਕਰਕੇ ਮਸਾਂ ਹੀ ਆਇਲ ਸਕੋਰ ਲੈ ਕੇ ਮਸਾਂ ਕਿਸੇ ਦੇ ਅੰਡਰ ਕੰਮ ਕਰਕੇ ਮਿਨੀਮਮ ਵੇਜ ਦੇ ਉੱਤੇ ਵਿਚਾਰੇ ਨੇ ਕੰਮ ਕੀਤਾ ਤੇ ਇਹਦਾ ਕੰਮ ਕਿਉਂ ਨਹੀਂ ਬਣਿਆ, ਠੀਕ ਹੈ। ਸੋ ਪਰ ਕਈ ਬੱਚੇ ਇਹੋ ਜਿਹੇ ਕਈ ਮੈਂ ਤੁਹਾਨੂੰ ਸਟੂਡੈਂਟਸ ਦੀ ਗੱਲ ਦੱਸਦਾ ਆਏ ਸੀਗੇ, ਬਸ ਕਹਿੰਦੇ ਚਲੋ ਯਾਰ ਕਰ ਦਿਓ ਕੋਈ ਗੱਲ ਨਹੀਂ ਦੇਖੀ ਜਾਏਗੀ ਭਾਜੀ, ਉਹ ਕਰਤੇ ਉਹਨਾਂ ਨੂੰ 2 ਦਿਨਾਂ ਬਾਅਦ ਹੀ ਡਰਾ ਆ ਗਿਆ। ਉਹਨਾਂ ਦੀ ਕਿਸਮਤ ਵੀ ਇਹ ਵੀ ਚੀਜ਼ ਹੁੰਦੀ ਹੈ, ਕਿਸਮਤ ਦੀਆਂ ਵੀ ਗੱਲਾਂ ਹੁੰਦੀਆਂ। ਬਟ ਹੁਣ ਇੱਕ ਵਾਰੀ ਚਲੋ ਹੋ ਗਿਆ ਕੰਮ, ਬਟ ਅਗਲੀ ਵਾਰੀ ਜਿਹੜਾ ਬੰਦਾ ਇੱਕ ਵਾਰੀ ਗਲਤੀ ਕਰਦਾ ਉਹ ਠੀਕ ਮੰਨਿਆ ਜਾਂਦਾ, ਬਟ ਜਿਹੜਾ ਬੰਦਾ ਦੂਸਰੀ ਵਾਰੀ ਗਲਤੀ ਕਰਦਾ ਉਹ ਗਲਤੀ ਨਹੀਂ ਹੁੰਦੀ। ਸੋ ਆ ਦੂਸਰੀ ਵਾਰੀ ਤੁਸੀਂ ਗਲਤੀ ਨਹੀਂ ਕਰਨੀ, ਇਹਨੂੰ ਕਿਸੇ ਵੀ ਮੈਂ ਇਹ ਨਹੀਂ ਕਹਿੰਦਾ ਤੁਸੀਂ ਸਾਡੇ ਕੋਲ ਹੀ ਆਉਣਾ ਹੈ, ਜੇ ਤੁਸੀਂ ਆਪ ਖੁਦ ਵੀ ਕ੍ਰੀਏਟ ਕਰ ਸਕਦੇ ਹੋ, ਕਿਸੇ ਵਧੀਆ ਕੰਸਲਟੈਂਟ ਕੋਲ ਵੀ ਜਾ ਸਕਦੇ ਹੋ, ਸਾਡੇ ਕੋਲ ਵੀ ਆ ਸਕਦੇ ਹੋ ਆਪਣੀ ਪ੍ਰੋਫਾਈਲ ਕ੍ਰੀਏਟ ਕਰਨ ਦੇ ਵਾਸਤੇ, ਆਪਣੀ ਐਨਾਲਿਸਿਸ ਕਰਾਉਣ ਦੇ ਵਾਸਤੇ। ਪਿਛਲਾ ਤੁਹਾਨੂੰ ਕੋਈ ਐਕਸਪੀਰੀਅੰਸ ਹੈਗਾ ਹੈ ਉਹ ਪਤਾ ਕਰਨਾ ਕਿ ਉਹ ਵੈਲਿਡ ਹੈਗਾ ਆ ਕਿ ਨਹੀਂ ਹੈਗਾ, ਠੀਕ ਹੈ ਜੀ। ਕਈ ਵਾਰੀ ਇੰਪਲੋਇਰ ਕੋ ਐਸੀਆਂ ਜੌਬ ਐਂਡ ਰਿਸਪੌਂਸਿਬਿਲਿਟੀਜ਼ ਹੁੰਦੀਆਂ ਜਿਹੜੀਆਂ NOC ਲੈਵਲ OAB ਦੇ ਵਿੱਚ ਹੁੰਦੀਆਂ, ਪਰ ਤੁਸੀਂ ਲਿਖਵਾਈ ਸੀ ਬੈਠੇ ਹੁੰਦੇ ਹੋ। ਸੋ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਨਹੀਂ ਪਤਾ ਹੁੰਦਾ, ਜੇ ਤੁਸੀਂ ਸਪੈਸ਼ਲਾਈਜ਼ ਬੰਦੇ ਕੋ ਨਹੀਂ ਜਾਂਦੇ ਤਾਂ ਤੁਸੀਂ ਉਹ ਚੈੱਕ ਕਰਵਾ ਕੇ ਆਪਣੀ ਪ੍ਰੋਫਾਈਲ ਕ੍ਰੀਏਟ ਕਰਵਾ ਸਕਦੇ ਹੋ ਈਜ਼ੀਲੀ। ਤੇ ਭਾਈ ਜੀ ਇੱਕ ਫੋਨ ਹੋਰ ਬਹੁਤ ਆ ਰਹੇ ਸੀ ਕਿ ਜਿੱਦਾਂ ਕਿ ਕੋਈ 10ਵੀਂ ਫੇਲ ਜਾਂ +2 ਫੇਲ ਬੱਚੇ, ਹਾਂਜੀ, ਉਹ ਕਈ ਵਾਰੀ ਉਹਨਾਂ ਦਾ ਸਪਾਊਸ ਇੱਥੇ ਹੁੰਦਾ, ਹਾਂਜੀ, ਤਾਂ ਉਹ ਇੱਥੇ ਆ ਗਏ, ਹਾਂਜੀ, ਠੀਕ ਹੈ ਜੀ, ਤੇ ਉਹਨਾਂ ਦਾ ਸਪਾਊਸ ਹਜੇ ਵੀ ਸਟੱਡੀ ਪਰਮਿਟ ਤੇ, ਹਾਂਜੀ, ਬਟ ਉਹ ਬੰਦੇ 9-20 ਦੀ ਜੌਬ ਕਰਦੇ ਤੇ ਤੁਸੀਂ ਪੇਂਟਰ ਦੀ ਲਾ ਲਓ, ਕੁਝ ਹੋਰ ਜੌਬਸ ਲਾ ਲਓ ਕਿ ਕੁਝ ਜਿਹੜੀਆਂ ਐਗਜ਼ੈਕਟਲੀ 9-20 ਚ ਆਉਂਦੀਆਂ, ਹਾਂਜੀ, ਠੀਕ ਹੈ, ਉਹਨਾਂ ਚ ਉਹਨਾਂ ਕੋਲ ਸਾਲ ਦਾ ਐਕਸਪੀਰੀਅੰਸ ਵੀ ਹਾਂਜੀ, ਠੀਕ ਹੈ, ਜਿਹੜੀ ਤੁਸੀਂ ਬੈਂਡ ਦੀ ਰਿਕੁਆਇਰਮੈਂਟ ਕੀਤੀ ਹੈ ਉਹ ਵੀ ਹੈਗੀ, ਹਾਂਜੀ, ਬਟ ਉਹ 8ਵੀਂ ਫੇਲ ਆ ਜਾਂ 10ਵੀਂ ਫੇਲ ਆ, ਉਹ ਕੁਝ ਇਦਾਂ ਦੇ ਵੀ ਹੈਗੇ ਕਿ ਐਜੂਕੇਸ਼ਨ ਦੀ ਰਿਕੁਆਇਰਮੈਂਟ ਕਿਤੇ ਹੋਵੇ ਹੀ ਨਾ। ਯੂਜੂਅਲੀ ਜਿਹੜਾ ਹੈਗਾ ਪ੍ਰੋਗਰਾਮ ਬਹੁਤ ਕਈ ਪਾਇਲਟ ਪ੍ਰੋਗਰਾਮਸ ਹੁੰਦੇ ਜਿਨ੍ਹਾਂ ਦੇ ਵਿੱਚ ਐਜੂਕੇਸ਼ਨ ਦੀ ਰਿਕੁਆਇਰਮੈਂਟ ਕਈ ਵਾਰੀ ਨਹੀਂ ਹੁੰਦੀ, ਜਿੱਦਾਂ ਯੂਕਨ ਦਾ ਪ੍ਰੋਗਰਾਮ ਹੈਗਾ ਯੂਕਨ ਪਾਇਲਟ ਪ੍ਰੋਜੈਕਟ, ਉਸ ਦੇ ਵਿੱਚ ਕੋਈ ਵੀ ਜਿਹੜੀ ਆਪਣਾ ਜਿਹੜੀ ਹੈਗੀ ਆ ਐਜੂਕੇਸ਼ਨ ਦੀ ਰਿਕੁਆਇਰਮੈਂਟ ਨਹੀਂ ਹੈਗੀ, ਲੈਂਗੁਏਜ ਦੀ ਰਿਕੁਆਇਰਮੈਂਟ ਨਹੀਂ ਹੈਗਾ ਪ੍ਰੋਗਰਾਮ। ਜੇ ਤੁਸੀਂ ਐਜੂਕੇਸ਼ਨ ਨਹੀਂ ਕੀਤੀ, ਉਹ ਕਹਿੰਦੇ ਹੁੰਦੇ ਨਾ ਕਿ ਕੁਛ ਨਾ ਕੁਛ ਪਾਉਣ ਲਈ ਕੁਛ ਨਾ ਕੁਛ ਖੋਣਾ ਪੈਂਦਾ। ਜੇ ਪਿੱਛੇ ਆਪਾਂ ਪੜ੍ਹੇ ਨਹੀਂ ਆ, ਆਪਾਂ ਉਦੋਂ ਨਹੀਂ ਸਾਹ ਟਾਈਮ ਦੇਖਿਆ, ਤਾਂ ਸਾਨੂੰ ਇੱਥੇ ਆਣ ਕੇ ਦੇਖਣਾ ਪਏਗਾ ਯੂਕਨ ਵਰਗੇ ਪ੍ਰੋਵਿੰਸ, ਯਾਨੀ ਕਿ ਬਹੁਤ ਰਿਮੋਟ ਪ੍ਰੋਵਿੰਸ ਜਿੱਥੇ ਬਹੁਤ ਘੱਟ ਵਸੋਂ, ਪਰ ਉੱਥੇ ਜਾ ਕੇ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਲੈ ਸਕਦੇ ਹੋ, ਠੀਕ ਹੈ ਜੀ। ਅਗਲੀ ਗੱਲ, ਜੇ ਤੁਹਾਡੇ ਕਿਉਂਕਿ ਮਿਨੀਮਮ 12ਵੀਂ ਜਿਹੜੀ ਆ 12th ਸਟੈਂਡਰਡ, ਇਹ ਸਾਰਿਆਂ ਕੋਲ ਹੁੰਦਾ ਗ੍ਰੇਡ 12, ਮੋਸਟਲੀ 99% ਬੰਦਿਆਂ ਕੋਲ ਹੁੰਦਾ, 1% ਬੰਦੇ ਆ ਜਿਨ੍ਹਾਂ ਕੋਲ ਨਹੀਂ ਹੁੰਦਾ, ਬਟ ਉਹਨਾਂ ਵਾਸਤੇ ਵੀ ਪ੍ਰੋਗਰਾਮ ਹੈਗਾ। ਐਂਡ ਆਲਸੋ ਉਹ ਜਿਹੜੇ ਬੰਦੇ ਆ ਜੇ ਉਹਨਾਂ ਦਾ ਸਪਾਊਸ ਪੜ੍ਹ ਰਿਹਾ ਤਾਂ ਉਹਨਾਂ ਦੇ ਬਿਹਾਫ ਤੇ ਉਹ PR ਹੋ ਜਾਂਦੇ ਆ, ਠੀਕ ਹੈ ਜੀ। ਬਟ ਜਿਨ੍ਹਾਂ ਕੋਲ 12th ਸਟੈਂਡਰਡ ਆ, 1 ਸਾਲ ਦਾ ਇੱਥੋਂ ਦਾ ਐਕਸਪੀਰੀਅੰਸ ਹੈਗਾ ਆ, ਜੇ ਤੇ NOC ਲੈਵਲ B ਦਾ ਤੁਸੀਂ CAC ਅੰਡਰ ਐਲੀਜੀਬਲ ਹੋ ਜਾਂਦੇ ਹੋ। ਜੇ ਤੁਹਾਡੇ ਕੋਲ FST ਫੈਡਰਲ ਸਕਿੱਲ ਟ੍ਰੇਡ ਯਾਨੀ ਕਿ ਕੁਝ ਕੁ ਸਕਿੱਲ ਟ੍ਰੇਡ ਜੇ ਉਹਨਾਂ ਦੇ ਵਿੱਚ ਆਕੂਪੇਸ਼ਨ, ਤੁਸੀਂ ਦੋਵਾਂ ਪ੍ਰੋਗਰਾਮ ਦੇ ਵਿੱਚ ਐਲੀਜੀਬਲ ਹੋ ਜਾਂਦੇ ਹੋ, ਰਾਈਟ। ਸੋ ਉਹ ਚੀਜ਼ ਹੈ ਕਿ ਉਹ ਤੁਸੀਂ ਆਪਣੀ ਫਾਈਲ ਤੁਸੀਂ ਵੀ ਕ੍ਰੀਏਟ ਕਰ ਸਕਦੇ ਹੋ। ਬਹੁਤ ਇੱਕ ਮਿਥ ਆ ਜਿਹੜੀ ਸਾਡੇ, ਤੁਹਾਨੂੰ ਮੈਂ ਇਹ ਦੱਸਦਾ ਹਾਂ ਕਿ ਸਾਡੇ ਕੋਲ ਰੈਗੂਲਰ ਐਸੇ ਕਲਾਇੰਟ ਆਉਂਦੇ ਜਿਹੜੇ ਸਪਾਊਸ ਵੀਜ਼ਾ ਹੋਲਡਰਸ ਆ, ਸਪਾਊਸ ਵਰਕ ਪਰਮਿਟ ਹੋਲਡਰਸ ਆ, ਤਾਂ ਉਹ ਸਾਨੂੰ ਰੋਜ਼ ਆਣ ਕੇ ਕਹਿੰਦੇ ਭਾਜੀ ਸਾਨੂੰ ਤੇ ਆਹ ਵਾਲੇ ਕੰਸਲਟੈਂਟ ਨੇ ਕਿਹਾ ਤੁਸੀਂ PR ਨਹੀਂ ਲਾ ਸਕਦੇ ਆਪਣੇ ਬੇਸ ਤੇ। ਸੋ ਇਹੋ ਜਿਹੇ ਬਹੁਤ ਮਿੱਥ ਹੈ, ਇਸ ਤਰ੍ਹਾਂ ਦੀ ਨਹੀਂ ਕੋਈ ਵੀ ਗੱਲ ਹੁੰਦੀ। ਜੇ ਤੁਸੀਂ ਵੈਲਿਡ ਤੁਹਾਡੇ ਕੋਲ ਵਰਕ ਪਰਮਿਟ ਹੈਗਾ, ਜਿਹੜਾ ਮਰਜ਼ੀ ਵਰਕ ਪਰਮਿਟ ਹੈ, ਓਪਨ ਜਾਂ ਕਲੋਜ਼, ਜਾਂ ਤੁਹਾਡੇ ਕੋਲ ਵੈਲਿਡ ਐਕਸਪੀਰੀਅੰਸ ਹੈਗਾ, ਤਾਂ ਤੁਸੀਂ ਐਲੀਜੀਬਿਲਿਟੀ ਬਣਾਉਂਦੇ ਹੋ। ਕੈਨੇਡਾ ਕਦੇ ਵੀ ਜਿਹੜੀ ਹੈਗੀ ਆ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ ਕਿ ਕਦੀ ਵੀ ਤੁਸੀਂ ਸਪਾਊਸ ਆਏ ਹੋ ਤੁਹਾਨੂੰ, ਅਨਲੈਸ ਜਿੱਦਾਂ ਦੂਸਰੇ ਦੇਸ਼ ਕਰਦੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ, ਉਹ ਜੇ ਤੁਸੀਂ ਐਲੀਜੀਬਿਲਿਟੀ ਬਣਾਉਂਦੇ ਹੋ ਤਾਂ ਤੁਸੀਂ ਵੀ ਐਲੀਜੀਬਲ ਹੈਗੇ ਹੋ, ਤੁਸੀਂ ਵੀ ਕ੍ਰੀਏਟ ਕਰ ਸਕਦੇ ਹੋ ਪ੍ਰੋਫਾਈਲ। ਐਂਡ ਹੋ ਸਕਦਾ ਹੈ ਕਿ ਜੇ ਤੁਹਾਨੂੰ ਵਰਕ ਪਰਮਿਟ ਸਟੱਡੀ ਪਰਮਿਟ ਡਿਊਰਿੰਗ ਮਿਲਿਆ ਵਾ ਤੁਹਾਡੇ ਸਪਾਊਸ ਦੇ, ਤੁਸੀਂ ਪਰ ਵਰਕ ਕਰ ਲਿਆ ਸਾਲ ਦਾ, ਤੁਸੀਂ ਆਪਣੀ ਫਾਈਲ ਲਾ ਦਿਓ, ਕੀ ਪਤਾ ਤੁਹਾਡੇ ਸਪਾਊਸ ਨੂੰ ਬਾਅਦ ਚੋਂ ਅੱਗੇ ਵਰਕ ਪਰਮਿਟ ਆਉਣ ਦੀ ਲੋੜ ਹੀ ਨਾ ਪਵੇ ਤੇ ਤੁਸੀਂ ਇਨਵਾਈਟ ਹੋ ਜਾਓ। ਮੇਨਲੀ ਤਾਂ ਇਹ ਹੈ ਕਿ ਲੈਕ ਆਫ ਨੌਲੇਜ, ਬਾਈ ਜੀ ਨੇ ਇਹ ਵੀ ਗੱਲ ਕਹੀ ਹੈ ਕਿ ਉਹ ਬੜੀ ਵਧੀਆ ਗੱਲ ਲੱਗੀ ਹੈ ਕਿ ਉਹਨਾਂ ਨੂੰ ਸੁਪਨਾ ਨਹੀਂ ਆਣਾ ਕਿ ਤੁਹਾਡਾ 1 ਸਾਲ ਦਾ ਐਕਸਪੀਰੀਅੰਸ ਕੰਪਲੀਟ ਹੋ ਗਿਆ, ਜਾਂ ਉਹਨਾਂ ਨੂੰ ਇਹ ਸੁਪਨਾ ਨਹੀਂ ਆਣਾ ਕਿ ਤੁਸੀਂ ਸਾਰੀਆਂ ਰਿਕੁਆਇਰਮੈਂਟਸ ਫੁੱਲਫਿਲ ਕਰਦੇ ਹੋ। ਤੁਹਾਨੂੰ ਆਪ ਦੱਸਣਾ ਪੈਣਾ ਪ੍ਰੋਫਾਈਲ ਬਣਾ ਕੇ। ਬਿਲਕੁਲ ਸਹੀ। ਜੇ ਪ੍ਰੋਫਾਈਲ ਨਹੀਂ ਬਣੀ ਹੋਊਗੀ ਤੇ ਉਹ ਚਾਹੇ ਤੁਸੀਂ ਬੈਂਡ ਜਿੰਨੇ ਮਰਜ਼ੀ ਲੈ ਲਏ, ਜਿੰਨਾ ਮਰਜ਼ੀ ਐਕਸਪੀਰੀਅੰਸ ਕਰ ਲਿਆ, ਇਹ ਇੱਕ ਬਾਈ ਜੀ ਇਹ ਚੀਜ਼ ਹੁੰਦੀ ਆ ਕਿ ਛੋਟੀਆਂ ਗੱਲਾਂ 'ਚ ਇਹ ਇੱਕ ਆਲਸ ਦਲਿੱਦਰਪੁਣੇ ਦੀ ਨਿਸ਼ਾਨੀ ਹੁੰਦੀ ਆ ਕਿ ਜਦੋਂ ਆਪਾਂ ਕਹਿੰਦੇ ਕਿ ਕੱਲ ਕਰ ਲਾਂਗੇ ਤਾਂ ਕਹਾਵਤ ਬੜੀ ਪੁਰਾਣੀ ਚੱਲਦੀ ਆ ਰਹੀ ਹੈ, ਕੱਲ ਕਰੇ ਸੋ ਆਜ ਕਰੇ ਸੋ ਅਬ। ਤਾਂ ਇਹ ਨਹੀਂ ਕਿ ਆਪਾਂ ਬਾਈ ਜੀ ਉਹਨਾਂ ਕੋਲ ਜਾ ਕੇ ਪ੍ਰੋਫਾਈਲ ਕ੍ਰੀਏਟ ਕਰਨੀ, ਇਹ ਟੋਟਲੀ ਇਹ 'ਚ ਕੋਈ ਸਾਡਾ ਪ੍ਰਮੋਸ਼ਨ ਵਾਲਾ ਪ੍ਰੋਗਰਾਮ ਨਹੀਂ ਆ। ਐਗਜ਼ੈਕਟਲੀ ਜਦੋਂ ਵੀ ਆਪਾਂ ਕਿਸੇ ਨੂੰ ਕਿਸੇ ਵੀ ਫੀਲਡ ਦੇ ਮਾਹਰ ਨੂੰ ਬੁਲਾਈਦਾ ਤਾਂ ਮੇਰੀ ਖੁਦ ਦੀ ਟੀਮ ਦਾ ਆਪਾਂ ਥੋੜਾ ਜਿਹਾ ਉੱਤੇ ਹੋਮਵਰਕ ਕਰੀਦਾ, ਪਹਿਲਾਂ ਰਿਸਰਚ ਕਰੀਦੀ ਮਾਰਕੀਟ 'ਚ ਕਿਹੜੇ ਬੰਦੇ ਦਾ ਕੀ ਰਿਵਿਊ ਚੱਲ ਰਿਹਾ,
ਤੇ ਮੈਂ ਸਪੈਸ਼ਲੀ ਬਾਈ ਜੀ ਉਹਨਾਂ ਦੇ ਜੋ ਕਲਾਇੰਟ ਸੀ, ਕੁਝ ਮੇਰੇ ਉਹ ਵੀ ਸਰਕਲ 'ਚ ਸੀ, ਉਹਨਾਂ ਕੋਲ ਵੀ ਪੁੱਛਿਆ ਸਰਵਿਸ ਬਾਰੇ। ਫਿਰ ਇਹਨਾਂ ਦੇ ਜੋ ਗੂਗਲ ਤੇ ਰਿਵਿਊ, ਮੈਨੂੰ ਉਹ ਰਿਵਿਊ ਬਹੁਤ ਵਧੀਆ ਲੱਗੇ। ਤਾਂ 4-5 ਸਾਡੇ ਨਾਲ ਔਰ ਮੇਰੇ ਦਿਮਾਗ 'ਚ ਚੱਲ ਰਹੇ ਸੀ ਕਿ ਹਾਂ ਵੀ ਜਿਹਨਾਂ ਨੂੰ ਆਪਾਂ ਬੁਲਾ ਸਕਦੇ, ਤੇ ਉਹਨਾਂ 'ਚੋਂ ਬਾਈ ਜੀ ਨਾਲ ਜਦੋਂ ਕੰਟੈਕਟ ਹੋਇਆ ਤਾਂ ਇੱਕ ਸਪੈਸ਼ਲੀ, ਕਿਉਂਕਿ ਜਦੋਂ ਆਪਾਂ ਬਾਈ ਜੀ ਇਮੀਗ੍ਰੇਸ਼ਨ ਦਾ ਨਾਮ ਲੈਂਦੇ ਆ ਨਾ, ਹਾਂਜੀ, ਤੇ 60-70% ਲੋਕਾਂ ਦੇ ਦਿਮਾਗ 'ਚ ਆ ਜਾਂਦਾ ਜੀ ਇਹ ਬੰਦਾ ਪੈਸੇ ਛਾਪ ਰਿਹਾ। ਹਾਂਜੀ, ਸਪੈਸ਼ਲੀ ਜੇ ਆਪਾਂ ਗੱਲ ਕਰੀਏ ਜਿਹੜੇ ਬੰਦੇ ਕੁਝ LMI 'ਚ ਪੈਸੇ ਬਣਾ ਰਹੇ ਆ ਜਾਂ ਕੁਝ ਹੋਰ, ਕਿ ਸਟੂਡੈਂਟ ਦਾ ਖੂਨ ਚੂਸ ਕੇ ਜਾਂ ਕਿਸੇ ਹੋਰ ਬੰਦੇ ਦਾ ਚੂਸ ਕੇ ਕਿ ਹਾਂ ਵੀ ਉਹਨਾਂ ਕੋਲ ਟੈਕਸ ਵੀ ਦਵਾ ਰਹੇ ਆ, ਵੱਧ ਸਾਰਾ ਕੁਝ। ਤੇ ਮੈਂ ਜੀ ਇੱਕ ਚੀਜ਼ ਹੋਰ ਆ ਜਿਹੜੀ ਕਿ ਕਿਸੇ ਵੀ ਪ੍ਰੋਗਰਾਮ 'ਚ ਇਹ ਗੱਲ ਇਸ ਰਿਲੇਟਡ ਨਹੀਂ ਹੋਈ ਹੋਣੀ, ਉਹ ਮੈਂ ਬਾਈ ਜੀ ਨਾਲ ਕਰੂੰਗਾ। ਕਿ ਮੰਨ ਲਓ ਕਿਸੇ ਬੰਦੇ ਨੇ ਪ੍ਰੋਫਾਈਲ ਬਣਾਈ ਹੋਈ ਸੀ ਬਟ ਉਹਦੇ ਪੁਆਇੰਟ ਘੱਟ ਬਣਦੇ ਸੀ, ਠੀਕ ਹੈ, ਉਹ ਪੁਆਇੰਟ ਵਧਾਉਣ ਦੇ ਚੱਕਰ 'ਚ ਕਿਸੇ ਨੂੰ LMI ਦੇ ਪੈਸੇ ਦੇ ਚੁੱਕਾ, ਹਾਂਜੀ, ਠੀਕ ਹੈ, ਪਰ ਹੁਣ ਉਹ ਡਰੋ ਆ ਗਿਆ, ਉਹਦਾ ਆਟੋਮੈਟਿਕਲੀ ਡਰੋ 'ਚ ਨੰਬਰ ਆ ਗਿਆ, ਹਾਂਜੀ, ਤੇ ਉਹ ਜਿਹੜੇ ਪੈਸੇ ਉਹਨੇ ਵਿਚਾਰੇ ਨੇ ਉਹ $20-30,000 ਜਾਂ ਕੁਝ ਵੀ ਕਿਸੇ ਨੂੰ ਪੇ ਕਰ ਚੁੱਕਾ, ਉਹਦਾ ਕੁਝ ਹੱਲ ਹੋ ਸਕਦਾ ਕਿ ਉਹ ਨਿਕਲ ਸਕਦੇ? ਉਹਦਾ ਜੀ ਉਹ ਤੇ ਸਾਰਾ ਕੁਝ ਰਿਟੇਨਰ ਤੇ ਹੁੰਦਾ। ਜੇ ਤੁਸੀਂ ਸਾਰਾ ਕੁਝ ਉਹਦੇ ਪੇਪਰ ਬੈਕ ਰੱਖਿਆ ਹੈ ਸਾਰਾ ਕੁਝ, ਫਿਰ ਤੇ ਤੁਸੀਂ ਉਹਦਾ ਹੱਲ ਕਰ ਸਕਦੇ ਹੋ। ਠੀਕ ਹੈ ਜੀ। ਪਰ ਜੇ ਤੁਸੀਂ ਦਿੱਤਾ ਹੀ ਕੈਸ਼ ਆ, ਤੁਸੀਂ ਉਹਦਾ ਕੋਈ ਪ੍ਰੂਫ ਨਹੀਂ ਰੱਖਿਆ, ਤਾਂ ਉਹ ਫਿਰ ਉਹਦਾ ਹੱਲ ਹੋ ਸਕਦਾ ਬਟ ਉਹਦਾ ਟਾਈਮ ਲੱਗੇਗਾ ਕਾਫੀ, ਥਰੂ ਕੋਰਟਸ ਐਂਡ ਥਰੂ ਆਲ ਦੋਸ ਥਿੰਗਸ, ਫਿਰ ਜਿਹੜਾ ਕੰਮ ਹੁੰਦਾ। ਬਟ ਜੇ ਤੁਹਾਡੇ ਕੋਲ ਪ੍ਰੂਫ ਹੈਗਾ ਫਿਰ ਲੈਜੀਟੀਮੇਟ ਵੇ ਹੁੰਦਾ ਹੈ ਉਸ ਚੀਜ਼ ਦਾ, ਤੁਸੀਂ ਉਹਦਾ ਹੱਲ ਕਰ ਸਕਦੇ ਹੋ। ਬਟ ਜੇ ਤੁਹਾਡੇ ਕੋਲ ਪ੍ਰੂਫ ਨਹੀਂ ਹੈਗਾ ਫਿਰ ਇਟ ਬਿਕਮਸ ਵੈਰੀ ਹਾਰਡ। ਬਾਕੀ ਰਹੀ ਗੱਲ ਸਕੋਰਸ ਦੀ, ਇਹ ਵਾਲਾ ਤੇ ਇਸ ਤਰ੍ਹਾਂ ਦਾ ਸੀਗਾ, ਜੇ ਤੁਸੀਂ ਐਲੀਜੀਬਿਲਟੀ ਬਣਾਉਂਦੇ ਹੋ ਨਾ ਤਾਂ ਇਹ ਤੇ ਸਕੋਰ ਮਤਲਬ ਇੱਕ ਐਲੀਜੀਬਿਲਟੀ ਬਣਾਉਣੀ ਹੁੰਦੀ ਹੈ ਪ੍ਰੀ, ਉਸ ਤੋਂ ਬਾਅਦ ਸਕੋਰ ਬਣਦੇ, ਪਰ ਇਹ ਪ੍ਰੀ ਐਲੀਜੀਬਿਲਟੀ ਦੇ ਵਿੱਚ ਵੀ ਇੰਨੇ ਪੁਆਇੰਟਸ ਬਣ ਜਾਂਦੇ ਆ, ਰਾਈਟ। ਪਰ ਐਲੀਜੀਬਲ ਤੇ ਤੁਹਾਨੂੰ ਹੋਣਾ ਪੈਂਦਾ ਇੱਕ ਪ੍ਰੋਗਰਾਮ ਦੇ ਵਿੱਚ, ਫਿਰ ਹੀ ਚੁੱਕਦੇ ਤੁਹਾਡੀ ਪ੍ਰੋਫਾਈਲ ਨੂੰ। ਪਰ ਇਹਦੇ ਸਕੋਰਸ ਬਹੁਤ ਹੀ ਜ਼ਿਆਦਾ ਲੋ ਸੀਗੇ, ਇਹਨਾਂ ਤੇ ਐਕਸਪੈਕਟ ਹੀ ਨਹੀਂ ਸੀ ਹੈਗਾ, ਬਹੁਤ ਸ਼ੌਕਿੰਗ ਸੀਗਾ ਟੂ ਬੀ ਓਨੈਸਟ, ਰਾਈਟ। ਹਜੇ ਤੱਕ ਵੀ ਸ਼ੌਕਿੰਗ ਆ ਕਿ ਮਤਲਬ ਜੇ ਥੋੜੀ ਜਿਹੀ ਭਿਣਕ ਵੀ ਹੁੰਦੀ ਤੇ ਯਾਰ ਬੰਦੇ ਇੰਨੇ ਬੰਦੇ ਪੱਕੇ ਹੋ ਸਕਦੇ। ਮੇਰੇ ਖੁਦ ਦੇ ਕਲਾਇੰਟਸ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਬੰਦੇ ਵਿਚਾਰੇ ਜਿਨ੍ਹਾਂ ਨੂੰ ਟੂ ਬੀ ਓਨੈਸਟ ਇੰਨਾ ਪਤਾ ਨਹੀਂ ਸੀਗਾ, ਨਹੀਂ ਤੇ ਅਸੀਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਆਣ ਕੇ, ਬਾਅਦ ਚੋਂ ਇਹ ਹੁੰਦਾ ਹੈ ਕਈ ਵਾਰੀ ਬੰਦੇ ਦਾ ਨਾ ਫਿਊਚਰ ਲਾਈਕ ਸੇਵ ਹੋ ਸਕਦਾ ਹੈ। ਉਹਨਾਂ ਨੇ ਸਟਰਗਲਿੰਗ ਬਹੁਤ ਕੀਤੀ ਹੁੰਦੀ, ਸਾਡੇ ਹੁੰਦੇ ਸਾਰੀ ਸਟਰਗਲਿੰਗ ਕੀਤੀ ਹੁੰਦੀ ਆ, ਤਾਂ ਦੇਖ ਕੇ ਲੱਗਦਾ ਕਈ ਵਾਰ ਪ੍ਰੋਫਾਈਲਾਂ ਆਉਂਦੀਆਂ ਯਾਰ 1970 1980 1982 1985 ਤੇ ਹਜੇ ਤੱਕ ਪੱਕੇ ਨਹੀਂ ਹੋਏ ਹੁੰਦੇ, ਤਾਂ ਆਪ ਨੂੰ ਫੀਲ ਹੁੰਦਾ ਯਾਰ ਇਹ ਬੰਦਾ ਕਿਉਂ ਨਹੀਂ ਪੱਕਾ ਹੋਇਆ ਹਜੇ ਤੱਕ। ਤੇ ਬਾਈ ਜੀ ਜਦੋਂ ਆਪਾਂ ਦੂਸਰੀ ਕੰਟਰੀਜ਼ ਦੀ ਗੱਲ ਕਰਦੇ ਹਾਂ ਨਾ, ਹਾਂਜੀ, ਮੇਰੇ ਵੀ ਕਜ਼ਨ ਰਹਿੰਦੇ ਆ ਆਸਟ੍ਰੇਲੀਆ, ਹਨਾ, ਫਰੈਂਡਸ ਵੀ ਰਹਿੰਦੇ ਆਸਟ੍ਰੇਲੀਆ ਨਿਊਜ਼ੀਲੈਂਡ, ਤੇ ਉਹਨਾਂ ਦਾ ਸਾਡੇ ਸ਼ਾਇਦ ਮਤਲਬ ਕਿ ਇਸ ਡਰੋ ਤੋਂ ਬਾਅਦ ਫਿਰ ਵੀ ਮਤਲਬ ਕਿ ਬਹੁਤ ਸਾਰਾ ਤਬਕਾ ਉਹ ਫਿਰ ਵੀ PR ਨੂੰ ਲਾਈਟਲੀ ਲੈਣ ਲੱਗ ਪਿਆ ਨਾ। ਯੈਸ। ਤੇ ਬਟ ਕਹਿੰਦੇ ਕਿ ਜੇ ਇਹਦੀ ਕੀਮਤ ਪੁੱਛਣੀ ਹੈ ਨਾ, ਕਦੀ ਆਸਟ੍ਰੇਲੀਆ ਵਾਲੇ ਬੰਦਿਆਂ ਨੂੰ ਫੋਨ ਕਰਕੇ ਦੇਖਿਓ ਜਾਂ ਨਿਊਜ਼ੀਲੈਂਡ, ਜਿਹੜੇ ਵਿਚਾਰੇ 10-10 ਸਾਲ ਹੋ ਗਏ ਗਿਆਂ ਨੂੰ, ਤੇ ਉਹ ਕਹਿੰਦੇ ਕਿ ਇਹ ਤੁਹਾਡੀ ਸਰਕਾਰ 'ਚ ਇੱਕ ਤਰ੍ਹਾਂ ਦਾ ਰੱਬ ਹੀ ਵੱਸਦਾ ਜਿਹੜਾ ਇਹ ਕੰਮ ਹੋ ਰਿਹਾ। ਤੁਸੀਂ ਆਸਟ੍ਰੇਲੀਆ ਵੀ ਕਿਉਂ ਜਾਣਾ ਜੀ? ਆਸਟ੍ਰੇਲੀਆ ਟਿਕਟ ਕਰਕੇ ਜਾਣਾ ਪਊ ਜਾਂ ਫੋਨ ਕਰਨਾ ਪਊਗਾ ਤੁਹਾਨੂੰ। ਇੱਥੇ ਬੰਦੇ ਐਸੇ ਮਿਲਾ ਸਕਦੇ ਆ ਜਿਹੜੇ ਰੈਫਿਊਜੀਜ਼ ਪੱਕੇ ਹੋਏ ਆ, ਬੜੇ ਵਧੀਆ ਬਿਜ਼ਨਸ ਇੱਥੇ ਖੜੇ ਕੀਤੇ ਹੋਏ ਉਹਨਾਂ ਨੇ, ਪਰ ਹੋਏ ਰੈਫਿਊਜੀਜ਼ ਪੱਕੇ ਆ, ਠੀਕ ਹੈ ਜੀ। ਬੜੇ ਵਧੀਆ ਬੰਦੇ, ਵੈਲ ਨੋਨ ਬੰਦੇ ਆ ਜਿਹੜੇ ਵੀ ਵਧੀਆ ਬਿਜ਼ਨਸ ਸੈੱਟ ਕਰਕੇ ਬੈਠੇ, ਉਹਨਾਂ ਨੂੰ ਵੀ ਕੀਮਤ ਪੁੱਛੀ ਜਾ ਸਕਦੀ ਹੈ। ਜਿਹੜੇ ਮੈਕਸੀਕੋ ਦੀਆਂ ਕੰਧਾਂ ਟੱਪ ਕੇ ਕੈਨੇਡਾ ਤੋਂ ਆਪਣਾ USA ਤੋਂ ਕੈਨੇਡਾ ਦਾ ਬਾਰਡਰ ਮਤਲਬ ਗੋਲੀਆਂ ਦੇ ਥੱਲਿਓਂ ਦੀ ਲੰਘ ਕੇ ਆਉਂਦੇ ਆ, ਠੀਕ ਹੈ, ਉਹਨਾਂ ਨੂੰ ਵੀ ਕੀਮਤ ਪੁੱਛੀ ਜਾ ਸਕਦੀ ਆ। ਜਾਂ ਇੱਥੇ ਜੇ ਕੋਈ ਸਟੂਡੈਂਟ ਆਇਆ, ਉਹਨੇ ਬੰਦੇ ਨੇ 7-8 ਸਾਲ ਖਰਾਬ ਕੀਤੇ, ਕੈਨੇਡਾ ਦੇ ਵਿੱਚ 7-8 ਸਾਲ ਖਰਾਬ ਕਰਨੇ ਬੜੀ ਵੱਡੀ ਗੱਲ ਹੈ, ਆਸਟ੍ਰੇਲੀਆ 'ਚ ਤੇ ਨਿੱਕੀ ਜਿਹੀ ਗੱਲ ਹੈ, ਪਰ 7-8 ਸਾਲ ਕੈਨੇਡਾ ਦੇ ਵਿੱਚ PR ਦੇ ਲਈ ਖਰਾਬ ਕਰਨੇ ਇਹ ਬੜੀ ਤਗੜੀ ਗੱਲ ਹੋ ਜਾਂਦੀ ਆ। ਤਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਵੈਲਿਊ, ਤੁਸੀਂ ਸਾਨੂੰ ਵੀ ਪੁੱਛ ਸਕਦੇ ਹੋ ਆ ਕੇ ਤੁਸੀਂ ਕਿੱਦਾਂ PR ਲਈ ਹੈ, ਤੁਹਾਨੂੰ ਵੀ ਪੁੱਛ ਸਕਦੇ ਤੁਸੀਂ ਕਿੱਦਾਂ PR ਲਈ ਆ। ਸੋ ਮੈਨੂੰ ਇੰਨਾ ਪਤਾ ਹੈ ਕਿ ਜਦੋਂ ਕੰਮ ਉਦੋਂ ਕਰਨੇ ਹੁੰਦੇ ਸੀਗੇ, ਹੁਣ ਵੀ ਬੱਚੇ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਸਿੰਸੀਅਰ ਬੱਚੇ ਆਉਂਦੇ ਆ ਕਈ, ਜਿਨ੍ਹਾਂ ਨੇ ਆਪਣਾ ਟਰੈਕ ਰੱਖਿਆ ਹੁੰਦਾ ਹਰ ਇੱਕ ਚੀਜ਼ ਦਾ। ਓਕੇ, ਮੈਂ ਇਦੋਂ ਸਟੱਡੀ ਪੂਰੀ ਕਰਨੀ ਆ, ਇੰਨੇ ਕੁ ਸਾਲ 'ਚ ਮੈਂ PR ਹੋਣਾ ਆ, ਉਸ ਤੋਂ ਬਾਅਦ ਮੈਂ ਆਹ ਚੀਜ਼ ਕਰਨੀ ਆ, ਮੈਂ ਕਰੀਅਰ ਦੇ ਵਿੱਚ ਇੱਦਾਂ ਜਾਣਾ ਆ, ਕਰੀਅਰ ਤੋਂ ਬਾਅਦ ਜਿਹੜਾ ਹੈਗਾ ਜੀ ਮੈਂ ਆਹ ਬਿਜ਼ਨਸ ਕਰਨਾ ਹੈ, ਮੈਂ ਆਹ ਜੌਬ ਕਰਨੀ। ਉਹਨਾਂ ਕੋਲ ਹਰ ਇੱਕ ਚੀਜ਼ ਦਾ ਟਰੈਕ ਹੁੰਦਾ ਆ। ਸੋ ਉਹਨਾਂ ਨੂੰ ਕੀਮਤ ਪੁੱਛ ਕੇ ਵੇਖੋ PR ਦੀ, ਜਾਂ ਜਿੰਨੇ ਜਿਹੜਾ ਬੱਚਾ ਡਿਪਲੋਮਾ ਕਰਕੇ ਆਇਆ ਸੀ ਉਹਨੇ ਅੱਗੇ ਡਿਗਰੀ ਮਾਸਟਰਸ ਕਰਨੀ, ਉਹਨੂੰ ਕੀਮਤ ਪੁੱਛੀ ਜਾ ਸਕਦੀ ਹੈ। ਸੋ ਬੇਸਿਕਲੀ ਇਹ ਚੀਜ਼ ਹੈ ਕਿ PR ਦੀ ਕੀਮਤ ਤੇ ਬਹੁਤ ਹੈ। ਇਹ ਤੇ ਜਿਨ੍ਹਾਂ ਨੂੰ ਮਿਲ ਗਈ ਆ ਜਾਂ ਜਿਹੜਾ ਲਾਈਟਲੀ ਲੈਂਦਾ ਹੈ, ਤਾਂ ਮੈਂ ਉਹਨੂੰ ਕਹੂੰਗਾ ਲਾਈਟਲੀ ਨਾ ਲਓ, ਬਹੁਤ ਵਧੀਆ ਚੀਜ਼ ਆ, ਕਿਉਂਕਿ ਬੜੀਆਂ ਓਪਰਚੁਨਿਟੀਜ਼ ਤੁਹਾਨੂੰ ਓਪਨ ਹੋ ਜਾਂਦੀਆਂ PR ਤੋਂ ਬਾਅਦ, ਠੀਕ ਹੈ ਜੀ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਸੀਂ ਜਿਹੜਾ ਹੈਗਾ ਜੇ ਐਲੀਜੀਬਲ ਹੈਗੇ ਹੋ ਤਾਂ ਆਪਣੀਆਂ ਪ੍ਰੋਫਾਈਲਸ ਕ੍ਰੀਏਟ ਕਰਨੀਆਂ ਨਾ ਭੁੱਲੋ। ਤੋ ਜੀ ਹੁਣ ਸਮਾਂ ਹੋ ਗਿਆ ਇੱਕ ਹੋਰ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਇਸੇ ਮੁੱਦੇ ਤੇ ਆਪਾਂ ਹੋਰ ਵੀ ਕੁਝ ਗੱਲਾਂ ਜਿਹੜੇ ਸਾਨੂੰ ਸਪੈਸ਼ਲੀ ਸਾਡੇ ਗੈਸਟ ਵੱਲੋਂ ਕੁਐਸਚਨ ਆਏ ਹੋਏ ਆ,
ਤੇ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਦੱਸ ਚੁੱਕਾ ਕਿ ਤੁਸੀਂ ਸਫਰ ਟੀਵੀ ਤੇ ਕੋਈ ਵੀ ਤੁਹਾਡੇ ਦਿਮਾਗ 'ਚ ਕੁਐਸਚਨ ਹੁੰਦਾ, ਚਾਹੇ ਇਮੀਗ੍ਰੇਸ਼ਨ ਰਿਲੇਟਡ ਹੋਵੇ, ਚਾਹੇ ਰੀਅਲ ਸਟੇਟ ਰਿਲੇਟਡ ਹੋਵੇ, ਚਾਹੇ ਇੱਥੇ ਦੇ ਕੋਈ ਹੋਰ ਤੁਹਾਡਾ ਮੁੱਦਾ ਹੋਵੇ, ਤਾਂ ਤੁਸੀਂ ਸਾਨੂੰ ਸਫਰ ਟੀਵੀ ਤੇ ਐਨੀ ਟਾਈਮ ਮੈਸੇਜ ਕਰ ਸਕਦੇ ਹੋ, ਜਾਂ ਗੁਰਿੰਦਰ ਸਿੰਘ 09 ਤੁਸੀਂ ਇੰਸਟਾ ਤੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ। ਤੁਹਾਡੇ ਉਹ ਕੁਐਸਚਨ ਨੂੰ ਜੇ ਸਾਡੇ ਕੋਲ ਉਹਦਾ ਆਨਸਰ ਹੋਊਗਾ ਉਦੋਂ ਹੀ ਜਵਾਬ ਦਿੱਤਾ ਜਾਊਗਾ, ਨਹੀਂ ਜਦੋਂ ਵੀ ਸਾਡਾ ਨੈਕਸਟ ਪ੍ਰੋਗਰਾਮ ਆਉਂਦਾ ਜਾਂ ਉਸ ਤੋਂ ਨੈਕਸਟ ਕੋਸ਼ਿਸ਼ ਕਰਾਂਗੇ ਉਸ ਕੁਐਸਚਨ ਰਿਲੇਟਡ ਹੀ ਆਪਾਂ ਐਕਸਪਰਟ ਬੁਲਾ ਕੇ ਤੇ ਤੁਹਾਡੇ ਉਹ ਡਾਊਟ ਆਪਾਂ ਕਲੀਅਰ ਕਰ ਸਕੀਏ। ਤਾਂ ਹੁਣ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ। ਕੀ ਗੱਲ ਮੁੰਡਿਆ, ਬੜਾ ਉਦਾਸ ਜਿਹਾ ਬੈਠਾ? ਕੀ ਦੱਸਾਂ, ਮੇਰਾ ਤਾਂ ਅੱਜ ਫੇਰ ਲੋਡ ਕੈਨਸਲ ਹੋ ਗਿਆ। ਬਸ ਇੰਨੀ ਕੁ ਗੱਲ, ਹੁਣੇ BTS ਕੈਰੀਅਰ ਇੰਕ ਉੱਤੇ ਚੱਲ। ਉਹਨਾਂ ਨੂੰ ਜ਼ਰੂਰਤ ਹੈ ਓਨਰ, ਆਪਰੇਟਰਸ ਅਤੇ ਟਰੱਕ ਡਰਾਈਵਰਸ ਦੀ। Come on by here and see us at BTS. We're always hiring professional drivers. We offer great pay, a dedicated team of dispatchers, and all new equipment. ਜੀ ਹਾਂ, ਤੁਸੀਂ ਚੰਗੀ ਮਾਈਲੇਜ ਦੇ ਨਾਲ ਬਹੁਤ ਵਧੀਆ ਡਾਲਰ ਕਮਾ ਸਕਦੇ ਹੋ। ਤੁਸੀਂ ਕਾਲ ਕਰਨੀ ਹੈ ਰਸਟੀ ਸੇਖੋਂ ਉਹਨਾਂ ਨੂੰ 734 737 0441 ਉੱਤੇ। ਜੀ ਹਾਂ, 734 737 0441 ਉੱਤੇ ਤੁਸੀਂ ਰਸਟੀ ਸੇਖੋਂ ਉਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ, ਜਾਂ ਵਿਜ਼ਿਟ ਕਰੋ btscareers.com। ਤਾਂ ਬ੍ਰੇਕ ਤੋਂ ਬਾਅਦ ਇੱਕ ਵਾਰੀ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਬਾਈ ਜੀ, ਹੁਣ ਕੁਝ ਹੋਰ ਜਿਹੜੇ ਕੁਐਸਚਨ ਸਾਡੇ ਆਏ ਆ, ਇੱਕ ਸਪੈਸ਼ਲੀ ਬਹੁਤ ਕਨਫਿਊਜ਼ਨ ਚੱਲ ਰਹੀ ਹੈ ਨਾ। ਹਾਂਜੀ ਕਿ ਮੈਨੂੰ ਵੀ ਇੰਡੀਆ ਤੋਂ ਫੋਨ ਆਉਂਦੇ ਆ ਕਈ ਵਾਰੀ ਕਿ ਵੀਜ਼ਾ ਲੱਗ ਕੇ ਆ ਰਿਹਾ, ਹਾਂਜੀ ਵੀਜ਼ੇ ਦੇ ਨਾਲ ਇੱਕ ਲੈਟਰ ਆ ਰਹੀ ਹੈ ਕਿ ਤੁਸੀਂ ਅਜੇ ਟਰੈਵਲ ਨਹੀਂ ਕਰ ਸਕਦੇ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਕਿ ਤੁਹਾਨੂੰ ਅਪਰੂਵਲ ਲੈਣੀ ਪੈਣੀ ਹੈ ਹਾਂਜੀ ਟਰੈਵਲ ਵਾਸਤੇ। ਹਾਂਜੀ ਉਹ ਦੁਬਾਰਾ ਉਹਨਾਂ ਨੂੰ ਮੇਲ ਪਾਉਂਦੇ ਆ। ਹਾਂਜੀ ਮੇਲ 'ਚ ਕਈਆਂ ਨੂੰ ਅਪਰੂਵਲ ਮਿਲ ਜਾਂਦੀ ਹੈ, ਕਈਆਂ ਨੂੰ ਨਹੀਂ ਮਿਲਦੀ ਹੈ। ਉਹੀ ਬੰਦਾ ਬਾਅਦ 'ਚ ਜਦੋਂ ਇੱਥੇ ਕੈਨੇਡਾ ਲੈਂਡ ਹੁੰਦਾ, ਉਹਨੂੰ ਇਮੀਗ੍ਰੇਸ਼ਨ ਵਾਲੇ ਕੁਛ ਨਹੀਂ ਪੁੱਛਦੇ, ਉਹਦੀ ਐਂਟਰੀ ਕਰਾ ਰਹੇ ਆ। ਤੇ ਕੁਛ ਲਕੀਰ ਦੇ ਫਕੀਰ ਉਹਨਾਂ ਨੂੰ ਮੇਲ ਆ ਜਾਂਦੀ, ਉਹ ਟਰੈਵਲ ਨਹੀਂ ਕਰਦੇ। ਠੀਕ ਹੈ ਜੀ। ਮਤਲਬ ਕਿ ਕਨਫਿਊਜ਼ਨ ਇਹ ਹੋ ਰਹੀ ਹੈ, ਨਾ ਤਾਂ ਇਹਨਾਂ ਨੂੰ ਬੱਚਿਆਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਟਰੈਵਲ ਕਰ ਸਕਦੇ ਆ ਜਾਂ ਨਹੀਂ। ਦੂਸਰੇ ਨੰਬਰ ਤੇ ਕੁਆਰੰਟਾਈਨ ਪਲਾਨ ਦੀ ਬਹੁਤ ਕਨਫਿਊਜ਼ਨ ਹੋ ਰਹੀ ਹੈ। ਤੇ ਇੱਕ ਜਿਹੜਾ ਹੁਣ ਨਵਾਂ ਚੀਜ਼ ਆਈ ਹੈ ਕਿ ਅਪ ਟੂ $2000 ਤੁਹਾਨੂੰ 3 ਦਿਨਾਂ ਦਾ ਪੇ ਕਰਨਾ ਪੈ ਸਕਦਾ ਕਿ ਜਦੋਂ ਤੱਕ ਤੁਹਾਡਾ ਕੋਵਿਡ ਦਾ ਰਿਜ਼ਲਟ ਨਹੀਂ ਆਉਂਦਾ। ਉਹ ਵਾਲੀ ਚੀਜ਼ ਕਿਹੜੀ ਡੇਟ ਤੋਂ ਇੰਪਲੀਮੈਂਟ ਹੋ ਰਹੀ ਹੈ, ਕਿੱਦਾਂ ਵਰਕ ਕਰੂਗੀ, ਪਲੀਜ਼ ਉਹ ਜ਼ਰੂਰ ਦੱਸੋ। ਬੜੇ ਕੁਐਸਚਨ ਆਏ। ਸੋ ਜਿਹੜਾ ਗੁਰਿੰਦਰ ਜੀ ਟਰੈਵਲ ਹੈ ਰਿਸਟ੍ਰਿਕਸ਼ਨਸ, ਕੈਨੇਡਾ ਦੀਆਂ ਟਰੈਵਲ ਰਿਸਟ੍ਰਿਕਸ਼ਨਸ ਆ, ਉਹ ਪਿਛਲੇ ਸਾਲ ਤੋਂ ਬਹੁਤ ਜ਼ਿਆਦੀਆਂ ਇਨ ਪਲੇਸ ਹੈਗੀਆਂ। ਪਹਿਲਾਂ ਬਹੁਤ ਸਟ੍ਰਿਕਟ ਸੀਗੀਆਂ ਕਿਉਂਕਿ ਕੋਈ ਵੀ ਟਰੈਵਲ ਨਹੀਂ ਸੀਗਾ ਕਰ ਰਿਹਾ। ਬਹੁਤ ਸਾਰੇ ਸਿਟੀਜ਼ਨ ਤੇ PR ਬੰਦੇ ਇੰਡੀਆ ਦੇ ਵਿੱਚ ਫਸੇ ਸੀਗੇ, ਤਾਂ ਉਹਨਾਂ ਨੂੰ ਵੀ ਉਹਨਾਂ ਨੇ ਨਿਕਾਲਿਆ। ਹੁਣ ਜਿਹੜੇ ਟੈਂਪਰੇਰੀ ਬੰਦੇ ਆ, ਜੇ ਤੁਸੀਂ ਵਿਜ਼ਟਰ ਹੋ ਤਾਂ ਤੁਹਾਨੂੰ ਉਹ ਟਰੈਵਲ ਦੀ ਜਿਹੜੀ ਲੈਟਰ ਆ ਉਹ ਲੈਣੀ ਜ਼ਰੂਰੀ ਆ। ਠੀਕ ਹੈ। ਉਸ ਤੋਂ ਬਗੈਰ ਉਹ ਕਿਉਂ ਜ਼ਰੂਰੀ ਆ? ਕਿਉਂਕਿ ਜਦੋਂ ਟਰੈਵਲ ਦੀ ਲੈਟਰ ਤੁਸੀਂ ਲੈਣੀ ਆ, ਤੁਸੀਂ ਇਮੀਗ੍ਰੇਸ਼ਨ ਨੂੰ ਦੱਸਣਾ ਹੈ ਕਿ ਤੁਹਾਡਾ ਕੈਨੇਡਾ ਆਉਣਾ ਕਿਉਂ ਜ਼ਰੂਰੀ ਆ, ਕਿਉਂ ਇਹ ਜ਼ਿਆਦਾ ਮੈਂਡੇਟਰੀ ਹੈਗਾ ਆ। ਫਿਰ ਰੀਜ਼ਨ ਉਹਨਾਂ ਨੂੰ ਅੱਛਾ ਲੱਗੇਗਾ, ਫਿਰ ਉਹ ਲੈਟਰ ਦਿੰਦੇ ਆ। ਅਗਲੀ ਗੱਲ ਸਟੂਡੈਂਟਸ ਦੀ ਗੱਲ ਕਰਦੇ ਹਾਂ। ਸੋ ਸਟੂਡੈਂਟਸ ਦੀ ਵਿੱਚ ਬਹੁਤ ਵੱਡੀ ਕਨਫਿਊਜ਼ਨ ਹੈ ਕਿਉਂਕਿ ਸਟੂਡੈਂਟ ਵੀ ਜਦੋਂ ਆਫਰ ਲੈਟਰ ਲੈਂਦੇ ਆ, ਜਦੋਂ ਵੀਜ਼ਾ ਅਪਲਾਈ ਕਰ ਦਿੰਦੇ ਆ, ਵੀਜ਼ਾ ਆ ਜਾਂਦਾ, ਉਹਨਾਂ ਨੂੰ ਹੁੰਦਾ ਯਾਰ ਜਲਦੀ ਤੋਂ ਜਲਦੀ ਜਾ ਕੇ ਕੰਮ ਵੀ ਕੀਤਾ ਜਾਵੇ, ਪੜ੍ਹਿਆ ਵੀ ਜਾਵੇ ਉੱਥੇ ਜਾ ਕੇ। ਤਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਜਾ ਸਕਦਾ ਕਿ ਨਹੀਂ। ਤਾਂ ਇਹ ਕਨਫਿਊਜ਼ਨ ਕਲੀਅਰ ਕਰ ਮੈਂ ਇੱਥੇ ਕਰ ਰਿਹਾ ਤੁਹਾਡੇ ਮਾਧਿਅਮ ਦੇ ਥਰੂ ਕਿ ਜੇ ਤੁਹਾਡਾ ਕਾਲਜ COVID-19 ਰੈਡੀਨੈਸ ਪਲਾਨ ਦੇ ਵਿੱਚ ਆ ਰਿਹਾ ਹੈ, ਤਾਂ ਤੁਸੀਂ ਜੇ ਤੁਹਾਡੇ ਕੋਲ ਲੈਟਰ ਹੈਗੀ ਆ ਜਿਹੜੀ ਤੁਹਾਨੂੰ ਇਮੀਗ੍ਰੇਸ਼ਨ ਦੇ ਵੱਲੋਂ ਦਿੱਤੀ ਗਈ ਆ ਜਦੋਂ ਤੁਸੀਂ ਆਪਣੀ ਫਾਈਲ ਲਾਈ ਹੈ, ਤਾਂ ਤੁਸੀਂ ਟਰੈਵਲ ਕਰ ਸਕਦੇ ਹੋ। ਐਂਡ ਵੈਲਿਡ TR ਇਜ਼ ਰਿਕੁਆਇਰਡ। ਤੁਹਾਡੇ ਜਿਹੜਾ ਪਾਸਪੋਰਟ ਤੇ ਵੀਜ਼ਾ ਜ਼ਰੂਰ ਚਾਹੀਦਾ, ਤੇ ਉਹ ਬਾਏ ਅਪਾਇੰਟਮੈਂਟ ਅੱਜ ਕੱਲ੍ਹ ਸਾਰਾ ਕੁਝ ਮਿਲ ਰਿਹਾ, ਰਾਈਟ। ਇਹ ਜ਼ਰੂਰ ਚੀਜ਼ ਹੈ ਕਿ ਪਹਿਲੇ ਵਾਲੀ ਪ੍ਰੋਸੈਸਿੰਗ ਉਨੀ ਫਾਸਟ ਨਹੀਂ ਹੈਗੀ, ਪਰ ਸਟਿਲ ਉਹ ਦੇ ਰਹੇ ਆ। ਅਗਲੀ ਗੱਲ ਰਹੀ ਜੀ ਜਿਹੜੀ ਕੁਆਰੰਟੀਨ ਹੈ ਕਿ ਕਿਹਨੂੰ ਕੁਆਰੰਟੀਨ ਕਰਨਾ ਪੈਣਾ ਹੈ, ਉਹਦਾ ਕੀ ਸਾਰਾ ਲਾਈਕ ਪ੍ਰੋਸੈਸ ਹੈਗਾ। ਤਾਂ ਉਸ ਦੇ ਵਿੱਚ ਜੇ ਤੁਸੀਂ ਕੈਨੇਡਾ ਦੇ ਵਿੱਚ ਟਰੈਵਲ ਕਰ ਰਹੇ ਹੋ, ਤਾਂ ਜਦੋਂ ਤੁਸੀਂ ਇੱਕ ਤਾਂ ਪਹਿਲੀ ਗੱਲ ਤੁਸੀਂ ਪਿਛਲੇ 72 ਘੰਟਿਆਂ ਦੇ ਵਿੱਚ, ਯਾਨੀ ਕਿ ਪਿਛਲੇ 3 ਦਿਨਾਂ ਦੇ ਵਿੱਚ ਤੁਹਾਡੇ ਕੋਲ COVID-19 ਦਾ ਰਿਜ਼ਲਟ ਚਾਹੀਦਾ, ਉਹ ਨੈਗੇਟਿਵ ਹੋਣਾ ਚਾਹੀਦਾ ਤੁਹਾਡਾ। ਠੀਕ ਹੈ ਜੀ। ਇੱਕ ਤੇ ਤੁਸੀਂ ਉਹ ਸ਼ੋਅ ਕਰਨਾ। ਸੈਕਿੰਡ ਚੀਜ਼, ਤੁਸੀਂ ਜਦੋਂ ਕੈਨੇਡਾ ਦੇ 에ਅਰਪੋਰਟ ਤੇ ਅਰਾਈਵ ਕਰਦੇ ਹੋ ਤਾਂ ਇੱਥੇ ਇੱਕ ਮੋਲੀਕੂਲਰ ਟੈਸਟ ਹੁੰਦਾ ਹੈ। ਠੀਕ ਹੈ ਜੀ। ਉਹ ਮੋਲੀਕੂਲਰ ਟੈਸਟ ਤੁਹਾਡਾ ਕੈਨੇਡਾ ਦੇ ਵਿੱਚ ਔਨ ਅਰਾਈਵਲ ਹੋਣਾ ਆ। ਠੀਕ ਹੈ। ਔਨ ਅਰਾਈਵਲ ਜਦੋਂ ਟੈਸਟ ਹੋ ਜਾਣਾ, ਫਿਰ ਉਸ ਟੈਸਟ ਦੇ ਰਿਜ਼ਲਟ ਲਈ 3 ਦਿਨ ਵੇਟ ਕਰਨੀ ਪੈਂਦੀ ਆ। ਠੀਕ ਹੈ ਜੀ। ਉਹ 3 ਦਿਨ ਹੁਣ ਤੁਹਾਨੂੰ ਜਿਹੜਾ ਹੈਗਾ ਜੀ ਉਹਨਾਂ ਦੇ ਵੈਬਸਾਈਟ ਤੇ ਜਾ ਕੇ ਹੋਟਲਸ ਵਗੈਰਾ ਚੈੱਕ ਕਰਨੇ ਪੈਣਗੇ, ਉਹਨਾਂ ਦੇ ਵਿੱਚ ਹੀ ਰਹਿਣਾ ਪੈਂਦਾ ਤੁਹਾਨੂੰ। ਇਹ ਕਿੰਨੀ ਡੇਟ ਤੋਂ ਇੰਪਲੀਮੈਂਟ ਹੋਇਆ? ਇਹ ਫਰਵਰੀ 14 2021। ਬਾਈ ਜੀ, ਬਟ ਮੈਂ ਤੁਹਾਨੂੰ ਟੋਕਣਾ ਚਾਹਾਂਗਾ ਹਾਂਜੀ, ਕਿਉਂਕਿ ਮੇਰੇ ਜਿਹੜੇ ਕੰਟੈਕਟ 'ਚ ਹੀ ਬੰਦੇ ਆਏ, ਹਾਂਜੀ ਹਾਂਜੀ, ਉਹਨਾਂ ਦਾ ਉਹ ਟੈਸਟ ਵੀ ਹੋਇਆ, ਹਾਂਜੀ, ਬਟ ਉਹ ਜਿਹੜੀ ਉਹਨਾਂ ਦੀ ਕੁਆਰੰਟਾਈਨ ਪਲੇਸ ਸੀਗੀ, ਹਾਂਜੀ,
ਜਿਹੜੀ ਉਹਨਾਂ ਨੇ ਬੇਸਮੈਂਟ ਬੁੱਕ ਕੀਤੀ ਹੋਈ ਸੀ ਹਾਂਜੀ। ਉੱਥੇ ਰਹਿ ਰਹੇ, ਉਹਨਾਂ ਨੂੰ ਹੋਟਲ 'ਚ ਇੱਕ ਦਿਨ ਵੀ ਨਹੀਂ ਰਿਹਾ। ਨਹੀਂ ਉਹ ਉਸ ਤੋਂ ਬਾਅਦ ਮੈਂ ਇਹ ਚੀਜ਼ ਕਲੈਰੀਫਾਈ ਕਰ ਰਿਹਾ। ਹੋ ਸਕਦਾ ਉਹ ਪਹਿਲੋਂ ਟਰੈਵਲ ਹੋਣ। ਪਹਿਲੀ ਗੱਲ, ਜਦੋਂ ਮੈਂ ਵੀ ਇੰਡੀਆ ਤੋਂ ਆਇਆ ਪਿਛਲੇ ਸਾਲ, ਤਾਂ ਉਦੋਂ ਨਹੀਂ ਸੀ ਚੀਜ਼ ਹੈਗੀ, ਕੁਆਰੰਟਾਈਨ ਕੁਝ ਵੀ ਨਹੀਂ ਸੀ ਹੈਗਾ ਉਦੋਂ। ਬਾਅਦ ਦੇ ਵਿੱਚ ਉਹਨਾਂ ਨੇ ਇੰਪਲੀਮੈਂਟੇਸ਼ਨ ਕੀਤੀ ਨਹੀਂ, ਹੈ ਉਹ ਸਾਰੀ। ਇੱਥੇ ਪਹੁੰਚੀ ਹੈ ਜੀ 17 ਤਰੀਕ। ਪਰ ਇਹ ਜਿਹੜੀਆਂ ਰੈਸਟ੍ਰਿਕਸ਼ਨਸ ਆ ਉਹ ਆਈਆਂ ਹੋਈਆਂ ਹੈ, ਰਾਈਟ। ਠੀਕ ਹੈ। ਤਾਂ ਉਹ 3 ਦਿਨ ਦੇ ਵਿੱਚ ਤੁਹਾਡਾ ਰਿਜ਼ਲਟ ਆਉਂਦਾ ਹੈ, ਹਾਂਜੀ। ਠੀਕ ਹੈ। ਰਿਜ਼ਲਟ ਜੇ ਤਾਂ ਨੈਗੇਟਿਵ ਆ ਗਿਆ ਤਾਂ ਤੁਸੀਂ ਜਿਹੜਾ ਅਗਲੇ ਜਾ ਕੇ ਜਿਹੜਾ ਹੈਗਾ, ਤੁਸੀਂ ਜਿੱਥੇ ਵੀ ਤੁਹਾਡੀ ਪਲੇਸ, ਜੋ ਵੀ ਤੁਸੀਂ ਆਪਾਂ ਨੂੰ ਉਹਨਾਂ ਨੂੰ ਕੁਆਰੰਟਾਈਨ ਪਲਾਨ ਦਿੰਦੇ ਆ, ਤਾਂ ਉਹ ਕੁਆਰੰਟਾਈਨ ਪਲਾਨ ਜਿਹੜਾ ਹੈਗਾ ਜੀ, ਤੁਸੀਂ ਉਹਨਾਂ ਨੂੰ ਸ਼ੋਅ ਕਰਨਾ, ਉੱਥੇ ਜਾ ਕੇ ਆਪਣਾ ਕੁਆਰੰਟਾਈਨ ਪੂਰਾ ਕਰਨਾ। ਠੀਕ ਹੈ ਜੀ। ਜੇ ਤੁਹਾਡਾ ਉਹ ਟੈਸਟ ਪੋਜ਼ਿਟਿਵ ਆ ਜਾਂਦਾ ਹੈ ਤਾਂ ਦੇ ਵਿਲ ਰੀਡਾਇਰੈਕਟ ਯੂ ਟੂਵਰਡਸ ਗਵਰਨਮੈਂਟ ਫੈਸਿਲਿਟੀ। ਗਵਰਨਮੈਂਟ ਦੇ ਵੱਲੋਂ ਜਿਹੜੀਆਂ ਫੈਸਿਲਿਟੀਜ਼ ਆ, ਜੇ ਪੋਜ਼ਿਟਿਵ ਤੁਹਾਡਾ ਮੋਲੀਕੂਲਰ ਟੈਸਟ ਆ ਜਾਂਦਾ ਆ, ਤਾਂ ਤੁਹਾਨੂੰ ਉਹਨਾਂ ਦੇ ਜਿਹੜੀ ਗਵਰਨਮੈਂਟ ਦੀਆਂ ਪਲੇਸਿਸ ਆ ਉੱਧਰ ਜਾ ਕੇ ਤੁਹਾਨੂੰ ਸਟੇ ਕਰਨਾ ਪਏਗਾ। ਕਹਿਣ ਦਾ ਮਤਲਬ ਕਿ ਉਹਨਾਂ ਨੇ ਕਰਤਾ ਹੁਣ ਹਾਂਜੀ ਕਿ ਜਦੋਂ ਤੱਕ ਪਹਿਲੀ ਗੱਲ ਰਿਜ਼ਲਟ ਨਹੀਂ ਆਉਂਦਾ, ਹਾਂਜੀ, ਉਹ 3 ਦਿਨ ਤੱਕ ਹੋਟਲ 'ਚ ਰਹਿਣਾ। ਹਾਂਜੀ ਹਾਂਜੀ। ਤੇ ਬਟ ਉਹ ਜਿਹੜਾ ਇੱਕ ਵਹਿਮ ਆ ਲੋਕਾਂ ਨੂੰ ਕਿ $2000, ਬਟ ਉਹਨਾਂ ਨੇ ਕਿਹਾ ਅਪ ਟੂ 2000। ਉਹਦਾ ਮਤਲਬ ਇਹ ਹੈ ਕਿ ਜਿਹੜੀਆਂ ਵੀ ਉਹਨਾਂ ਨੇ ਫੈਸਿਲਿਟੀਜ਼ ਜਿਹੜੀਆਂ ਚੂਜ਼ ਕੀਤੀਆਂ, ਜਿਹੜੇ ਵੀ ਹੋਟਲਸ ਵਗੈਰਾ ਨੂੰ ਉਹਨਾਂ ਨੇ ਐਗਰੀਮੈਂਟਸ ਕੀਤੇ ਆ, ਉਹ ਡਿਫਰੈਂਟ ਆ ਨਾ। ਸੋ ਕਈਆਂ ਦੇ ਵਿੱਚ ਖਰਚਾ ਘੱਟ ਆ, ਕਈਆਂ ਜ਼ਿਆਦਾ, ਬਟ ਅਪ ਟੂ ਮੈਕਸਿਮਮ $2000 ਤੱਕ ਜਾ ਸਕਦਾ ਆ। ਡਿਪੈਂਡ ਕਰਦਾ ਅਵੇਲੇਬਿਲਿਟੀ ਤੇ। ਸੋ ਉਹਦਾ ਮਤਲਬ ਇਹ ਨਹੀਂ ਹੈ ਕਿ 2000 ਹੀ ਜਾਣਾ, ਬਟ ਅਪ ਟੂ ਇਟ ਕੈਨ ਗੋ ਅਪ ਟੂ $2000। ਇੱਕ ਜੀ ਜਿਹੜਾ ਥੋੜਾ ਜਿਹਾ ਵਹਿਮ ਸੀ ਸਾਰਿਆਂ ਦੇ ਚੱਲ ਰਿਹਾ ਸੀ ਕਿ ਹਾਂ ਵੀ ਟਰੈਵਲ, ਕਿ ਹਾਂ ਵੀ $2000 ਤੁਹਾਨੂੰ ਉੱਥੇ ਜਾ ਕੇ ਦੇਣਾ ਪੈਣਾ। ਉਹ ਇਦਾਂ ਨਹੀਂ ਆ ਕਿ ਹਾਂ ਵੀ ਗਵਰਨਮੈਂਟ ਆਪਣੇ ਤੁਹਾਡੇ ਕੋਲ $2000 ਮੰਗ ਰਹੀ ਹੈ ਕੋਈ ਫੀਸ। ਉਹ ਤੁਹਾਡੇ ਖਰਚਾ ਹੋਊਗਾ, ਉਹ ਡਿਪੈਂਡ ਕਰਦਾ। ਤੁਹਾਡਾ ਹੋਟਲ 400 ਚ ਵੀ ਹੋ ਸਕਦਾ, 600 ਚ ਵੀ। ਉਹਨਾਂ ਨੇ ਤਾਂ ਉਹਨੂੰ ਅਪ ਟੂ 2000 ਕਿਹਾ ਕਿਉਂਕਿ ਡਿਪੈਂਡ ਕਰਦਾ ਅਵੇਲੇਬਿਲਿਟੀ ਤੇ। ਇਹ ਨਹੀਂ ਕਿ ਤੁਸੀਂ 에ਅਰਪੋਰਟ ਤੇ ਲੈਂਡ ਕਰਦੇ ਪਏ ਹੋ ਤੇ ਤੁਹਾਨੂੰ ਦੂਜੇ ਸ਼ਹਿਰ 'ਚ ਕੁਆਰੰਟਾਈਨ ਕਰਾਉਣ। ਹਾਂਜੀ, ਇਹ ਵੀ ਨਹੀਂ ਹੈਗਾ। ਉਹਨਾਂ ਨੇ ਸਾਰਾ ਕੁਝ ਦੇਖ ਕੇ ਸਾਰਾ ਕੁਝ ਪਲਾਨ ਕੀਤਾ। ਅਗਲੀ ਗੱਲ, ਇਹ ਇੰਪਲੀਮੈਂਟੇਸ਼ਨ ਆਈ ਕਿਉਂ ਆ? ਇਹ ਇੰਪਲੀਮੈਂਟੇਸ਼ਨ ਇਸ ਲਈ ਆਈ ਆ ਕਿਉਂਕਿ ਕੋਵਿਡ-19 ਦਾ ਵੇਰੀਐਂਟ 2 ਜਿਹੜਾ ਯੂਕੇ ਦੇ ਵਿੱਚੋਂ ਆਇਆ, ਉਹ ontario ਦੇ ਵਿੱਚ ਪਾ ਲਿਆ ਗਿਆ ਸੀਗਾ। ਤਾਂ ਜਿਹੜਾ ਉਹ ਵੇਰੀਐਂਟ ਆ, ਇਟ ਵਾਸ ਮੋਰ ਡੈਡਲੀ ਦੈਨ ਕੋਵਿਡ-19। ਉਹਦਾ ਜਿਹੜਾ ਮੋਰਟੈਲਿਟੀ ਰੇਟ ਹੈ ਬਹੁਤ ਜ਼ਿਆਦਾ ਆ। ਤਾਂ ਉਸ ਕਰਕੇ ਉਹਨਾਂ ਨੂੰ ਚੀਜ਼, ਕਿਉਂਕਿ ਕੈਨੇਡਾ ਦੇ ਜਿਹੜੇ ਹਾਲਾਤ ਆ ਉਹ ਜ਼ਿਆਦਾ ਅੱਛੇ ਨਹੀਂ ਸੀਗੇ ਕੋਵਿਡ-19 ਦੇ ਵਿੱਚ। ਪਹਿਲਾਂ ਰੈਸਟ੍ਰਿਕਸ਼ਨਸ ਇੰਨੀਆਂ ਨਾ ਲਾਉਣ ਕਰਕੇ ਜਾਂ ਖੁੱਲ੍ਹਾ ਰੱਖਣ ਕਰਕੇ ਕੈਨੇਡਾ ਨੂੰ ਬਹੁਤ ਜ਼ਿਆਦਾ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਰ ਜਿਹੜਾ ਕੈਨੇਡਾ ਗਵਰਨਮੈਂਟ ਨੇ ਸਪੋਰਟ ਕੀਤੀ ਆ, ਚਲੋ ਜਿਹੜੇ ਟਰੈਵਲਰਸ ਆ ਰਹੇ ਉਹਨਾਂ ਨੂੰ ਤੇ ਚਲੋ ਠੀਕ ਆ, ਦੂਸਰੀਆਂ ਕੰਟਰੀਜ਼ ਤੇ ਟਰੈਵਲ ਵੀ ਨਹੀਂ ਕਰਨ ਦੇ ਰਹੀਆਂ ਤੁਹਾਨੂੰ, ਠੀਕ ਹੈ। ਐਂਡ ਇੱਥੇ ਆਣ ਕੇ ਜਿਹੜੇ ਕੈਨੇਡਾ ਦੇ ਵਿੱਚ ਬੰਦੇ, ਉਹਨਾਂ ਨੂੰ ਸਪੋਰਟ ਵੀ ਬਹੁਤ ਕੀਤੀ ਜਾ ਰਹੀ ਆ। ਐਂਡ ਜਦੋਂ ਤੱਕ ਕੋਵਿਡ-19 ਦੀ ਸਾਰਿਆਂ ਨੂੰ ਵੈਕਸੀਨ ਹੀ ਲੱਗ ਜਾਂਦੀ, ਇਹ ਜਿਹੜੇ ਰੂਲਸ ਆ, ਇਹ ਜਿਹੜੇ ਇੰਪਲੀਮੈਂਟੇਸ਼ਨਸ ਆ, ਇਹ ਇਦਾਂ ਹੀ ਜਿਹੜੀ ਕੰਟੀਨਿਊ ਰਹਿਣ ਦੀ ਆਸ ਹੈਗੀ ਆ। ਇੱਕ ਬਾਈ ਜੀ, ਤੁਸੀਂ ਹੁਣ ਬਿਲਕੁਲ ਉਹਨਾਂ ਕੀ ਕਹਿੰਦੇ ਕਿ ਬੰਦੇ ਦਾ ਕੰਮ ਬੋਲਦਾ। ਹਾਂਜੀ, ਕਿ ਜੋ ਤੁਹਾਡੀ ਤੁਸੀਂ ਕਲਾਇੰਟ ਮਾਰਕੀਟ ਬਣਾਈ ਆ, ਠੀਕ ਹੈ, ਉਹ ਕੰਮ ਕਰਕੇ ਬਣਾਈ ਆ। ਤੇ ਤੁਹਾਨੂੰ ਖੁਦ ਨੂੰ ਕਦੀ, ਮੈਂ ਹਮੇਸ਼ਾ ਪੁੱਛਦਾ ਹੁੰਦਾ ਕਿ ਜਦੋਂ ਕਈ ਵਾਰੀ ਇਦਾਂ ਫੀਲ ਹੁੰਦਾ ਕਿ ਉਹ ਟੇਬਲ ਦੇ ਪਰਲੇ ਪਾਸੇ ਜਿਹੜਾ ਸਟੂਡੈਂਟ ਬੈਠਾ ਨਾ, ਕਦੀ ਉਹਦੇ 'ਚ ਆਪਣਾ ਆਪ ਨਜ਼ਰ ਆਉਂਦਾ ਕਿ ਜਦੋਂ ਤੁਸੀਂ ਆਏ ਸੀ ਕਿ ਹਾਂ? ਹਾਂਜੀ, ਆਉਂਦਾ ਜ਼ਰੂਰ ਆਉਂਦਾ ਹੈ, ਕਿਉਂਕਿ ਅਸੀਂ ਤਾਂ ਰੈਗੂਲਰ ਹੀ ਜਦੋਂ ਕੋਈ ਵੀ ਬੱਚਾ ਆਉਂਦਾ ਇਸ ਦੀ ਗੱਲਬਾਤ ਕਰਨ ਲੱਗਿਆ ਵੀ ਕਈ ਵਾਰੀ ਇਹ ਚੀਜ਼ਾਂ ਦੱਸਦੇ ਹਾਂ। ਪਰ ਮੈਂ ਸਾਰਿਆਂ ਨੂੰ ਇਹ ਚੀਜ਼ ਜ਼ਰੂਰ ਕਹਿਣਾ ਚਾਹੁੰਦਾ ਕਿ ਇੱਕ ਆਪਣੀ ਰਿਸਰਚ ਜ਼ਰੂਰ ਕਰੋ। ਰਿਸਰਚ ਦੀ ਬਹੁਤ ਕਮੀ ਹੈ ਜਿਹੜੀ ਸਾਡੇ ਵਿੱਚ ਨਹੀਂ ਸੀਗੀ ਹੈਗੀ, ਟੂ ਬੀ ਓਨੈਸਟ। ਐਂਡ ਜਿੰਨੇ ਵੀ ਮੇਰੇ ਸੱਜਣ ਮਿੱਤਰ ਆ ਇੱਥੋਂ ontario ਤੋਂ, ਐਡਮਿੰਟਨ ਤੋਂ, ਅੱਜ ਤੱਕ ਬੜੇ ਵਧੀਆ ਲੈਵਲਸ ਤੇ ਸਾਰੇ ਪਹੁੰਚ ਚੁੱਕੇ। ਉਹਨਾਂ ਦੇ ਵਿੱਚ ਵੀ ਰਿਸਰਚ ਦੀ ਪ੍ਰੋਬਲਮ ਨਹੀਂ ਸੀ, ਪਰ ਇੱਥੇ ਬਹੁਤ ਹੈਗੀ ਹੈ। ਕਈਆਂ ਨੂੰ ਪ੍ਰੋਵਿੰਸਿਸ ਜਿਹੜੇ ਆਪਾਂ ਦੱਸਦੇ ਨਾ PNP ਦੇ, ਉਹ ਨਾਮ ਨਹੀਂ ਪ੍ਰੋਪਰ ਪਤਾ ਹੁੰਦੇ। ਕਿਉਂ? ਕਿਉਂਕਿ ਆਪਾਂ ਬਰੈਂਪਟਨ, ਟੋਰਾਂਟੋ, ontario ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਨਾ ਹੀ ਅਸੀਂ ਸੋਚਿਆ ਵਾ ਬਾਹਰ ਦਾ। ਤੇ ਕਈ ਸਟੂਡੈਂਟ ਇਸ ਤਰ੍ਹਾਂ ਦੇ ਵੀ ਹੈਗੇ ਆ ਜਿਹੜੇ ਪਹੁੰਚ ਕੇ ਹੀ ਦੂਸਰੇ ਪ੍ਰੋਵਿੰਸਿਸ ਦੇ ਵਿੱਚ ਜਾਂ ਜਗ੍ਹਾ ਦੇ ਵਿੱਚ ਜਾਂ ਪਾਇਲਟ ਪ੍ਰੋਗਰਾਮ ਚੈੱਕ ਕਰਕੇ ਉੱਥੋਂ ਜਾ ਕੇ ਫੋਨ ਕਰਦੇ ਆ ਕਿ ਹਾਂਜੀ ਪਹੁੰਚ ਚੁੱਕੇ ਆ, ਜੇ ਜੌਬ ਨਹੀਂ ਮਿਲਦੀ ਤਾਂ ਤੁਹਾਡੇ ਕੋਲ ਹੈਗੀ ਆ ਜਾਂ ਨਹੀਂ, ਤੇ ਜਾਂ ਆਪਣਾ ਪ੍ਰੋਸੈਸ ਕੰਪਲੀਟ ਸਾਰਾ ਜੌਬ ਵਗੈਰਾ ਲੈ ਕੇ ਫਾਈਲਿੰਗ ਪ੍ਰੋਸੈਸ ਸਾਡੇ ਕੋਲ ਕਰਵਾਉਂਦੀ ਹੈ। ਤਾਂ ਰਿਸਰਚ ਆਪਣੀ ਪੂਰੀ ਰੱਖੋ। ਰਿਸਰਚ ਦੇ ਵਿੱਚ ਕਮੀ, ਕਿਉਂਕਿ ਫ੍ਰੀ ਇਨਫੋਰਮੇਸ਼ਨ ਹੈ। ਆਪਾਂ ਟਿਕਟੋਕ ਵੀ ਸਕਰੋਲ ਕਰਦੇ ਆ, ਆਪਾਂ ਇੰਸਟਾ ਵੀ ਸਕਰੋਲ ਕਰਦੇ ਆ, YouTube ਵੀ। ਉਹਦਾ ਥੋੜਾ ਟਾਈਮ ਘਟਾ ਕੇ ਜਦੋਂ ਆਪਾਂ ਨੂੰ ਲੋੜ ਆ, ਇਹ ਪਹਿਲੇ ਪੀਰੀਅਡ ਦੇ ਵਿੱਚ ਲੋੜ ਹੁੰਦੀ, ਜਦੋਂ ਤੁਸੀਂ ਸਟੱਡੀ ਫਿਨਿਸ਼ ਕਰਦੇ ਉਸ ਤੋਂ ਬਾਅਦ ਹੀ ਗਾਈਡੈਂਸ ਦੀ ਲੋੜ ਹੁੰਦੀ ਹੈ। ਉਦੋਂ ਰਿਸਰਚ ਆਪਣੀ ਪ੍ਰੋਪਰ ਰੱਖੋ। ਜੇ ਰਿਸਰਚ ਪ੍ਰੋਪਰ ਹੋਏਗੀ ਤਾਂ ਟਾਈਮ ਸੇਵ ਹੋਏਗਾ ਤੁਹਾਡਾ। ਕਈ ਬੱਚੇ 2-2 ਸਾਲ ਵੇਸਟ ਕਰਕੇ CC ਲੈਵਲ, DD ਲੈਵਲ 'ਚ ਜੌਬ ਕਰਕੇ ਲਾਸਟ ਵਾਲੇ ਸਾਲ 'ਚ ਸਾਡੇ ਕੋਲ ਆਉਂਦੇ ਆ। ਤਾਂ ਉਹਨਾਂ ਨੂੰ ਸ਼ੁਰੂ ਤੋਂ ਮੈਂ ਇਹ ਕਹਿੰਦਾ ਕਿ ਜੇ ਤੁਹਾਡੇ ਕੋਲ ਜੌਬ ਨਹੀਂ ਸੀਗੀ ਹੈਗੀ ਤਾਂ ਤੁਸੀਂ ਜਾਂ ਤਾਂ ਜੌਬ ਫਾਈਂਡ ਕਰਨੀ ਸੀਗੀ, ਤੇ ਜਾਂ ਤੁਸੀਂ ਜਿਹੜੀਆਂ ਆਪਣੀਆਂ ਪ੍ਰੋਵਿੰਸ ਹੀ ਚੇਂਜ ਕਰਕੇ ਆਪਣੀ PR ਤੇ ਲੈ ਲੈਣੀ। ਹੁਣ ਲਾਸਟ ਵਾਲੇ ਈਅਰ ਦੇ ਵਿੱਚ ਫਿਰ ਲਿਮਿਟਡ ਆਪਸ਼ਨਸ ਹੋ ਜਾਂਦੇ ਆ। ਕੋਈ 4 ਮਹੀਨੇ ਦੇ ਵਰਕ ਪਰਮਿਟ ਜਦੋਂ ਰਹਿ ਗਿਆ ਉਦੋਂ ਆਉਂਦਾ, ਉਦੋਂ ਵੀ ਲਿਮਿਟਡ ਆਪਸ਼ਨਸ ਆ। ਸੋ ਰਿਸਰਚ ਪੂਰੀ ਕਰਕੇ ਜਦੋਂ ਤੁਹਾਡਾ ਵਰਕ ਪਰਮਿਟ ਸਟਾਰਟ ਹੋਣ ਵਾਲਾ, ਉਦੋਂ ਇੱਕ ਪੇਡ ਕੰਸਲਟੇਸ਼ਨ ਜਾਂ ਜੇ ਨਾਨ ਪੇਡ ਵੀ ਕੋਈ ਦੇ ਰਿਹਾ ਪਰ ਵਧੀਆ ਦੇ ਰਿਹਾ ਹੈ,
ਉਹਦੇ ਕੋਲ ਜ਼ਰੂਰ ਜਾਓ, ਕਿਉਂਕਿ ਉਹਦਾ ਰੀਜ਼ਨ ਇਹੀ ਆ ਕਿ ਉਹ ਜਿਹੜੇ ਦੇਖੋ, ਜੇ ਯੂਨੀਵਰਸਿਟੀ ਕਾਲਜ ਨੂੰ ਆਪਾਂ ਫੀਸ ਦੇ ਰਹੇ ਹਾਂ, ਜੇ ਯੂਨੀਵਰਸਿਟੀ ਜਾਂ ਕਾਲਜ ਤੁਹਾਨੂੰ ਇੱਥੇ ਬੜੀਆਂ ਛੋਟੇ ਕਾਲਜ ਖੁੱਲੇ 2-2 ਦਿਨਾਂ ਵਾਲੇ 3-3 ਦਿਨਾਂ ਵਾਲੇ, ਤਾਂ ਉੱਥੇ ਜਾ ਕੇ ਉਹਦੀ ਸਟੱਡੀ ਇੰਨੀ ਵਧੀਆ ਤੇ ਨਹੀਂ ਹੁੰਦੀ। ਕਈ ਕਾਲਜ ਦੀ ਚਲੋ ਨੋ ਡਾਊਟ ਵਧੀਆ ਇੱਥੇ ਵੀ ਜਿਹੜੇ ਕੈਂਪਸਿਸ ਖੋਲੇ, ਪਰ ਕਈਆਂ ਦੀ ਨਹੀਂ ਵਧੀਆ। ਉੱਥੇ ਵੀ ਜਾ ਕੇ ਅਸੀਂ ਐਡਮਿਨਿਸਟ੍ਰੇਟਿਵ ਫੀਸ ਦੇ ਤੌਰ ਦੇ ਉੱਤੇ 500-500 700-700 1000 $5,000 ਡਾਲਰ ਦੇ ਦਿੰਦੇ ਜੇ ਕੋਈ ਕੋਰਸ ਫੇਲ ਕਰ ਦਿੰਦੇ ਆ ਜਾਂ ਅਵੇਲੇਬਿਲਿਟੀ ਨਹੀਂ ਹੁੰਦੀ, ਚੱਕਣਾ ਪੈਂਦਾ। ਫਿਰ ਸਾਨੂੰ ਇੱਥੇ ਆਣ ਕੇ ਬੜੀ ਪ੍ਰੋਬਲਮ ਹੁੰਦੀ ਹੈ ਕਿ ਅਸੀਂ ਯਾਰ ਆਪਣੇ ਫਿਊਚਰ ਦੀ ਇੱਕ ਵਧੀਆ ਗਾਈਡੈਂਸ ਲੈਣ ਲਈ ਅਸੀਂ ਉੱਥੇ ਘਾਲੋਂ ਕਰ ਜਾਂਦੇ ਹਾਂ, ਨਾ ਤੇ ਜਾਂਦੇ ਹਾਂ ਸਿਰਫ ਆਪਣਾ ਹੀ ਸੋਚਦੇ ਹਾਂ ਕਿ ਨਹੀਂ ਯਾਰ ਸਾਨੂੰ ਨਹੀਂ ਲੋੜ ਹੈਗੀ। ਪਰ ਚਲੋ ਲੋੜ ਨਹੀਂ ਵੀ ਹੈਗੀ ਕਿਉਂਕਿ ਗੂਗਲ ਬਹੁਤ ਅੱਜ ਕੱਲ੍ਹ, ਪਰ ਜੇ ਨਹੀਂ ਪਤਾ ਲੱਗ ਰਿਹਾ, ਤੁਹਾਨੂੰ ਕਨਫਿਊਜ਼ਨ ਆ, ਤਾਂ ਇੱਕ ਵਾਰੀ ਉਹਨੂੰ ਕਲੈਰੀਫਾਈ ਤੇ ਕਰਨਾ ਚਾਹੀਦਾ ਇੰਸਟੈਡ ਆਫ ਵੇਸਟਿੰਗ ਯੂਰ 2 years ਆਫ ਪ੍ਰੀਸ਼ੀਅਸ ਟਾਈਮ। ਠੀਕ ਹੈ, ਉਹ ਵੇਸਟ ਨਹੀਂ ਕਰਨਾ ਚਾਹੀਦਾ ਤੁਹਾਨੂੰ। ਉਹ ਪਲੀਜ਼ ਕਿਸੇ ਨਾ ਕਿਸੇ ਕੋਲ, ਜਾਂ ਆਪਣਾ ਜਿਹੜਾ ਕੋਈ ਤੁਹਾਡਾ ਫਰੈਂਡ ਗਿਆ ਉਹ PR ਹੋਇਆ, ਉਹਦੇ ਕੋਲ ਗਾਈਡੈਂਸ ਲੈ ਸਕਦੇ ਹੋ ਤੁਸੀਂ। ਤੁਹਾਡੇ ਭੈਣ ਭਰਾ ਇੱਥੇ ਆਏ, ਤੁਸੀਂ ਉਹਨਾਂ ਕੋਲ ਗਾਈਡੈਂਸ ਲੈ ਸਕਦੇ ਜੋ ਐਸੇ ਰੂਟਸ ਥਰੂ ਪੱਕੇ ਹੋਏ। ਪਰ ਇਮੀਗ੍ਰੇਸ਼ਨ ਦੇ ਵਿੱਚ ਰੈਗੂਲਰ ਡੇ 'ਤੇ ਚੇਂਜਸ ਆਉਂਦੀਆਂ, ਸੋ ਉਹ ਚੀਜ਼ ਕਰਕੇ ਜਿਹੜਾ ਬੰਦਾ ਇਸ ਫੀਲਡ ਦੇ ਵਿੱਚ ਹੈਗਾ ਉਹਨੂੰ ਹਮੇਸ਼ਾ ਹੀ ਜ਼ਿਆਦਾ ਨੌਲੇਜ ਹੋਏਗੀ, ਮੰਨੀਏ ਚਾਹ ਨਾ ਮੰਨੀਏ। ਇੱਕ ਬਾਈ ਜੀ ਇੱਕ ਹੋਰ ਹੈ ਕਿ ਕਹਿੰਦੇ ਕਿ ਜੇ ਮਤਲਬ ਕਿ ਸਾਰਾ ਕੈਨੇਡਾ ਖੱਬੇ ਪਾਸੇ ਨੂੰ ਚੱਲਦਾ ਪਿਆ ਤੇ ਕਿਊਬੈਕ ਸੱਜੇ ਨੂੰ ਚੱਲਦਾ, ਹਾਂਜੀ, ਤੇ ਇੱਕ ਤਾਂ ਜੀ ਜਿਹੜਾ ਆਪਣੇ ICCRC ਮੈਂਬਰ ਉਹ ਕਿਊਬੈਕ 'ਚ ਕਹਿੰਦੇ ਕੰਮ ਨਹੀਂ ਕਰ ਸਕਦਾ, ਹਾਂਜੀ ਹਨਾ? ਹਾਂਜੀ। ਉੱਥੋਂ ਸਟੂਡੈਂਟ ਪਹਿਲਾਂ ਦੇ ਵੀ ਆਏ ਹੋਏ ਆ, ਹੁਣ ਵੀ, ਕਿ ਜਿਹੜਾ ਇੱਕ ਆਵਲਾ ਡਰਾਅ ਆਇਆ ਉਹਦੇ ਵਾਸਤੇ ਉਹ ਐਲੀਜੀਬਲ ਨਹੀਂ ਆ, ਕਿਉਂਕਿ ਜੇ ਤਾਂ ਇਹ 'ਚ ਕੰਸੈਂਟ ਲੈਂਦੇ ਆ ਕਿ ਤੁਸੀਂ ਕਿਊਬੈਕ 'ਚ ਨਹੀਂ ਸਟੱਡੀ ਕੀਤੀ ਹੋਣੀ ਚਾਹੀਦੀ ਜੇ ਤੁਸੀਂ ਇਹ 'ਚ ਫਾਈਲ ਲਾਣੀ ਹੈ, ਕਿਉਂਕਿ ਉਹਨਾਂ ਦੀ ਇਮੀਗ੍ਰੇਸ਼ਨ ਪਾਲਿਸੀ ਡਿਫਰੈਂਟ ਆ। ਯੈਸ, ਤੁਸੀਂ ਉਹਨਾਂ ਨੂੰ ਕੀ ਸਲਾਹ ਦੋਗੇ ਕਿ ਜਿਹੜੇ ਉੱਥੇ ਸਟੱਡੀ ਖਤਮ ਕਰਕੇ ਕੀ ਕਿਸੇ ਹੋਰ ਪ੍ਰੋਵਿੰਸ 'ਚ ਜਾ ਸਕਦੇ ਆ, ਜੌਬ ਲੱਭ ਸਕਦੇ ਆ, ਫਿਰ ਉਹ ਅਪਲਾਈ ਕਰ ਸਕਦੇ? ਹਾਂਜੀ ਗੁਰਿੰਦਰ ਜੀ, ਮੈਂ ਇੱਕ ਕਨਫਿਊਜ਼ਨ ਥੋੜੀ ਜਿਹੀ ਕੱਢਣੀ ਚਾਹੁੰਦਾ ਇੱਥੇ ਕਿ ਫਸਟ ਆਫ ਆਲ ਜਿਹੜੇ ਕਿਊਬੈਕ ਦੇ ਇਮੀਗ੍ਰੇਸ਼ਨ ਪ੍ਰੋਗਰਾਮਸ, ਚਾਹੇ ਉਹ ਅਰੀਮਾ ਦੀ ਗੱਲ ਕਰ ਲਈਏ, ਚਾਹੇ ਉਹਨਾਂ ਦੀ ਪਾਇਲਟ ਪ੍ਰੋਗਰਾਮ ਦੀ ਗੱਲ ਕਰੀਏ, ਨੰਬਰ 1 ਕਨਫਿਊਜ਼ਨ ਜਾਂ ਨੰਬਰ 1 ਹਰਡਲ ਜਿਹੜੀ ਆਉਂਦੀ ਉਹ ਹੁੰਦੀ ਆ ਲੈਂਗੁਏਜ ਦੀ, ਫ੍ਰੈਂਚ ਦੀ। ਠੀਕ ਹੈ ਜੀ। ਬਾਕੀ ਪਿਛਲੇ ਸਾਲਾਂ ਦਾ ਟਰੈਕ ਰੈਕਡ ਵੀ ਚੈੱਕ ਕਰੀਏ ਤਾਂ ਕਿਊਬੈਕ ਇੱਕ ਐਸਾ ਪ੍ਰੋਵਿੰਸ ਹੈ ਜਿਹੜਾ ਕਲਾਇੰਟਸ ਦੀ ਪਰਵਾਹ ਨਹੀਂ ਕਰਦਾ। ਮੀਨਸ ਜੇ ਤੁਹਾਡੇ ਕੋਲ, ਮੈਂ ਆਪਣੇ ਐਕਸਪੀਰੀਅੰਸ ਤੋਂ ਗੱਲ ਕਰ ਰਿਹਾ, ਬੜੇ ਵਧੀਆ ਕਲਾਇੰਟ ਸੀਗੇ, 2 ਬੱਚੇ ਮੈਨੂੰ ਹਜੇ ਵੀ ਯਾਦ ਆਉਂਦੇ। ਉਹ ਮਤਲਬ ਵਧੀਆ ਟਰਬਨ ਵਗੈਰਾ ਉਹਨਾਂ ਨੇ ਬੰਨੀ ਹੋਈ, ਬਹੁਤ ਸਮਾਰਟ ਮੁੰਡੇ, ਬੀਟੈਕ ਕੀਤੀ ਇੰਡੀਆ ਤੋਂ, ਇੱਥੇ ਆਣ ਕੇ ਡਿਪਲੋਮੇ ਕੀਤੇ ਯੂਨੀਵਰਸਿਟੀ ਤੋਂ, ਕਿਊਬੈਕ ਤੋਂ। ਬਾਅਦ ਵਿੱਚ 2.5 ਸਾਲ ਉਹਨਾਂ ਨੇ ਆਪਣੀ ਫਾਈਲ ਲਾਈ ਰੱਖੀ। 2.5 ਸਾਲਾਂ ਬਾਅਦ ਉਹਨਾਂ ਨੇ ਕਿਹਾ ਕਿ ਤੁਹਾਡੀ ਫਾਈਲ ਜਿਹੜੀ ਆ ਅਸੀਂ ਡਿਸਕਾਰਡ ਕਰਤੀ। ਐਂਡ ਉਹ ਉਸ ਟਾਈਮ ਦੇ ਉੱਤੇ ਬੰਦੇ ਐਲੀਜੀਬਲ ਸੀਗੇ ਐਕਸਪ੍ਰੈਸ ਐਂਟਰੀ ਦੇ ਵਾਸਤੇ, ਉਹਨਾਂ ਨੇ ਨਹੀਂ ਲਗਾਈ। ਚਲੋ ਉਹਨਾਂ ਦਾ ਹੱਲ ਤੇ ਬਾਅਦ 'ਚੋਂ ਕਰਵਾ ਕੇ ਦਿੱਤਾ। ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਕਿਊਬੈਕ ਜਿਹੜਾ ਆ ਇਮੀਗ੍ਰੇਸ਼ਨ ਦੇ ਵਾਸਤੇ, ਮੈਂ ਬਾਕੀ ਹਰ ਇੱਕ ਦਾ ਆਪਣਾ ਓਪੀਨੀਅਨ ਹੋ ਸਕਦਾ, ਪਰ ਮੈਂ ਪਰਸਨਲੀ PR ਦੇ ਵਾਸਤੇ ਕਿਊਬੈਕ ਨਹੀਂ ਰਿਕਮੈਂਡ ਕਰਦਾ। ਅਗਲੀ ਗੱਲ ਜਿਹੜੀ ਤੇ ਗੱਲ ਹੈ ਕਿ ਤੁਸੀਂ ਉੱਥੋਂ ਪੜ੍ਹ ਕੇ ਫੈਡਰਲ ਪ੍ਰੋਗਰਾਮ ਦੇ ਵਿੱਚ ਜਾਂ PNP 'ਚ ਫਾਈਲ ਨਹੀਂ ਲਾ ਸਕਦੇ, ਇਹ ਵੀ ਇਸ ਤਰ੍ਹਾਂ ਨਹੀਂ ਹੈ। ਜੇ ਤੁਸੀਂ ਕਿਊਬੈਕ ਦੀ ਪਬਲਿਕ ਕਾਲਜ ਚੋਂ, CJEP ਕਾਲਜ ਵਗੈਰਾ ਉਸ ਤੋਂ ਪੜ੍ਹੇ ਹੋ, ਯੂਨੀਵਰਸਿਟੀ ਤੋਂ ਪੜ੍ਹੇ ਹੋ, ਜਾਂ ਕਿਸੇ ਐਸੇ ਪ੍ਰਾਈਵੇਟ ਕਾਲਜ ਚੋਂ ਪੜ੍ਹੇ ਹੋ ਜਿਹੜਾ 900 ਆਵਰਸ ਦਾ ਡਿਪਲੋਮਾ ਤੁਹਾਨੂੰ ਦੇ ਰਿਹਾ, ਕੁਝ ਕੁ ਲੈਵਲਸ ਦੇ ਪ੍ਰੋਗਰਾਮ ਜਿਹ 'ਚ ਵਰਕ ਪਰਮਿਟ ਹੈਗੇ ਆ, ਤਾਂ ਉੱਥੋਂ ਪੜ੍ਹ ਕੇ ਤੁਸੀਂ ਅੱਗੇ ਐਕਸਪ੍ਰੈਸ ਐਂਟਰੀ ਦੇ ਵਾਸਤੇ ਐਲੀਜੀਬਲ ਹੋ ਸਕਦੇ ਹੋ। ਪਰ ਕਿਸ ਤਰ੍ਹਾਂ ਐਲੀਜੀਬਲ ਹੋ ਸਕਦੇ ਹੋ? ਜੇ ਤੁਹਾਨੂੰ ਐਕਸਪੀਰੀਅੰਸ 1 ਸਾਲ ਦਾ ਕਿਊਬੈਕ ਦਾ ਹੈਗਾ, NOC ਲੈਵਲ 0AB ਦਾ, ਤੁਸੀਂ ਜਿਹੜਾ ਹੈ ਜੀ ਉਹ ਐਕਸਪੀਰੀਅੰਸ ਲੈ ਕੇ ਓਨਟਾਰੀਓ ਜਾਂ ਕਿਸੇ ਹੋਰ ਪ੍ਰੋਵਿੰਸ 'ਚ ਜਾ ਰਹੇ ਹੋ, ਤੁਸੀਂ ਉਹ ਐਕਸਪੀਰੀਅੰਸ ਕਾਊਂਟ ਕਰ ਸਕਦੇ ਹੋ। ਪਰ ਇੰਟੈਂਸ਼ਨ ਜਿਹੜੀ ਤੁਹਾਡੀ ਰਹਿਣ ਦੀ ਆ ਉਹ ਕਿਊਬੈਕ 'ਚ ਨਹੀਂ ਹੋਣੀ ਚਾਹੀਦੀ, ਉਹ ਦੂਸਰੇ ਪ੍ਰੋਵਿੰਸ 'ਚ ਹੋਣੀ ਚਾਹੀਦੀ ਆ। ਮਤਲਬ ਕਿ ਜੇ ਕੋਈ ਉੱਥੇ ਕਿਊਬੈਕ 'ਚ ਉਹਦੇ ਕੋਲ NOC ਜਾਂ B ਦੀ ਜੌਬ ਦਾ 1 ਸਾਲ ਦਾ ਐਕਸਪੀਰੀਅੰਸ ਕੰਪਲੀਟ ਕਰ ਲਿਆ, ਹਾਂਜੀ, ਉਹ ਲੈਟਸ ਸਪੋਜ਼ ਉਹ ਓਨਟਾਰੀਓ ਮੂਵ ਹੋ ਗਿਆ, ਹਾਂਜੀ, ਠੀਕ ਹੈ ਜੀ, ਹਾਂਜੀ, ਇੱਥੇ ਦਾ ਉਹਦਾ ਐਡਰੈਸਸ ਵਗੈਰਾ ਸਾਰਾ ਕੁਝ ਚੇਂਜ ਹੋ ਗਿਆ, ਹਾਂਜੀ, ਚਾਹੇ ਉਹਦੇ ਕੋਲ ਓਨਟਾਰੀਓ 'ਚ ਜੌਬ ਹੈਗੀ ਆ ਜਾਂ ਨਹੀਂ ਹੈਗੀ, ਬਟ ਸਟਿਲ ਹੀ ਇਜ਼ ਐਲੀਜੀਬਲ ਫॉर yes because his or her intention is to reside inside Ontario, not Quebec. ਸੋ ਅਗਲੇ ਆਉਣ ਵਾਲੇ ਦਿਨਾਂ 'ਚੋਂ ਓਨਟਾਰੀਓ ਦੇ ਵਿੱਚ ਆਪਣਾ ਫਿਊਚਰ ਬਣਾ ਰਿਹਾ, ਸੋ ਹੀ ਇਜ਼ ਐਲੀਜੀਬਲ। ਇਹ ਕਨਫਿਊਜ਼ਨ ਬੜੀ ਲੋਕਾਂ ਨੂੰ, ਪਰ ਆ ਪਿਛਲੇ ਜਦੋਂ 75 ਦਾ ਡਰਾ ਆਇਆ, ਬੜੇ ਲੋਕਾਂ ਦੇ ਅਸੀਂ ਮੌਂਟਰੀਅਲ ਤੋਂ ਜਿਹੜੇ ਉਹ ਮੂਵ ਕਰਵਾਏ ਬੱਚੇ ਕਿ ਇੱਥੇ ਆ ਕੇ ਤੁਸੀਂ ਫਾਈਲਾਂ ਲਗਾਓ ਆਪਣੀਆਂ, ਉਹਨਾਂ ਨੇ ਲਗਾਈਆਂ ਫਾਈਲਾਂ। ਬਟ ਹਾਂ, ਉੱਥੇ ਕਿਊਬੈਕ ਦੇ ਵਿੱਚ ਰਹਿ ਕੇ ਨਹੀਂ ਤੁਸੀਂ ਲਾ ਸਕਦੇ, ਕਿਉਂਕਿ ਉੱਧਰ ਰਹਿਣਾ ਤੇ ਉਹਨਾਂ ਦੇ ਇਮੀਗ੍ਰੇਸ਼ਨ ਪ੍ਰੋਗਰਾਮਸ ਵੱਲ ਜਾਣਾ ਪਏਗਾ। ਐਂਡ ਪੜ੍ਹਾਈ ਵਾਸਤੇ ਬਹੁਤ ਵਧੀਆ ਮੌਂਟਰੀਅਲ ਜਾਂ ਕਿਊਬੈਕ ਸਿਟੀ, ਕਿਉਂਕਿ ਉੱਥੇ ਇੱਕ ਤਾਂ ਕਲਾਸਿਸ ਜਿਹੜੀਆਂ ਹੈਗੀਆਂ ਬਹੁਤ ਫਲੈਕਸੀਬਲ ਹੈਗੀਆਂ। ਅਗਲੀ ਗੱਲ ਰਹੀ ਫੀ 1-2 ਕਾਲਜਿਸ ਐਸੇ ਸਾਡੇ ਕੋਲ ਵੀ ਹੈਗੇ ਆ ਜਿਨ੍ਹਾਂ ਦੀ ਮਤਲਬ 1.5 ਸਾਲ ਦੀ ਫੀਸ 15,000 ਤੋਂ 18,000 ਸੀਗੀ ਤੇ 3 ਸਾਲ ਦੇ ਵਰਕ ਪਰਮਿਟ ਆਏ ਆ। ਅੱਛਾ ਜੀ।
ਠੀਕ ਹੈ। ਸੋ ਉਹ ਸਾਰੇ ਸਟੂਡੈਂਟ ਬੜੇ ਖੁਸ਼ ਐਂਡ ਉਹ ਸਾਰੇ ਸਟੂਡੈਂਟ ਉਹ ਸੀਗੇ ਜਿਨ੍ਹਾਂ ਨੂੰ ਲੈਂਗੁਏਜ ਦੇ ਵਿੱਚ ਪ੍ਰੋਬਲਮ ਸੀ ਇੰਡੀਆ 5.5 ਮਿੰਟਾਂ ਤੇ ਵਿਦਆਊਟ ਆਇਲਸ ਹੈ, ਉਹਨਾਂ ਨੇ ਵੀ ਉੱਥੋਂ ਕਲੈਰੀਫਿਕੇਸ਼ਨ ਸਾਰੀਆਂ ਕੀਤੀਆਂ ਆਪਣੀਆਂ ਸਾਡੇ ਕੋਲ ਪਹਿਲੋਂ। ਉਸ ਤੋਂ ਬਾਅਦ ਪੜ੍ਹ ਕੇ ਉਹਨਾਂ ਨੇ ਹੁਣ ਵਰਕ ਪਰਮਿਟ ਅਪਲਾਈ ਕੀਤੇ ਤੇ ਅੱਗੇ ਉਹ PR ਲੈਣ ਜਾ ਰਹੇ ਆ। ਸੋ ਪੜ੍ਹਾਈ ਵਾਸਤੇ ਨਹੀਂ ਮਾੜਾ, ਬਟ ਪੜ੍ਹਾਈ ਦੇ ਵਿੱਚ ਵੀ CAQs ਦੀ ਕਈ ਵਾਰੀ ਪ੍ਰੋਬਲਮ ਆ। ਪਿੱਛੇ ਜੇ ਬੜਾ ਇਸ਼ੂ ਹੋਇਆ ਸੀਗਾ ਕਿ CAQ ਉਹਨਾਂ ਨੇ ਸਸਪੈਂਡ ਕਰਤੇ ਆ। ਸੋ ਕਿਊਬੈਕ ਦੇ ਵਿੱਚ ਹਮੇਸ਼ਾ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਇੱਕ ਦੋ ਹੁੰਦੀਆਂ ਰਹਿੰਦੀਆਂ, ਬਟ ਪੜ੍ਹਾਈ ਵਾਸਤੇ ਹੱਲੇ ਵੀ ਬਹੁਤ ਵਧੀਆ। ਬਟ PR ਦੇ ਵਾਸਤੇ ਹੋ ਸਕਦਾ ਆਉਣ ਵਾਲੇ ਕਮਿੰਗ ਫਿਊਚਰ ਦੇ ਵਿੱਚ ਕੋਈ ਐਸੇ ਪ੍ਰੋਗਰਾਮ ਆ ਜਾਣ ਕਿ ਜਿਹੜੇ ਇਸ ਚੀਜ਼ ਨੂੰ ਪਿੱਛੇ ਰੱਖ ਦੇਣ, ਬਟ ਹੱਲੇ ਤੱਕ ਕੋਈ ਐਸਾ ਪ੍ਰੋਗਰਾਮ ਜਿਹੜਾ ਜਾਂ ਐਸੀ ਜਿਹੜੀ ਹੈ ਕੋਈ ਲਾਈਨ ਉਹਨਾਂ ਦੀ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨਹੀਂ ਫੜੀ ਕਿ ਜਿਹੜਾ ਅਸੀਂ ਕਹਿ ਸਕੀਏ ਕਿ ਕਿਊਬੈਕ ਦੇ ਵਿੱਚ ਤੁਸੀਂ ਜਾਓ। ਐਂਡ ਆਲਸੋ ਲੈਂਗੁਏਜ ਦਾ ਬੜਾ ਬੈਰੀਅਰ ਹੈ ਉੱਥੇ, ਫਰੈਂਚ ਚਾਹੀਦੀ ਹੈ ਤੁਹਾਨੂੰ। ਭਾਈ ਜੀ ਇੱਕ ਹੋਰ ਸਮੇਂ ਦੀ ਥੋੜੀ ਘਾਟ ਹੈ, ਬਟ 2-3 ਕੁਐਸਚਨ ਮੈਂ ਹੋਰ ਕਵਰ ਕਰਨਾ ਚਾਹੂੰਗਾ ਜਾਂਦੇ। ਇੱਕ ਤਾਂ ਭਾਈ ਜੀ ਇਹ ਦੱਸੋ ਕਿ ਜੇ ਨੋਕ ਚੇਂਜ ਹੋ ਜੇ, ਹਾਂਜੀ, ਕਿਉਂਕਿ ਸਪੈਸ਼ਲੀ ਇਹ ਕੋਵਿਡ ਦੀ ਜੋ ਸਿਚੁਏਸ਼ਨ ਆਈ ਸੀ, ਬਹੁਤ ਸਾਰੇ ਬੱਚਿਆਂ ਦੀਆਂ ਜੌਬਸ ਛੁੱਟੀਆਂ, ਹਾਂਜੀ, ਉਹਨਾਂ ਦੀ ਇੱਕ ਪਾਰਟਿਕੂਲਰ ਨੋਕ 'ਚ ਜੌਬ ਚੱਲਦੀ ਪਈ ਸੀ, ਨੋਕ B ਲਾ ਲਓ, ਠੀਕ ਹੈ ਜੀ। ਉਹਦੇ 'ਚ ਉਹਨਾਂ ਨੇ 6 ਮਹੀਨੇ ਲਾਏ ਸੀ। ਹੁਣ ਜੇ ਉਹ ਵਾਲੀ ਜੌਬ ਛੁੱਟ ਗਈ, ਉੱਥੇ ਉਹਨਾਂ ਨੂੰ ਦੁਬਾਰਾ ਨਹੀਂ ਬੁਲਾਇਆ ਗਿਆ, ਉਹ ਸੇਮ ਨੋਕ 'ਚ ਉਹਨਾਂ ਨੂੰ 6 ਮਹੀਨੇ ਹੋਰ ਲਾਣੇ ਪੈਣਗੇ ਜਾਂ ਨੋਕ ਚੇਂਜ ਹੋ ਸਕਦਾ? ਉਹ ਜਿਹੜਾ ਹੈਗਾ ਜੀ, ਇਟਸ ਹਾਈਲੀ ਰਿਕਮੈਂਡਡ ਕਿ ਤੁਸੀਂ ਜਦੋਂ ਵੀ ਆਪਣੀ ਨੋਕ ਲੈਵਲ B ਦੀਆਂ ਮੋਸਟਲੀ ਜੌਬਸ ਹੁੰਦੀਆਂ ਜੀ, ਸੁਪਰਵਾਈਜ਼ਰ ਦੀ ਹੋਗੀ, ਆਫਿਸ ਐਡਮਿਨਿਸਟ੍ਰੇਟਿਵ ਅਸਿਸਟੈਂਟ ਦੀ ਹੋਗੀ, ਫੂਡ ਸਰਵਿਸ ਸੁਪਰਵਾਈਜ਼ਰ ਦੀ ਹੋਗੀ। ਸੋ ਇਹ ਵਾਲੀਆਂ ਸਾਰੀਆਂ ਜੌਬ ਜਿਹੜੀਆਂ ਮੋਸਟਲੀ B ਕੈਟਾਗਰੀ ਕਵਰ ਕਰਦੀ ਆ। ਮੈਨੇਜਰ ਲੈਵਲ ਦੀ ਜਿਹੜੀ ਜੌਬ ਹੈ ਉਹ ਕੈਟਾਗਰੀ ਦੀ ਹੁੰਦੀਆਂ ਮੋਸਟਲੀ। ਤਾਂ ਇਹਦੇ ਵਿੱਚ ਇਟਸ ਹਾਈਲੀ ਰਿਕਮੈਂਡਡ ਕਿ ਤੁਸੀਂ ਅਗਲਾ ਜਿਹੜਾ ਐਕਸਪੀਰੀਅੰਸ ਕਰਨਾ ਉਹ ਵੀ B ਲੈਵਲ ਦੇ ਵਿੱਚ ਹੀ ਕਰੋ। ਤੇ ਜੇ ਉਹੀ ਟਾਈਟਲ ਤੁਹਾਨੂੰ ਫਿਰ ਅੱਗੇ ਕਿਤੇ ਮਿਲ ਜਾਂਦਾ ਤਾਂ ਬਹੁਤ ਵਧੀਆ ਗੱਲ ਹੈ। ਥੋੜੀ ਜੀ ਫਾਈਲ ਦਾ ਜਿਹੜਾ ਪੈਟਰਨ ਆ ਉਹ ਥੋੜਾ ਕਲੀਅਰ ਹੋ ਜਾਂਦਾ ਹੈ ਤੇ ਵਧੀਆ ਹੋ ਜਾਂਦਾ। ਬਾਕੀ ਇਹ ਹੈ ਕਿ ਕੇਸ ਟੂ ਕੇਸ ਵੇਰੀ ਕਰਦਾ ਹੈ ਕਿ ਹਰ ਇੱਕ ਦਾ ਕੇਸ ਡਿਫਰੈਂਟ ਹੁੰਦਾ, ਹਰ ਇੱਕ ਦਾ ਇੰਪਲੋਇਰ ਡਿਫਰੈਂਟ ਹੁੰਦਾ। ਕਈ ਵਾਰੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਕਿ ਨੌਕ ਲੈਵਲ ਦਾ ਖੁਦ ਨੂੰ ਨਹੀਂ ਪਤਾ ਹੁੰਦਾ, ਕਿਉਂਕਿ ਇੰਪਲੋਇਰ ਤੇ ਰਹੇ ਨਹੀਂ ਇਮੀਗ੍ਰੇਸ਼ਨ ਦੇ ਵਿੱਚ, ਉਹਨਾਂ ਨੇ ਜੋ ਲਿਖ ਕੇ ਦਿੱਤਾ ਤੁਸੀਂ ਉਹ ਲੈ ਆ। ਪਰ ਅਸੀਂ ਕਈ ਵਾਰੀ ਕਹਿ ਕੇ ਵੀ ਚੀਜ਼ਾਂ ਚੇਂਜ ਕਰਵਾਉਂਦੇ ਆ ਕਿ ਯਾਰ ਆਹ ਤੁਹਾਡੇ ਕੋਲ ਐਕਸਪੀਰੀਅੰਸ ਹੈ, ਤੁਸੀਂ ਆਹ ਵੀ ਲਿਖਵਾ ਸਕਦੇ ਹੋ, ਆਹ ਵੀ ਉਹਨਾਂ ਨੂੰ ਕਹਿ ਸਕਦੇ ਹੋ। ਤੇ ਬਾਅਦ ਦੇ ਵਿੱਚ ਇਹ ਚੀਜ਼ਾਂ ਹੋਈਆਂ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਥੋੜੀ ਜਿਹੀ ਕਲੈਰੀਫਿਕੇਸ਼ਨ ਤੁਹਾਨੂੰ ਥੋੜੀ ਜਿਹੀ ਆਪਣੀ ਅਸੈਸਮੈਂਟ ਕਰਵਾਉਣ ਤੋਂ ਬਾਅਦ ਹੀ ਪਤਾ ਲੱਗਦੀ ਹੈ। ਤੇ ਇੱਕ ਵਾਰ ਜੀ ਹੋਰ ਚੀਜ਼ ਹੈ ਕਿ ਹੁਣ ਸਪੈਸ਼ਲੀ ਜਦੋਂ ਕੋਵਿਡ ਆਇਆ ਤੇ ਬੱਚਿਆਂ ਦੇ ਆਵਰਸ ਘਟ ਗਏ, ਹਾਂਜੀ, ਜਾਂ ਕੁਝ ਨੂੰ EI ਦੇਤੀ ਉਹਨਾਂ, ਹਾਂਜੀ, ਕਿ EI ਉਹਨਾਂ ਨੇ ਅਪਲਾਈ ਕਰਤੀ, ਉਹਨਾਂ ਨੇ ਲੇ ਆਫ ਕਰਤਾ ਉਹਨਾਂ, ਹਾਂਜੀ, ਹਾਂਜੀ। ਤੇ ਉਹ ਕਿਸੇ ਬੱਚੇ ਦਾ 10 ਮਹੀਨੇ ਦਾ ਐਕਸਪੀਰੀਅੰਸ ਹੋਇਆ ਸਿਰਫ 2 ਮਹੀਨੇ ਉਹਦੇ ਵਿੱਚੋਂ, ਮਤਲਬ ਕਿ 1 ਸਾਲ ਦੇ ਵਿੱਚੋਂ 10 ਮਹੀਨੇ ਐਕਸਪੀਰੀਅੰਸ ਸੀ, 2 ਮਹੀਨੇ EI ਤੇ ਸੀ, ਉਹਨੂੰ 2 ਮਹੀਨੇ ਹੋਰ ਕੰਮ ਕਰਨਾ ਪਊਗਾ। ਉਹਦੇ ਵਿੱਚ ਜਿਹੜਾ 1560 ਘੰਟੇ ਜਿਹੜੇ ਤੁਹਾਨੂੰ 30 ਆਵਰਸ ਪਰ ਵੀਕ 1 ਸਾਲ ਦੇ ਲਈ ਕੰਮ ਕਰਨਾ ਪੈਂਦਾ ਜੇ ਤੁਹਾਨੂੰ ਕੋਵਿਡ ਦੇ ਕਰਕੇ। ਕਿਉਂਕਿ ਮੇਨ ਚੀਜ਼ ਇਹ ਹੋਈ ਆ ਕਿ ਇਸ ਤੋਂ ਪਹਿਲਾਂ ਕੋਵਿਡ ਤੋਂ ਪਹਿਲਾਂ ਦੇਖੀਏ ਤਾਂ ਕੋਈ ਵੀ ਤੁਸੀਂ ਐਸੀ ਚੀਜ਼ ਲੈਂਦੇ ਬਹੁਤ ਜ਼ਿਆਦਾ ਇੰਪੈਕਟ ਪਾਉਂਦੀ ਸੀ ਇਮੀਗ੍ਰੇਸ਼ਨ ਤੇ। ਉਹ ਤੁਸੀਂ ਸਪਾਂਸਰਸ਼ਿਪ ਦੇ ਵਿੱਚ ਵੀ ਪ੍ਰੋਬਲਮ ਆਉਂਦੀਆਂ ਸੀਗੀਆਂ, ਬਟ ਜਦੋਂ ਉਹਨਾਂ ਨੇ ਬੈਨੀਫਿਟ ਦਿੱਤੇ, ਉਹਨਾਂ ਨੇ ਸਪੈਸ਼ਲੀ ਮੈਂਸ਼ਨ ਕੀਤਾ ਕਿ ਤੁਹਾਡੀ ਇਮੀਗ੍ਰੇਸ਼ਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਪਾਏਗੀ, ਬਟ ਜਿਹੜਾ ਐਕਸਪੀਰੀਅੰਸ ਹੈ ਉਹ ਤੁਹਾਨੂੰ ਪ੍ਰੋਪਰਲੀ ਕੰਪਲੀਟ ਕਰਨਾ ਪੈਣਾ। ਸੋ ਜੇ ਕੋਈ ਬੰਦਾ 2019 ਜਨਵਰੀ 'ਚ ਕਰ ਰਿਹਾ, ਉਹਦੇ ਐਕਸਪੀਰੀਅੰਸ ਵੀ ਹੁਣ ਕੰਪਲੀਟ ਹੋਣ ਹੀ ਵਾਲੇ ਆ ਸਾਰਿਆਂ ਦੇ, ਰਾਈਟ। ਇਟਸ ਨਾਟ ਅ ਬਿਗ ਇਸ਼ੂ ਔਰ ਬਿਗ ਪ੍ਰੋਬਲਮ। ਬਾਕੀ ਜਿਹੜਾ ਵਰਕ ਪਰਮਿਟ ਜਦੋਂ ਤੁਸੀਂ ਅਪਲਾਈ ਕੀਤਾ ਹੁੰਦਾ, ਇਹ ਵੀ ਬੜੀ ਵੱਡੀ ਕਨਫਿਊਜ਼ਨ ਜਿਹੜੀ ਲੋਕਾਂ ਨੂੰ ਹੈਗੀ। ਜਦੋਂ ਵਰਕ ਪਰਮਿਟ ਅਸੀਂ PG ਵਰਕ ਪਰਮਿਟ ਅਪਲਾਈ ਕਰ ਦਿੰਦੇ ਆ, ਤੁਸੀਂ ਉਦੋਂ ਵੀ ਜੇ ਕੰਮ ਉਹੀ ਕਰ ਰਹੇ ਹੋ ਤਾਂ ਕਈ ਬੰਦੇ ਉਹ ਐਕਸਪੀਰੀਅੰਸ ਹੀ ਨਹੀਂ ਕਾਊਂਟ ਕਰਦੇ, ਠੀਕ ਹੈ ਜੀ। 4-5 ਮਹੀਨੇ ਤੁਸੀਂ ਕੰਮ ਕਰਕੇ ਤੁਸੀਂ ਜਦੋਂ ਵਰਕ ਪਰਮਿਟ ਆਉਂਦੇ ਆ ਉਦੋਂ ਆਪਣਾ ਐਕਸਪੀਰੀਅੰਸ ਕਾਊਂਟ ਕਰਵਾਉਂਦੇ ਹੋ, ਬਟ ਉਹ 5 ਮਹੀਨੇ ਵਾਲਾ ਐਕਸਪੀਰੀਅੰਸ ਵੀ ਤੁਸੀਂ ਕਾਊਂਟ ਕਰਵਾ ਸਕਦੇ ਤੇ ਹੋ ਸਕਦਾ ਤੁਸੀਂ ਐਲੀਜੀਬਲ ਹੋ। ਆਹ ਗੱਲ ਸੁਣਨ ਤੋਂ ਬਾਅਦ ਕਈ ਜਣੇ ਐਲੀਜੀਬਲ ਹੋ ਸਕਦੇ ਆ। ਇੱਕ ਜੀ ਹੁਣ ਆਹ ਵਾਲਾ ਜਿਹੜਾ ਡਰਾਅ ਆਇਆ ਨਾ, ਤੇ ਤੁਸੀਂ ਕਹਿ ਰਹੇ ਹੋ ਕਿ ਚਾਂਸਸ ਬਹੁਤ ਆ ਕਿ ਇਦਾਂ ਦੇ ਹੋਰ ਡਰਾਅ ਆ ਸਕਦੇ ਆ। ਚਾਂਸਸ ਇਹ ਆ ਕਿ 75 ਨਹੀਂ ਬਟ ਲੋ ਡਰਾਅ ਆ ਸਕਦੇ ਆ ਬਹੁਤ ਜ਼ਿਆਦਾ। ਅੱਛਾ, ਹਾਂਜੀ, ਠੀਕ ਹੈ। ਤੇ ਉਹਦੇ 'ਚ ਬਾਈ ਜੀ ਇੱਕ ਲਾਸਟ ਚੀਜ਼ ਹੈ ਕਿ ਜੇ ਕਿਸੇ ਬੱਚੇ ਦਾ 11 ਮਹੀਨੇ ਹੋ ਗਿਆ, ਠੀਕ ਹੈ ਜੀ, ਉਹ ਆਪਣੀ ਪ੍ਰੋਫਾਈਲ ਮੰਨ ਲਓ ਅੱਜ ਕ੍ਰੀਏਟ ਕਰ ਦਿੰਦਾ, ਹਾਂਜੀ, ਉਹਨੂੰ ਇਹ ਲੱਗਦਾ ਕਿ ਚਲੋ ਜਦੋਂ ਤੱਕ ਡਰਾਅ ਆਊਗਾ ਉਹਦੇ 12 ਮਹੀਨੇ ਕੰਪਲੀਟ ਹੋ ਜਾਣਗੇ, ਉਹ ਅਪਡੇਟ ਹੋ ਜਾਣਗੇ ਉੱਥੇ, ਠੀਕ ਹੈ। ਤੇ ਡਰਾਅ ਵਟੋ 12 ਮਹੀਨੇ ਤੋਂ 5 ਦਿਨ ਪਹਿਲਾਂ ਆ ਜਾਂਦਾ, ਜੇ ਤਾਂ ਉਹ ਇਨਵਾਈਟ ਉਸੇ ਦਿਨ ਐਕਸੈਪਟ ਕਰ ਲੇ, ਸਟਿਲ ਕੋਈ ਇਸ਼ੂ ਹੋ ਸਕਦਾ ਜਾਂ ਨਹੀਂ, ਜਾਂ ਉਹਨੂੰ 15 ਦਿਨਾਂ ਬਾਅਦ ਐਕਸੈਪਟ ਕਰਨਾ ਚਾਹੀਦਾ ਉਹ ਇਨਵਾਈਟ? ਦੇਖੋ, ਇਹ ਬੜਾ ਟ੍ਰਿਕੀ ਜਿਹਾ ਕੁਐਸਚਨ ਹੈ, ਠੀਕ ਹੈ। ਬਟ ਇਹਦੇ ਵਿੱਚ ਰਿਕਮੈਂਡਡ ਇਹੀ ਹੈ ਕਿ ਜਦੋਂ ਤੁਹਾਡਾ 12 ਮਹੀਨੇ ਦਾ ਪ੍ਰੋਪਰ ਐਕਸਪੀਰੀਅੰਸ ਹੋ ਜਾਂਦਾ ਆ, ਉਦੋਂ ਕਿਉਂਕਿ 90 ਡੇਜ਼ ਅੱਜ ਕੱਲ੍ਹ ਦੇ ਰਹੇ ਹੋ ਹੈ ਨਾ ਵੀ ਆਪਣੇ ਫਾਈਲ ਕੰਪਲੀਟ ਕਰਨ, ਉਦੋਂ ਐਕਸੈਪਟ ਕਰੋ, ਕਿਉਂਕਿ ਟਾਈਮ ਲੱਗ ਜਾਂਦਾ PCC ਅਪਲਾਈ ਕਰਨ ਨੂੰ, ਬੜਾ ਕੁਝ ਕਰਨ ਨੂੰ ਟਾਈਮ ਲੱਗ ਜਾਂਦਾ। ਸੋ ਉਦੋਂ ਉਸਦੇ ਨਾਲ ਤੁਸੀਂ ਆਪਣੀ ਸਾਰੀ ਸਿਚੁਏਸ਼ਨ, ਜੇ ਤੁਸੀਂ ਖੁਦ ਫਾਈਲ ਅਪਲਾਈ ਕਰ ਰਹੇ ਹੋ, ਇਹ ਸਾਰੀ ਸਿਚੁਏਸ਼ਨ ਕਿ ਇਸ ਤਰ੍ਹਾਂ ਅਪਲਾਈ ਕੀਤਾ, ਮੈਂ ਆਹ ਸੋਚ ਕੇ ਅਪਲਾਈ ਕੀਤਾ ਪਰ ਮੈਂ ਹੁਣ ਇਹ ਸਾਰੀ ਚੀਜ਼ ਉਹਨਾਂ ਨੂੰ, ਆਫਿਸਰ ਨੂੰ ਸੁਪਨਾ ਨਹੀਂ ਹੋਣਾ, ਦੱਸਣੀ ਪੈਣੀ ਉਹਨਾਂ ਨੂੰ, ਠੀਕ ਹੈ ਜੀ। ਇਹ ਇੱਥੇ ਹੀ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ, ਲੋਕੀ ਦੱਸਦੇ ਨਹੀਂ ਤੇ ਬਾਅਦ ਦੇ ਵਿੱਚ
ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਜਾਂਦਾ। ਸੋ ਇਸ ਤਰ੍ਹਾਂ ਦੀ ਕੋਈ ਵੀ ਸਿਚੁਏਸ਼ਨ ਹੈ, ਕੋਈ ਟ੍ਰਿਕੀ ਸਿਚੁਏਸ਼ਨ ਹੈ, ਕੋਈ ਤੁਹਾਨੂੰ ਸਿਚੁਏਸ਼ਨ ਲੱਗਦਾ ਇਹ ਆਫਿਸਰ ਸੋਚ ਸਕਦਾ, ਜੇ ਤੁਸੀਂ ਸੋਚ ਸਕਦੇ ਤਾਂ ਆਫਿਸਰ ਪਹਿਲਾਂ ਚੀਜ਼ ਸੋਚੇਗਾ। ਠੀਕ ਹੈ, ਤਾਂ ਉਹਦੀ ਐਕਸਪਲੇਨੇਸ਼ਨ ਜ਼ਰੂਰ ਦਿਓ ਨਾਲ, ਕਿਉਂਕਿ ਐਕਸਪਲੇਨੇਸ਼ਨ ਦੇ ਬੇਸ ਦੇ ਉੱਤੇ ਇਮੀਗ੍ਰੇਸ਼ਨ ਕੇਸ ਬਣਦੇ ਆ। ਸਬਮਿਸ਼ਨਸ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀਆਂ, ਸਬਮਿਸ਼ਨਸ ਦੇ ਕਰਕੇ ਹੀ ਤੁਹਾਡੇ ਕੇਸ ਜਿਹੜੇ ਸਕਸੈਸਫੁਲ ਹੁੰਦੇ ਆ। ਉਹ ਚੀਜ਼ ਤੁਸੀਂ ਐਕਸਪਲੇਨ ਜ਼ਰੂਰ ਕਰਨੀ ਹੁੰਦੀ ਆ ਆਪਣੇ ਇਮੀਗ੍ਰੇਸ਼ਨ ਆਫਿਸਰ ਨੂੰ। ਤੇ ਇੱਕ ਵਾਰ ਜੀ ਕਹਿੰਦੇ ਕਿ ਹੋਪ ਫॉर द ਬੈਸਟ ਐਂਡ ਪ੍ਰੀਪੇਅਰ ਫॉर द ਵਰਸਟ ਸਿਚੁਏਸ਼ਨ ਹੈ ਨਾ, ਕਿ ਇੱਥੇ ਅੱਜ ਕੱਲ ਇਹ ਬੜਾ ਚੱਲ ਰਿਹਾ ਕਿ ਇੱਕ ਦੂਜੇ ਦੇ ਮਗਰ ਬੜਾ ਲੱਗਦੇ ਆ। ਹਾਂਜੀ, ਕਿ ਕੋਈ ਅੱਜ ਦੀ ਡੇਟ 'ਚ ਕੋਈ 40 ਘੰਟੇ ਬੰਦਾ ਓਵਰ ਕਰੀ ਜਾਂਦਾ ਸਟੂਡੈਂਟ ਪਰਮਿਟ ਤੇ, ਹਾਂਜੀ, ਉਹਦਾ ਕੱਲ ਨੂੰ ਵਰਕ ਪਰਮਿਟ ਵੀ ਆ ਜਾਂਦਾ। ਮੰਨ ਲਓ ਕਿ ਉਹਦੀ ਕਿਸਮਤ ਚੰਗੀ ਸੀ, ਕਹਿੰਦੇ ਕਿ ਜਦੋਂ ਲੰਘਦਾ ਹੱਥ ਹੀ ਲੰਘ ਜਾਂਦਾ, ਕਈ ਵਾਰੀ ਪੂੰਛ ਛੱਡ ਜਾਂਦਾ ਹੈ ਨਾ। ਹਰ ਬੰਦੇ ਦੀ ਸਿਚੁਏਸ਼ਨ ਵੱਖਰੀ ਹੋਊਗੀ, ਹਰ ਬੰਦੇ ਦਾ ਇਮੀਗ੍ਰੇਸ਼ਨ ਆਫਿਸਰ ਵੱਖਰਾ ਹੋਊਗਾ, ਠੀਕ ਹੈ ਜੀ। ਬਟ ਉਹਦੇ 'ਚ ਬਾਈ ਜੀ ਇਹ ਹੁੰਦਾ ਕਿ ਹਾਂ ਵੀ ਉਹਨੂੰ ਇਦਾਂ ਲੱਗਦਾ ਕਿ ਉਹ ਬੰਦੇ ਦਾ ਵਰਕ ਪਰਮਿਟ ਆ ਗਿਆ, ਉਹਨੇ ਵੱਧ ਵੀ ਕੰਮ ਕੀਤਾ, ਬਟ ਮੇਰਾ ਵੀ ਸ਼ਾਇਦ ਆ ਜਾਊਗਾ, ਕਿਉਂਕਿ ਜਿਹਦਾ ਤਾਂ ਇਸ਼ੂ ਪਾਣਾ ਉਹਨਾਂ ਨੇ 1 ਘੰਟਾ ਵੀ ਵੱਧ ਕੀਤਾ ਹੋਇਆ ਉਹਦਾ ਪਾ ਦੇਣਾ। ਤੇ ਉਹਦੇ ਬਾਰੇ ਕੀ ਦੱਸਣਾ ਚਾਹੋਗੇ ਕਿ ਸਪੈਸ਼ਲੀ ਆਹ ਬੜੀ ਕਨਫਿਊਜ਼ਨ ਆ ਊਬਰ ਦੀ, ਸਕਿਪ ਦਾ, ਡਿਸ਼ਿਸ ਦੀ, ਕਿਉਂਕਿ ਹੁਣ ਉਹ ਕਹਿੰਦੇ ਆ ਕਿ ਆਪਾਂ 30 ਘੰਟੇ ਮੰਨ ਲਓ ਔਨ ਰਹੇ, ਰਾਈਡਾਂ ਦੇ ਵਿੱਚੋਂ ਬਹੁਤ ਘੱਟ ਪਈਆਂ, ਉਹ ਕੱਲ ਨੂੰ ਇਮੀਗ੍ਰੇਸ਼ਨ ਵਾਲੇ ਕਿੱਦਾਂ ਉਹ 30 ਘੰਟੇ ਨੂੰ 40 ਘੰਟੇ ਨੂੰ ਗਿਣਨਗੇ? ਜੇ ਕੋਈ ਇਸ਼ੂ ਪੈਣਾ ਹੋਵੇ, ਨਾ ਇਸ਼ੂ ਪਵੇ, ਉਹ ਕਿੰਨੇ ਘੰਟੇ ਊਬਰ ਕਰ ਸਕਦੇ ਆ ਤੁਹਾਡੇ ਹਿਸਾਬ ਨਾਲ? ਫਸਟ ਐਂਡ ਫੋਰਮੋਸਟ ਜਿਹੜੀ ਚੀਜ਼ ਆ, ਪਹਿਲੀ ਚੀਜ਼, ਕੋਈ ਵੀ ਇਮੀਗ੍ਰੇਸ਼ਨ ਦਾ ਰੂਲ ਆ, ਸਟੱਡੀ ਪਰਮਿਟ ਦੀ ਕੰਡੀਸ਼ਨ ਆ, ਉਹਨੂੰ ਵਾਇਲੇਟ ਨਾ ਕੀਤਾ ਜਾਵੇ। ਸਭ ਤੋਂ ਪਹਿਲੀ ਇੰਪੋਰਟੈਂਟ ਚੀਜ਼ ਹੈ। ਸੈਕੰਡ ਚੀਜ਼, ਜਿਹੜੀ ਊਬਰ ਦੀ ਤੁਸੀਂ ਗੱਲ ਕੀਤੀ ਆ, ਇਹ ਇਸ ਤਰ੍ਹਾਂ ਸਾਡੇ ਕੋਲ ਕੇਸ ਬਹੁਤ ਸਾਰੇ ਆਏ ਜਿਹੜੇ ਬਾਰਡਰ ਤੇ ਗਏ ਬੱਚੇ ਆਪਣੇ ਮੋਬਾਈਲ ਜੇਬਾਂ 'ਚ ਪਾਏ ਹੋਏ ਆ। ਲੋਕੀ ਕਹਿੰਦੇ ਪ੍ਰੋਬਲਮਾਂ ਨਹੀਂ ਆਉਂਦੀਆਂ, ਪਰ ਅਸੀਂ ਹਮੇਸ਼ਾ ਕੇਸ ਦੱਸਦੇ ਰਹਿੰਦੇ ਹਾਂ। ਨਾ ਤੇ ਚਲੋ ਪ੍ਰਾਈਵੇਸੀ ਦੀ ਅਕੋਰਡਿੰਗਲੀ ਨਹੀਂ ਲੈ ਸਕਦੇ, ਪਰ ਸਿਚੁਏਸ਼ਨਾਂ ਦੱਸ ਸਕਦੇ ਹਾਂ। ਗਏ, ਉਹਨਾਂ ਨੇ ਫੜਿਆ ਫੋਨ ਕਿ ਹਾਂਜੀ ਓਕੇ ਫੋਨ ਦਿਖਾਓ। ਊਬਰ ਦੀ ਐਪ ਵੀ ਖੁੱਲੀ ਰੱਖਦੇ, ਨਾ ਕੋਈ ਡਿਲੀਟ ਕਰਦੇ, ਕਿਉਂਕਿ ਜਦੋਂ ਬਾਰਡਰ ਤੇ ਜਾਣਾ, ਬਾਰਡਰ ਦੀ ਇੰਟਰਵਿਊ ਵਾਸਤੇ ਪਹਿਲਾਂ ਪ੍ਰਿਪਰੇਸ਼ਨ ਚਾਹੀਦੀ ਹੈ। ਠੀਕ ਹੈ, ਚੱਲ ਗਏ, ਉਹਨਾਂ ਨੇ ਖੋਲ ਕੇ ਵੇਖ ਲਿਆ, ਹਾਂਜੀ ਊਬਰ ਤੇ ਇੰਨੇ ਆਵਰਸ ਲਗਾਏ ਆ, ਰਾਈਟ ਵੇ ਰਿਫਿਊਜ਼ਲ, ਉਹ ਬਾਅਦ ਦੇ ਵਿੱਚ ਅਪਰੂਵਲ ਹੋਣੀ ਨਹੀਂ ਤੁਹਾਡੀ ਕਦੀ। ਸੋ ਜਦੋਂ ਤੁਸੀਂ ਆਪਣੀ ਪ੍ਰੋਫਾਈਲ ਬਣਾਉਂਦੇ ਹੋ ਜਾਂ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕਰਦੇ ਹੋ, ਪਹਿਲੀ ਤੇ ਗੱਲ, ਤੁਸੀਂ ਆਪਣਾ ਕੰਮ ਹੈ ਜਿਹੜਾ ਜੀ ਉਹ 20 ਆਵਰਸ ਤੋਂ ਵੱਧ ਨਹੀਂ ਕਰ ਸਕਦੇ, ਚਾਹੇ ਉਹ ਸਕਿਪ ਦਾ ਡਿਸ਼ਿਸ ਹੈ, ਚਾਹੇ ਉਹ ਊਬਰ ਹੈ। ਜੇ ਤੁਸੀਂ ਕਰ ਲਿਆ, ਇਟਸ ਅ ਵਾਇਲੇਸ਼ਨ, ਇਟਸ ਅ ਵਾਇਲੇਸ਼ਨ। ਐਂਡ ਉਸ ਦੇ ਵਿੱਚ ਜਿਹੜਾ ਜੀ ਉਹਦਾ ਕੋਈ, ਮੈਂ ਇਹ ਨਹੀਂ ਕਹਿ ਸਕਦਾ ਕਿ ਉਹਦਾ ਕੋਈ ਨਹੀਂ ਉਸ ਚੀਜ਼ ਦਾ ਹੱਲ ਹੈਗਾ ਆ। ਵਾਇਲੇਸ਼ਨ ਨਹੀਂ ਕਰਨੀ, ਸਟੱਡੀ ਪਰਮਿਟ ਦੀ ਕੰਡੀਸ਼ਨ ਤੁਸੀਂ ਨਹੀਂ ਵਾਇਲੇਟ ਕਰ ਸਕਦੇ। ਦੈਟਸ ਦਾ ਫਸਟ ਐਂਡ ਫੋਰਮੋਸਟ ਰੂਲ। ਇਸ ਤੋਂ ਅੱਗੇ ਜਿਹੜੀ ਗੱਲ ਹੈ, ਜੇ ਤੁਸੀਂ ਜਿੰਨੀ ਦੇਰ ਤੁਸੀਂ ਆਨ ਰਹੇ ਹੋ, ਮਤਲਬ ਤੁਸੀਂ ਕੰਮ ਕਰ ਰਹੇ ਹੋ, ਠੀਕ ਹੈ, ਉਹਦਾ ਰੈਕਡ ਵੀ ਪੂਰਾ ਉੱਥੇ ਪਿਆ ਆ। ਠੀਕ ਹੈ ਜੀ। ਸੋ ਇਹ ਤੁਸੀਂ ਚੀਜ਼ ਨਹੀਂ ਕਰਨੀ, ਜੇ ਚੀਜ਼ ਕੀਤੀ ਤਾਂ ਹਮੇਸ਼ਾ ਇਹ ਖਤਰਾ ਮੰਡਰਾਉਂਦਾ ਰਹੇਗਾ। ਤੇ ਬਾਈ ਜੀ ਅੱਜ ਦਾ ਪ੍ਰੋਗਰਾਮ ਆਪਾਂ ਹੁਣ ਇੱਥੇ ਸਮਾਪਤ ਕਰਾਂਗੇ। ਤੇ ਇੱਕ ਵੀਰੇ ਜਾਂਦੇ ਜਾਂਦੇ ਕਿ ਹਾਂ ਵੀ ਮੈਂ ਇਹ ਰਿਕੁਐਸਟ ਲਾ ਲਓ ਕਿ ਆਪਣੇ ਛੋਟੇ ਵੀਰ ਦੀ ਜਾਂ ਕੁਝ ਹੋਰ, ਕਿ ਮੈਨੂੰ ਪਤਾ ਕਿ ਹਾਂ ਵੀ ਜੇ ਆਪਾਂ ਬਾਕੀ ਚੀਜ਼ਾਂ ਦੇ ਮੁਕਾਬਲੇ ਦੇਖੇ ਜਾਵੇ ਬਹੁਤ ਜੈਨੂਨ ਆ ਸਾਡੇ, ਜੋ ਜੇ ਆਪਾਂ ਕਿਸੇ ਕੋ ਕੰਸਲਟੇਸ਼ਨ ਲੈਣੀ ਹੋਵੇ ਜਾਂ ਫਾਈਲ ਲਾਣੀ ਹੋਵੇ, ਸਪੈਸ਼ਲੀ ਤੁਸੀਂ ਵੀ ਸਟੂਡੈਂਟ ਆਏ ਸੀ ਸਾਡੇ ਪ੍ਰੋਗਰਾਮ ਦੇ ਮਾਧਿਅਮ ਥਰੂ, ਜੇ ਕੋਈ ਸਟੂਡੈਂਟ ਬੰਦਾ ਤੁਹਾਡੇ ਕੋਲ ਆਂਦਾ, ਹਾਂਜੀ, ਉਹਨੂੰ ਕੀ ਤੁਸੀਂ ਆਪਣੇ ਵੱਲੋਂ ਰਿਆਇਤ ਦੇ ਸਕਦੇ ਹੋ? ਕੁਝ ਡਿਸਕਾਊਂਟ, ਥੋੜਾ ਬਹੁਤਾ ਡਿਸਕਾਊਂਟ ਆਪਣਾ ਜਿਹੜਾ ਮੈਂ ਆਫਰਸ ਦੱਸ ਦਿੰਦਾ ਤੁਹਾਡੇ ਚੈਨਲ ਦੇ ਥਰੂ। ਫਸਟਲੀ ਅਸੀਂ ਪਹਿਲਾ ਸ਼ੋਅ ਕਰ ਰਹੇ ਹਾਂ, ਹਾਂਜੀ, ਹੋਪਫੁਲੀ ਅੱਗੇ ਵੀ ਸ਼ੋਅ ਕਰਾਂਗੇ। ਹਾਂ ਸ਼ੋਰ ਜੀ। ਪਹਿਲੀ ਗੱਲ, ਜੇ ਤੁਸੀਂ ਜਿਹੜਾ ਹੈਗਾ ਜੀ ਰੰਗ ਬਰੈਂਪਟਨ ਦੇ ਸ਼ੋਅ ਦੀ ਰੈਫਰੈਂਸ ਦਿੰਦੇ ਹੋ, ਤਾਂ ਜਿਹੜੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਐਪਲੀਕੇਸ਼ਨ ਹੈ ਸਿਰਫ ਤੇ ਸਿਰਫ $150 ਦੇ ਵਿੱਚ ਤੁਹਾਡੀ ਕੀਤੀ ਜਾਏਗੀ। $150 ਦੇ ਵਿੱਚ, ਜਿਹੜੀ ਕਿ ਲੋਕੀ ਬਾਹਰ $250, $350, $500 ਵੀ ਲੈਂਦੇ ਆ। $150। ਸੈਕਿੰਡ ਚੀਜ਼, ਜੇ ਡਾਕੂਮੈਂਟ ਸਬਮਿਟ ਕਰਵਾ ਕੇ ਜਾਓਗੇ, ਵਿਦਿਨ 24 to 48 ਆਵਰਸ ਤੁਹਾਨੂੰ ਸਬਮਿਸ਼ਨ ਕਨਫਰਮੇਸ਼ਨ ਮਿਲੇਗੀ। ਠੀਕ ਹੈ ਜੀ। ਥਰਡ ਥਿੰਗ, ਜੇ ਤੁਸੀਂ ਐਕਸਪ੍ਰੈਸ ਐਂਟਰੀ ਦੀ ਫਾਈਲ ਲਗਾਉਣੀ ਆ, ਉਹ ਵੀ ਸਾਨੂੰ ਬੱਚਿਆਂ ਨੇ ਕਈਆਂ ਨੇ ਆਣ ਕੇ ਪੁੱਛਿਆ ਕਿ ਤੁਹਾਡੇ ਚਾਰਜਿਸ ਇੰਨੇ ਲੈਸ ਕਿਉਂ ਹੈਗੇ ਆ, ਬਾਕੀਆਂ ਦੇ ਤੇ ਬਹੁਤ ਜ਼ਿਆਦਾ ਆ। ਉਸ ਦੇ ਵਿੱਚ ਵੀ ਅਸੀਂ ਕੰਸੈਸ਼ਨ ਦਿੰਦੇ ਹਾਂ। ਸਿਚੁਏਸ਼ਨ ਤੋਂ ਸਿਚੁਏਸ਼ਨ ਵੇਰੀ ਕਰ ਸਕਦਾ, ਬਟ ਜੇ ਤੁਸੀਂ ਰੰਗ ਬਰੈਂਪਟਨ ਦੇ ਰੈਫਰੈਂਸ ਦਿਓਗੇ, ਸਪੈਸ਼ਲ ਡਿਸਕਾਊਂਟ ਤੁਹਾਨੂੰ ਦਿੱਤਾ ਜਾਏਗਾ। ਅਗਲੀ ਗੱਲ, ਜਦੋਂ ਤੁਸੀਂ ਸਾਡੇ ਕੋਲ ਕੰਸਲਟੇਸ਼ਨ ਵੀ ਲੈਂਦੇ ਹੋ ਗੁਰਿੰਦਰ ਜੀ, ਤਾਂ ਕੋਈ ਵੀ ਸਟੂਡੈਂਟ ਜਾਂ ਕੋਈ ਵੀ ਆਪਣਾ LME ਦੇ ਬੇਸ ਕੋਈ PR ਦੀ ਕੰਸਲਟੇਸ਼ਨ ਲੈਂਦਾ, ਤਾਂ ਜਿਹੜੀ ਜੇ ਤੁਸੀਂ ਪੇ ਵੀ ਕਰ ਦਿੰਦੇ ਹੋ, ਜਦੋਂ ਵੀ ਤੁਸੀਂ ਐਪਲੀਕੇਸ਼ਨ ਕਰਾਉਂਦੇ ਹੋ ਇਨ ਦ ਫਿਊਚਰ ਐਨੀ ਟਾਈਮ ਉਹ ਐਡਜਸਟ ਹੁੰਦੇ ਆ। ਠੀਕ ਹੈ ਜੀ। ਕਦੀ ਵੀ ਇਦਾਂ ਨਹੀਂ ਹੋਏਗਾ ਕਿ ਉਹ ਐਡਜਸਟ ਨਹੀਂ ਹੋਣਗੇ। ਜੇ ਕੋਈ ਐਪਲੀਕੇਸ਼ਨ ਅਸੀਂ ਤੁਹਾਡੀ 500 ਚ ਕਰ ਰਹੇ ਹੋ, 400 ਚ ਹੋਏਗੀ। ਜੇ 1500 ਚ ਕਰ ਰਹੇ ਹੋ, 1400 ਚ ਹੋਏਗੀ। ਜੇ 150 ਚ ਕਰ ਰਹੇ ਹੋ, $50 ਚ ਹੋਏਗੀ। ਠੀਕ ਹੈ ਜੀ। ਠੀਕ ਹੈ ਜੀ। ਅਗਲੀ ਗੱਲ ਕਿ ਬਹੁਤ ਜ਼ਿਆਦਾ ਫ੍ਰੀ ਮਟੀਰੀਅਲ ਅਸੀਂ ਸੋਸ਼ਲ ਮੀਡੀਆ ਦੇ ਥਰੂ ਦਿੰਦੇ ਰਹਿੰਦੇ ਹਾਂ। ਜਿਹੜਾ ਹੈਗਾ ਜੀ, ਤੁਸੀਂ ਸਾਡਾ ਚੈਨਲ ਵੀ ਅੱਜ ਦਾ ਸ਼ੋਅ ਦੇਖ ਕੇ ਸਬਸਕ੍ਰਾਈਬ ਕਰ ਸਕਦੇ ਹੋ। ਬਾਕੀ ਮੇਰਾ ਪਰਸਨਲ ਚੈਨਲ ਵੀ ਸਬਸਕ੍ਰਾਈਬ ਕਰ ਸਕਦੇ ਹੋ। ਐਂਡ ਜਿਹੜਾ ਹੈਗਾ ਰੰਗ ਬਰੈਂਪਟਨ ਦੀ ਰੈਫਰੈਂਸ ਦਿਓਗੇ ਤਾਂ ਜਿਹੜੇ ਆਫਰਸ ਆ ਇਹ ਤੁਹਾਡੇ ਵਾਸਤੇ ਤੁਸੀਂ ਐਲੀਜੀਬਲ ਹੋ ਜੂਗੇ ਇਸ ਆਫਰ ਲਈ। ਤੇ ਤੁਹਾਨੂੰ ਸਰਵਿਸ ਜਿਹੜੀ ਆ ਉਸ ਦੇ ਵਿੱਚ ਕੋਈ ਵੀ ਕਮੀ ਨਹੀਂ ਆਉਂਦੀ, ਔਨ ਅਫੋਰਡੇਬਲ ਰੇਟਸ।
ਇੱਕ ਬਾਈ ਜੀ ਮੈਂ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਕਿ ਸਪੈਸ਼ਲੀ ਕਿ ਤੁਸੀਂ ਪਹਿਲਾਂ ਕੁਝ ਵੀ ਕਿਸੇ ਵੀ ਬੰਦੇ ਕੋ ਜਾਣਾ, ਚਾਹੇ ਬਾਈ ਜੀ ਕੋ ਵੀ ਜਾਣਾ, ਕਿਸੇ ਕੋ ਵੀ ਜਾਣਾ, ਪਹਿਲਾਂ ਰਿਸਰਚ ਕਰੋ, ਉਹਨਾਂ ਦੀ ਪ੍ਰੋਫਾਈਲ ਚੈੱਕ ਕਰੋ ਕਿ ਕੀ ਉਹਨਾਂ ਦੇ ਰਿਵਿਊਜ਼ ਆਏ ਹੋਏ ਆ, ਠੀਕ ਹੈ ਜੀ। ਕਿਉਂਕਿ ਰਿਵਿਊਜ਼ ਤੋਂ ਬਹੁਤ ਕੁਝ ਸਾਫ਼ ਹੋ ਜਾਂਦੀ ਹੈ ਤਸਵੀਰ ਕਿ ਉਹ ਬੰਦਾ ਕਿੱਦਾਂ ਕੰਮ ਕਰ ਰਿਹਾ। ਤਾਂ ਕਿਸੇ ਨੂੰ ਵੀ ਤੁਸੀਂ, ਕਿਉਂਕਿ ਇਹ ਲਾਈਫ ਦਾ ਸਵਾਲ ਹੁੰਦਾ ਤੁਹਾਡਾ, ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇੰਨੇ ਜੋਗੇ ਹੈਗੇ ਹੋ, ਕਿ ਤੁਹਾਨੂੰ ਇੰਨੀ ਨੌਲੇਜ ਹੈਗੀ, ਤਾਂ ਡੈਫੀਨੇਟਲੀ ਤੁਸੀਂ ਖੁਦ ਵੀ ਕਰੋ ਅਪਲਾਈ। ਬਟ ਜੇ ਕਿਤੇ ਵੀ ਤੁਹਾਨੂੰ ਕਨਫਿਊਜ਼ਨ ਆ, ਕਿਸੇ ਨਾ ਕਿਸੇ ਐਕਸਪਰਟ ਦੀ ਸਲਾਹ ਜ਼ਰੂਰ ਲਓ, ਕਿਉਂਕਿ ਆਪਾਂ ਜਦੋਂ ਨਹੀਂ PR ਹੁੰਦੇ ਤੇ ਆਪਾਂ 40-40 50-50 ਹਜ਼ਾਰ LMIਆਂ ਦਾ ਦੇਣ ਨੂੰ ਤਿਆਰ ਹੋ ਜਾਂਦੇ ਆ, ਪਰ ਇੱਕ $100 ਦੀ ਆਪਾਂ ਸਲਾਹ ਨਹੀਂ ਲੈਂਦੇ, ਜਾਂ ਸਲਾਹ ਕਿ ਉਹ $50 $100 $200 ਉਹ ਫੀਸ ਨਹੀਂ ਲਾ ਸਕਦੇ। ਤਾਂ ਇਹਦੇ 'ਚ ਇਹ ਨਹੀਂ ਆ ਕਿ ਤੁਸੀਂ ਜ਼ਰੂਰ ਕਿਸੇ ਐਕਸਪਰਟ ਦੀ ਸਲਾਹ ਲਓ। ਆਉਣ ਵਾਲੇ ਟਾਈਮ 'ਚ ਇੰਡੀਆ ਵਾਲੇ ਵੀ ਜੇ ਕਿਸੇ ਨੇ ਪ੍ਰੋਫਾਈਲ ਬਣਾਉਣੀ ਆ ਜਾਂ ਕੁਝ ਵੀ ਆ, ਤੇ ਆਪਣੇ ਜੇ ਤੁਸੀਂ ਐਲੀਜੀਬਲ ਹੋ ਪ੍ਰੋਫਾਈਲ ਬਣਾ ਕੇ ਰੱਖੋ, ਟਾਈਮ ਦਾ ਕੁਝ ਨਹੀਂ ਪਤਾ। ਤੇ ਸਤਿ ਸ੍ਰੀ ਅਕਾਲ ਜੀ। ਤੇ ਜੋਬਨ ਗਿੱਲ ਜੀ ਦਾ ਤੁਸੀਂ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ, ਤੇ ਸਾਡਾ ਵੀ ਤੁਸੀਂ ਸਫਰ TV ਤੁਸੀਂ ਇੰਸਟਾ ਤੇ ਵੀ ਉਹਨੂੰ ਫੋਲੋ ਕਰ ਸਕਦੇ ਹੋ, ਤੇ YouTube ਤੇ ਵੀ ਸਫਰ TV ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਤੇ ਕੋਈ ਵੀ ਕੁਐਸਚਨ ਕਿਸੇ ਚੀਜ਼ ਰਿਲੇਟਡ ਵੀ ਤੁਸੀਂ ਇੰਸਟਾ ਤੇ gurinder09 ਤੇ ਐਨੀ ਟਾਈਮ ਮੈਸੇਜ ਕਰੋ, ਤੁਹਾਨੂੰ ਜਲਦੀ ਤੋਂ ਜਲਦੀ ਉਹਦਾ ਰਿਪਲਾਈ ਕੀਤਾ ਜਾਊਗਾ। ਤੇ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੋਬਨ ਗਿੱਲ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਗੁਰਿੰਦਰ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।